पंजाबी नैशनल टीवी देख रहे दर्शकों का स्वागत। मनपसंद प्रोग्राम विचार चर्चा लैके मुड़ तो हाजिर हाँ। करोना हो रहा है बेकाबू, इंसानियत कित्थे हो रही है शर्मसार। पंजाब सरकार ने किहड़ियां रियायतां दा कीता ऐलान ते किहड़े देश ने बच्चों लई करोना टीकाकरण दी कीती शुरुआत। इस दे बारे करांगे गल्लां बातां अपने माहिर मेहमान दे नाल ते साडे नाल स्टूडियो च मौजूद ने अमृतपाल शर्मा जी। अमृतपाल शर्मा जी, तुहाडा बहुत बहुत स्वागत। शुक्रिया परमिंदर जी। ਅੱਜ ਦੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਦੋ ਕੁ ਘਟਨਾਵਾਂ ਨੇ ਜਿਨ੍ਹਾਂ ਨੇ ਮੈਨੂੰ ਅੰਦਰੋਂ ਤੱਕ ਝੰਜੋੜ ਦਿੱਤਾ। ਹੋ ਸਕਦਾ ਹੈ ਵੀ ਜਦੋਂ ਤੁਸੀਂ ਵੀ ਦੇਖਿਆ ਹੋਵੇ, ਸੁਣਿਆ ਹੋਵੇ, ਤੁਹਾਨੂੰ ਵੀ ਇੰਝ ਹੀ ਲੱਗਿਆ ਹੋਵੇ ਜੀ। ਤੇ ਗੱਲ ਪਹਿਲੀ ਹੈ, ਇੱਕ ਜ਼ਮੀਨ ਦੀ ਖਾਤਰ ਚਚੇਰੀ ਭੈਣ ਨੂੰ ਟਰੈਕਟਰ ਥੱਲੇ ਦੇਣਾ। ਜੀ, ਇਹ ਇਨਸਾਨੀਅਤ ਤਾਂ ਨਹੀਂ ਲੱਗਦੀ ਮੈਨੂੰ। ਬਿਲਕੁਲ ਜੀ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਦੇਖੋ, ਜਦੋਂ ਤੁਸੀਂ ਬੈਠ ਕੇ ਕਿਸੇ ਵੀ ਮਸਲੇ ਨੂੰ ਵਿਚਾਰਦੇ ਆ ਤੇ ਅਸੀਂ ਇਸ ਗੱਲ ਤੇ ਪਹੁੰਚਦੇ ਆ ਹਮੇਸ਼ਾ, ਜਿੰਨੇ ਵੀ ਵਾਦ ਬਣੇ ਨੇ, ਜਿੰਨੇ ਵੀ ਦੁਨੀਆ ਦੇ ਵਿੱਚ ਥਿੰਕਰਸ ਨੇ, ਜਿੰਨੀਆਂ ਵੀ ਥਿਊਰੀਆਂ ਸਾਡੇ ਸਾਹਮਣੇ ਆਈਆਂ ਨੇ ਜੀਣ ਦੀਆਂ ਜਾਂ ਸਮਾਜ ਦੀਆਂ, ਇਹ ਅਸੀਂ ਸਿੱਟੇ ਤੇ ਪਹੁੰਚੇ ਹਾਂ ਕਿ ਹਿੰਸਾ ਜਿਹੜੀ ਆ ਉਹਦਾ ਇੱਕ ਸੱਭਿਅਕ ਸਮਾਜ ਦੇ ਵਿੱਚ ਕਿਤੇ ਕੋਈ ਥਾਂ ਨਹੀਂ ਹੈ ਜੀ। ਪਰ ਉਹਦਾ ਇੱਕ ਦੂਸਰਾ ਪੱਖ ਵੀ ਸਾਡੇ ਸਾਹਮਣੇ ਆ ਕਿ ਹਿੰਸਾ ਤੋਂ ਬਿਨਾਂ ਕੋਈ ਸਮਾਜ ਅਸੀਂ ਹਾਲੇ ਤੱਕ ਸਿਰਜ ਨਹੀਂ ਸਕੇ ਜੀ, ਨਾ ਇੱਥੇ ਨਾ ਕਿਸੇ ਦੁਨੀਆ ਦੇ ਹੋਰ ਹਿੱਸੇ 'ਚ ਜੀ। ਹਰ ਜਗ੍ਹਾ ਤੁਸੀਂ ਮਨੁੱਖੀ ਦਿਮਾਗ ਦਾ ਸ਼ੈਤਾਨੀਪਨ ਜਿਹੜਾ ਆ, ਮਨੁੱਖੀ ਲੜਾਈਆਂ ਤੇ ਮਨੁੱਖ ਦਾ ਜਿਹੜਾ ਕਰੂਰ ਹਿੱਸਾ ਆ ਦਿਮਾਗ ਦਾ, ਉਹ ਤੁਸੀਂ ਹਰ ਜਗ੍ਹਾ ਤੇ ਕਿਤੇ ਨਾ ਕਿਤੇ ਦੇਖਣ ਨੂੰ ਤੁਹਾਨੂੰ ਮਿਲਦਾ ਆ। ਚਾਹੇ ਉਹ ਰਾਜਨੀਤੀ ਦੀ ਹਿੰਸਾ ਹੈ, ਚਾਹੇ ਉਹ ਡਕੈਤੀਆਂ ਨੇ, ਚਾਹੇ ਉਹ ਲੁੱਟ ਖੋਹ ਆ, ਚਾਹੇ ਜਿਵੇਂ ਤੁਸੀਂ ਹੁਣ ਇੱਕ ਗੱਲ ਕੀਤੀ ਹੈ, ਇੱਕ ਘਟਨਾ ਜਿਹਨੇ ਪਰੇਸ਼ਾਨ ਕੀਤਾ ਹੈ ਕਿ ਕਿਤੇ ਜ਼ਮੀਨ ਦਾ ਕੋਈ ਝਗੜਾ ਸੀ ਤੇ ਉੱਥੇ ਭਰਾ ਨੇ ਆਪਣੀ ਹੀ ਭੈਣ ਨੂੰ ਟਰੈਕਟਰ ਥੱਲੇ ਦੇ ਕੇ ਮਾਰ ਦਿੱਤਾ ਹੈ ਤੇ ਉਹਦੀ ਜਿਹੜੀ ਮਾਂ ਲੱਗਦੀ ਹੈ, ਮਾਂ ਤੇ ਚਾਚੀ 'ਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ, ਉਹਨੂੰ ਵੀ ਉਹਨੇ ਗੰਭੀਰ ਰੂਪ 'ਚ ਜ਼ਖਮੀ ਕੀਤਾ ਤੇ ਤੁਸੀਂ ਦੱਸਿਆ ਉਹਦੇ 'ਚ ਕਿ ਉਹਦੇ 'ਚ ਜਿਹੜਾ ਉਹਦਾ ਪਿਛੋਕੜ ਦੇ ਵਿੱਚ ਉਹਦੀ ਜਿਹੜੀ ਘਟਨਾ ਆ ਉਹ ਜ਼ਮੀਨ ਦੀ ਵੰਡ ਨੂੰ ਲੈ ਕੇ ਹੈ। ਗੁਰਦਾਸਪੁਰ ਦੇ ਸ਼ਾਇਦ ਕਿਸੇ ਸ਼ਹਿਰ ਦੀ ਕਾਨੂੰਵਾਨ ਕਸਬੇ ਦੇ ਕਿਸੇ ਪਿੰਡ ਦੀ ਉਹ ਗੱਲਬਾਤ ਹੈ। ਪਰ ਜਦੋਂ ਅਸੀਂ ਉਹਦਾ ਮੁਲਾਂਕਣ ਕਰਦੇ ਹਾਂ ਤਾਂ ਸਾਡਾ ਪ੍ਰੋਗਰਾਮ ਵਿਚਾਰ ਚਰਚਾ ਇਸ ਗੱਲ ਲਈ ਹੈ ਕਿ ਅਸੀਂ ਮਨੁੱਖੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ, ਸਾਡੇ ਸਮਾਜ ਨਾਲ ਜੁੜੀਆਂ ਹੋਈਆਂ ਕੁਝ ਐਸੀਆਂ ਘਟਨਾਵਾਂ ਦਾ ਤੇ ਜ਼ਿਕਰ ਕਰਦੇ ਹਾਂ, ਚਰਚਾ ਕਰਦੇ ਹਾਂ, ਤਾਂ ਜੋ ਸਾਡੇ ਸਰੋਤੇ, ਸਾਡੇ ਦਰਸ਼ਕ ਜਿਹੜੇ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਤੇ ਅਸੀਂ ਆਪ ਵੀ ਉਹਨਾਂ ਗੱਲਾਂ ਦਾ ਮੁਲਾਂਕਣ ਕਰਕੇ ਉਹਨਾਂ ਨੂੰ ਰਿੜਕ ਕੇ ਇਸ ਗੱਲ ਦੇ ਉੱਤੇ ਪਹੁੰਚੀਏ ਕਿ ਚੰਗਾ ਕੀ ਹੈ, ਮਾੜਾ ਕੀ ਹੈ, ਕੀ ਹੋਣਾ ਚਾਹੀਦਾ ਹੈ। ਤੇ ਅਸੀਂ ਉਹਦੇ ਲਈ ਸ਼ਾਇਦ ਕੋਈ ਗੱਲ ਕਿਸੇ ਦੇ ਦਿਮਾਗ ਦੇ ਵਿੱਚ, ਕਿਸੇ ਦੇ ਖਾਨੇ 'ਚ ਕੋਈ ਬੈਠ ਜਾਵੇ ਤੇ ਬੰਦਾ ਸੋਚੇ ਕਿ ਇੱਦਾਂ ਜਿਹੜਾ ਨਹੀਂ ਹੋਣਾ ਚਾਹੀਦਾ। ਮੈਂ ਤੁਹਾਨੂੰ ਹਿੰਸਾ ਦੀ ਜਦੋਂ ਗੱਲ ਕਰਦਾ ਸੀਗਾ ਤੇ ਅਮਿਤਾਭ ਬੱਚਨ ਸਾਡੇ ਬਹੁਤ ਵੱਡੇ ਐਕਟਰ ਨੇ ਫਿਲਮੀ ਦੁਨੀਆ ਦੇ, ਉਹਨਾਂ ਦਾ ਇੱਕ ਐਡਵਰਟਾਈਜ਼ਮੈਂਟ ਆਉਂਦੀ ਹੁੰਦੀ ਸੀ। ਉਹ ਬੜੀਆਂ ਉਹਦੇ ਲਈ ਬ੍ਰਾਂਡ ਐਂਬੈਸਡਰਿੰਗ ਬੜੀਆਂ ਚੀਜ਼ਾਂ ਲਈ ਕਰਦੇ ਰਹੇ, ਮੈਨੂੰ ਹੁਣ ਯਾਦ ਨਹੀਂ ਉਹ ਪੂਰਾ, ਪਰ ਉਹ ਉਹਨਾਂ ਦੀ ਇੱਕ ਲਾਈਨ ਹੁੰਦੀ ਸੀ ਕਿ ਇੱਕ ਆਦਮੀ ਕੇ ਸਾਥ ਐਸਾ ਕੈਸੇ ਕਰ ਸਕਦਾ ਹੈ। ਤੇ ਜਦੋਂ ਤੁਸੀਂ ਉਹਨੂੰ ਕਿਤੇ ਸ਼ਾਂਤੀ ਨਾਲ ਬੈਠ ਕੇ ਦੇਖਦੇ ਆ ਤੇ ਫਿਰ ਅਸੀਂ ਸੋਚਦੇ ਆ ਕਿ ਅਸੀਂ ਦੋ ਜਣੇ ਬੈਠੇ ਆ, ਤੁਹਾਡੀ ਮੈਂ ਕਿਸੇ ਗੱਲ ਨਾਲ ਸਹਿਮਤ ਨਹੀਂ ਜਾਂ ਤੁਸੀਂ ਮੇਰੀ ਕਿਸੇ ਗੱਲ ਨਾਲ ਸਹਿਮਤ ਨਹੀਂ, ਪਰ ਅਸੀਂ ਦੋਨੋਂ ਇੱਕ ਦੂਜੇ ਲਈ ਹਿੰਸਕ ਕਿਉਂ ਹੋ ਸਕਦੇ ਆ। ਪਰ ਇਹਦਾ ਦੂਜਾ ਰੂਪ ਅਸੀਂ ਦੇਖਦੇ ਆ ਜਦੋਂ ਅਸੀਂ ਸਕੂਟਰ ਲੈ ਕੇ ਜਾਂ ਕਾਰ ਲੈ ਕੇ ਬਾਜ਼ਾਰ 'ਚ ਜਾਂਦੇ ਆ, ਜੇ ਸਾਡੇ ਸਾਹਮਣੇ ਕੋਈ ਆ ਜਾਏ, ਸਾਡੀ ਗੱਡੀ ਨੂੰ ਝਰੀਟ ਵੱਜ ਜਾਏ ਤੇ ਅਸੀਂ 2 ਮਿੰਟ ਨਹੀਂ ਲਾਉਂਦੇ ਉੱਤਰ ਕੇ ਗੁੱਸਾ ਜਿਹੜਾ ਆ ਦਿਖਾਉਣ ਲਈ। ਸਾਡਾ ਸਮਾਜਿਕ ਤਾਣਾ ਬਾਣਾ ਇੰਨਾ ਉਲਝਿਆ ਹੋਇਆ ਹੈ ਕਿ ਅਸੀਂ ਬਹੁਤ ਛੇਤੀ ਉਤੇਜਿਤ ਹੋ ਜਾਂਦੇ ਆ। ਇੱਦਾਂ ਨਹੀਂ ਹੋਣਾ ਚਾਹੀਦਾ। ਫਿਰ ਕਿੱਦਾਂ ਹੋਣਾ ਚਾਹੀਦਾ, ਉੱਦਾਂ ਅਸੀਂ ਕਿਉਂ ਨਹੀਂ ਕਰਦੇ? ਇਹਦੇ ਲਈ ਬਹੁਤ ਸਾਰੇ ਕਾਰਨ ਜ਼ਿੰਮੇਵਾਰ ਨੇ ਤੇ ਬਹੁਤ ਲੰਬੀਆਂ ਚੌੜੀਆਂ ਡਿਸਕਸ਼ਨਸ ਨੇ, ਥਿਊਰੀਜ਼ ਨੇ, ਪੜ੍ਹਾਈਆਂ ਵੀ ਸਾਨੂੰ ਕਰਾਈਆਂ ਜਾਂਦੀਆਂ ਨੇ ਸਕੂਲ ਦੇ ਵਿੱਚ ਵੀ, ਕਾਲਜਸ ਦੇ ਵਿੱਚ ਵੀ ਅਸੀਂ ਇਹੀ ਦੇਖਦੇ ਹਾਂ, ਇਹੀ ਸਿੱਖਦੇ ਹਾਂ। ਪਰ ਫਿਰ ਜਦੋਂ ਕਾਲਜ ਦੇ ਵਿੱਚ ਅਸੀਂ ਚੋਣਾਂ ਦੇਖਦੇ ਸੀ, ਯੂਨੀਅਨਸ ਦੇਖਦੇ ਹਾਂ ਤੇ ਲੜਾਈਆਂ ਝਗੜੇ ਜਿਹੜੇ ਆ ਉੱਥੇ ਵੀ ਹੁੰਦੇ ਨੇ। ਹੁਣ ਜੇ ਅਸੀਂ ਤਾਜ਼ਾ ਘਟਨਾ ਦੀ ਗੱਲ ਕਰਦੇ ਹਾਂ ਤੇ ਇੱਕ ਜ਼ਮੀਨ ਦਾ ਟੁਕੜਾ ਹੈ, ਉਹਦੀ ਵੰਡ ਕਰਨੀ ਹੈ ਤੇ ਉਹਦੇ ਲਈ ਉਹਨੂੰ ਲੱਗਦਾ ਸੀਗਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ ਤੇ ਇਹਦਾ ਮੈਂ ਜੇ ਇਹਨਾਂ ਨੂੰ ਮੁਕਾ ਹੀ ਦਿਆਂ ਤੇ ਉਹ ਜ਼ਮੀਨ ਜਿਹੜੀ ਉਹ ਬਾਅਦ ਵਿੱਚ ਮੈਨੂੰ ਮਿਲ ਜਾਏਗੀ। ਜੀ, ਇਹ ਨਹੀਂ ਪਤਾ ਕਿ ਕਤਲ ਦਾ ਮੁਕੱਦਮਾ ਵੀ ਚੱਲ ਸਕਦਾ। ਮੈਂ ਤੁਹਾਨੂੰ ਇੱਕ ਉਹਦੀ ਹੋਰ ਘਟਨਾ ਸੁਣਾਉਂਦਾ ਸੀ। ਆਚਾਰਿਆ ਰਜਨੀਸ਼ ਨਾਲ ਜੁੜੀਆਂ ਹੋਈਆਂ ਬੜੀਆਂ ਕਹਾਣੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ, ਬੜੇ ਵਿਚਾਰ, ਬੜੇ ਪ੍ਰਵਚਨ, ਬਹੁਤ ਸਾਰੀਆਂ ਕਿਤਾਬਾਂ ਨੇ ਤੇ ਉਹਦੇ ਵਿੱਚ ਇੱਕ ਕਿਤੇ ਜ਼ਿਕਰ ਆਉਂਦਾ ਹੈ ਕਿ ਕੋਈ ਬੰਦਾ ਉਹਨਾਂ ਕੋਲ ਆਇਆ ਤੇ ਉਹਨੇ ਉਹਨਾਂ ਨੂੰ ਆਪਣੀ ਘਰ ਦਾ ਨਕਸ਼ਾ ਦਿਖਾਇਆ ਤੇ ਉਹਨੂੰ ਕਿਹਾ ਕਿ ਮੈਨੂੰ ਆਸ਼ੀਰਵਾਦ ਦਿਓ, ਮੈਂ ਇੱਕ ਘਰ ਬਣਾਉਣ ਲੱਗਾ ਹਾਂ ਤੇ ਇਹ ਮੈਨੂੰ ਜਿਹੜਾ ਰਾਸ ਆਵੇ, ਸੁਹਾਂਡਣਾ ਹੋਵੇ, ਜੋ ਵੀ ਉਹਨੇ ਆਪਣੀ ਇੱਛਾ ਦੱਸੀ। ਉਹ ਕਹਿੰਦੇ ਯਾਰ ਘਰ ਬਣਾ ਤੇ ਉੱਥੇ ਰਹਿ ਤੇ ਗੱਲ ਖਤਮ ਆ, ਕਿਹੜੇ ਆਸ਼ੀਰਵਾਦ ਦੀ ਗੱਲ ਕਰਦਾ। ਇਹ ਗੱਲ ਕਿਉਂ ਕਹੀ ਵੈਸੇ ਉਹਨਾਂ ਨੇ? ਉਹ ਦੱਸਦੇ ਆ, ਉਹ ਕਹਿੰਦੇ ਜਦੋਂ ਤੋਂ ਮਨੁੱਖਤਾ ਹੋਂਦ ਵਿੱਚ ਆਈ ਹੈ ਤੇ ਜਿੱਥੇ ਤੱਕ ਅਸੀਂ ਪਹੁੰਚੇ ਹਾਂ, 19ਵੀਂ ਸਦੀ ਦੀ ਗੱਲ ਹੋਵੇਗੀ, 20ਵੀਂ ਸਦੀ ਦੀ ਗੱਲ ਹੋਵੇਗੀ, ਜਦੋਂ ਦੀ ਰਜਨੀਸ਼ ਦੀ ਗੱਲ ਕਰਦੇ ਹਾਂ ਅਸੀਂ 20ਵੀਂ ਸਦੀ ਦੀ, 70ਵੇਂ ਦਹਾਕੇ ਜਾਂ 80ਵੇਂ ਦਹਾਕੇ ਦੇ ਵਿੱਚ ਉਹ ਇੱਥੇ ਹਿੰਦੁਸਤਾਨ 'ਚ ਕਾਫੀ ਪ੍ਰਚਲਿਤ ਰਹੇ।
ਉਹ ਕਹਿੰਦੇ ਜਦੋਂ ਤੋਂ ਲੈ ਕੇ ਮਨੁੱਖਤਾ ਹੋਂਦ ਵਿੱਚ ਆਈ ਹੈ ਤੇ ਜਿੰਨੇ ਲੋਕ ਹੁਣ ਤੱਕ ਹੋ ਕੇ ਜਾ ਚੁੱਕੇ ਨੇ, ਜੇ ਅਸੀਂ ਉਹਦੀ ਧਰਤੀ ਦੇ ਹਿਸਾਬ ਨਾਲ ਕੈਲਕੂਲੇਸ਼ਨ ਕਰੀਏ ਤੇ ਹਰ ਜਗ੍ਹਾ ਤੇ 7 ਲਾਸ਼ਾਂ ਪਈਆਂ ਨੇ ਜੀ। ਇੰਨੇ ਲੋਕ ਜਨਮ ਲੈ ਕੇ ਇੱਥੋਂ ਜਾ ਚੁੱਕੇ ਨੇ ਜੀ। ਤੇ ਤੁਸੀਂ ਕਿਸ ਆਸ਼ੀਰਵਾਦ ਦੀ ਤੇ ਕਿਸ ਲਾਲਚ ਦੀ ਤੇ ਕਿਸ ਕੋਠੀ ਤੇ ਕਿਸ ਮਹਿਲ ਦੀ ਗੱਲ ਕਰਦੇ ਹੋ ਜੀ। ਜਿਸ ਚੀਜ਼ ਦੇ ਉੱਤੇ ਹਿੰਦੁਸਤਾਨੀ ਸਾਡੀ ਪਰੰਪਰਾਵਾਂ ਟਿਕੀਆਂ ਹੋਈਆਂ ਨੇ, ਉਹ ਜ਼ਿਆਦਾ ਜਿਹੜੀ ਚੀਜ਼ ਆ ਉਹ ਤਿਆਗ ਦੀ ਹੈ, ਭੋਗ ਦੀ ਨਹੀਂ ਹੈ। ਜੀ। ਇਸੇ ਕਰਕੇ ਸਾਡੇ ਮੁਲਕ ਨੂੰ ਸਾਧੂ ਸੰਤਾਂ ਦਾ ਦੇਸ਼ ਵੀ ਕਿਹਾ ਜਾਂਦਾ ਸੀ। ਜੀ। ਤੇ ਬਾਬਾ ਨਾਨਕ ਸਾਹਿਬ ਦੀ ਜਿਹੜੀ ਫਿਲਾਸਫੀ ਸੀ ਗੁਰੂ ਨਾਨਕ ਦੇਵ ਜੀ ਦੀ, ਉਹ ਵੀ ਇਹੀ ਸੀ ਕਿ ਤੁਸੀਂ ਕਿ ਚਿੱਕੜ ਦੇ ਵਿੱਚ ਕਮਲ ਵਾਂਗ ਰਹਿਣਾ ਹੈ, ਗ੍ਰਸਥ ਦੇ ਵਿੱਚ ਰਹਿਣਾ ਹੈ, ਇਹਦੇ ਨਿਯਮ ਵੀ ਬਣਾਉਣੇ ਹਨ, ਇਹਦੇ ਨਾਲ ਸਾਰਾ ਕੁਝ ਕਰਨਾ ਵੀ ਹੈ, ਪਰ ਜਿਹੜਾ ਲਾਲਚ ਹੈ, ਜਿਹੜਾ ਮੋਹ ਹੈ, ਉਹ ਤੋਂ ਦੂਰ ਰਹਿਣਾ ਹੈ। ਜੀ। ਇਹੋ ਜਿਹੀ ਹੀ ਇੱਕ ਹੋਰ ਘਟਨਾ ਹੈ, ਤੁਸੀਂ ਸੋਚੋਗੇ ਅੱਜ ਅੰਮ੍ਰਿਤ ਭਾਜੀ ਪ੍ਰਵਚਨ ਹੀ ਦੇਣ ਲੱਗ ਗਏ। ਨਹੀਂ ਇਦਾਂ ਦੀ ਕੋਈ ਗੱਲ ਨਹੀਂ, ਵਿਚਾਰ ਕਰ ਰਹੇ ਜੀ। ਇੱਕ ਸਾਧੂ ਇੱਕ ਰਾਜੇ ਦੇ ਮਹਿਲ 'ਚ ਆਇਆ ਤੇ ਉਹ ਰਾਜੇ ਦੇ ਜਿਹੜਾ ਉੱਥੇ ਰਾਜਕੁਮਾਰ ਆ ਉਹਨੂੰ ਪੁੱਛਦਾ ਵੀ ਇਸ ਮਹਿਲ ਦਾ ਮਾਲਕ ਕੌਣ ਹੈ ਜੀ। ਉਹ ਕਹਿੰਦਾ ਮੈਂ ਮਾਲਕ ਹਾਂ। ਕਹਿੰਦਾ ਨਹੀਂ, ਤੂੰ ਤੇ ਕਿਰਾਏਦਾਰ ਲੱਗਦਾ ਜੀ। ਉਹ ਕਹਿੰਦਾ ਜੀ ਨਹੀਂ, ਮੈਂ ਮਾਲਕ ਹਾਂ, ਮੈਂ ਰਾਜਾ ਹਾਂ ਜੀ। ਕਹਿੰਦਾ ਪਰ ਮੈਂ 20 ਸਾਲ ਪਹਿਲਾਂ ਆਇਆ ਸੀ ਤੇ ਉਦੋਂ ਮਾਲਕ ਕੋਈ ਹੋਰ ਸੀ ਜੀ। ਉਹ ਸੰਤਾਂ ਵਾਲੀ ਗੱਲ ਹੈ, ਉਹਦਾ ਇੱਕ ਲੁਕਮਾ ਭਾਵ ਹੈ। ਉਹ ਕਹਿੰਦਾ ਨਹੀਂ, 20 ਸਾਲ ਪਹਿਲਾਂ ਮੇਰੇ ਫਾਦਰ ਸੀਗੇ, ਉਹ ਮਾਲਕ ਸੀ ਜੀ, ਤੇ ਉਹਨਾਂ ਦੀ ਹੁਣ ਡੈਥ ਹੋ ਗਈ ਹੈ ਤੇ ਹੁਣ ਮੈਂ ਮਾਲਕ ਹਾਂ। ਉਹ ਕਹਿੰਦਾ ਯਾਰ ਮੈਂ ਤੇ ਇਹ ਸੁਣਿਆ ਸੀ, ਮੇਰੀ ਥਿਊਰੀ 'ਚ ਤਾਂ ਇਹ ਗੱਲ ਸੀਗੀ ਕਿ ਮਾਲਕ ਜਿਹੜਾ ਉਹ ਸਦੀਵੀ ਹੁੰਦਾ ਜੀ। ਸੋ ਇਹ ਗੱਲ ਸਾਨੂੰ ਸਮਝਣੀ ਪਵੇਗੀ, ਕਿਤੇ ਨਾ ਕਿਤੇ ਅੰਦਰ ਤੱਕ ਲੈ ਕੇ ਜਾਣੀ ਪਵੇਗੀ ਪਰਮਿੰਦਰ ਜੀ, ਕਿ ਜ਼ਮੀਨ ਦਾ ਚਾਹੇ ਕਿੱਲੇ ਦਾ ਟੁਕੜਾ ਹੈ, ਚਾਹੇ 10 ਕਿੱਲਿਆਂ ਦਾ ਟੁਕੜਾ ਹੈ, ਚਾਹੇ ਉਹ ਤੋਂ ਬੇਸ਼ਕੀਮਤੀ ਹੈ, ਪਰ ਜ਼ਿੰਦਗੀ ਨਾਲੋਂ ਜ਼ਰੂਰੀ ਚੀਜ਼ ਕੋਈ ਨਹੀਂ ਹੈ ਤੇ ਸਮੇਂ ਨਾਲੋਂ ਕੋਈ ਜ਼ਰੂਰੀ ਚੀਜ਼ ਨਹੀਂ ਜੀ। ਅਸੀਂ ਇੱਥੇ ਕੁਝ ਸਾਲਾਂ ਲਈ ਰਹਿਣ ਲਈ ਆਏ ਹਾਂ ਜੀ, ਤੇ ਐਸੇ ਲੋਕ ਨੇ, ਐਸੀਆਂ ਜਾਇਦਾਦਾਂ ਇੱਥੇ ਪਈਆਂ ਨੇ। ਕੱਲ ਸਾਡੇ ਨਾਲ ਸਾਡੇ ਬੌਸ ਗੱਲ ਕਰਦੇ ਪਏ ਸੀ, ਕੁਲਦੀਪ ਜੀ ਨਾਲ ਸਾਡੀ ਗੱਲ ਹੁੰਦੀ ਪਈ ਸੀ, ਤੇ ਕਿਸੇ ਜ਼ਿਮੀਂਦਾਰ ਦੀ ਗੱਲ ਕਰਦੇ ਸੀ ਜਿਹਦੇ ਕੋਲ ਕਦੇ 3000 ਏਕੜ ਜ਼ਮੀਨ ਸੀ ਜੀ। ਉਹਦੇ ਦੋਨੋਂ ਬੇਟੇ ਸੀ, ਉਹ ਪੜ੍ਹ ਲਿਖ ਕੇ ਚੰਗੇ ਕੰਮਾਂ ਤੇ ਚਲੇ ਗਏ, ਇੰਡਸਟਰੀਲਿਸਟ ਬਣ ਗਏ, ਹੋਰ ਕੰਮ ਕਰ ਗਏ, ਤੇ ਉਹਨਾਂ ਨੂੰ ਜ਼ਮੀਨ ਦਾ ਕੋਈ ਫਿਕਰ ਨਹੀਂ ਸੀ। ਫਿਰ ਜਦੋਂ ਉਹਨਾਂ ਨੇ ਵਾਪਸ ਆ ਕੇ ਆਪਣੀ ਜ਼ਮੀਨ ਦਾ ਕੁਝ ਦੇਖਿਆ, ਹਿਸਾਬ ਕਿਤਾਬ ਕੱਢਿਆ, ਤੇ ਕੁੱਲ ਮਿਲਾ ਕੇ ਉਹਨਾਂ ਦੇ ਫਾਦਰ ਸਾਹਿਬ ਨੇ ਬਹੁਤੀ ਜਿਹੜੀ ਸੀ ਉਹ ਲੋਕਾਂ ਨੂੰ ਡੋਨੇਟ ਕਰ ਦਿੱਤੀ ਸੀ, ਜਾਂ ਜਿਹਨੂੰ ਜ਼ਰੂਰਤ ਸੀ ਉਦਾਂ ਦੇ ਦਿੱਤੀ ਸੀ। ਤੇ ਹੁਣ ਵੀ ਉਹ ਦੇਖ ਰਿਹਾ ਸੀ ਕਿ ਸਾਡੇ ਕੋਲ ਇੱਥੇ 3-350 ਏਕੜ ਜ਼ਮੀਨ ਜਿਹੜੀ ਆ ਬਚਦੀ ਹੈ। ਫਿਰ ਜਦੋਂ ਉਹਨਾਂ ਨਾਲ ਡਿਟੇਲ 'ਚ ਗੱਲ ਹੋਈ ਤੇ ਉਹ ਕਹਿੰਦੇ ਵੀ ਸਾਨੂੰ ਇਸ ਜ਼ਮੀਨ ਨਾਲ ਕੋਈ ਬਹੁਤਾ ਲੰਬਾ ਚੌੜਾ ਲੈਣ ਦੇਣ ਨਹੀਂ ਹੈ। ਸਾਨੂੰ ਜੇ ਕੋਈ ਚੰਗਾ ਟਰਸਟ ਮਿਲੇ, ਕੋਈ ਚੰਗੀ ਐਜੂਕੇਸ਼ਨ ਇੰਸਟੀਚਿਊਟ ਮਿਲੇ, ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹ ਸਾਰੀ ਜਿਹੜੀ ਪ੍ਰਾਪਰਟੀ ਆ ਉਸ ਇੰਸਟੀਟਿਊਸ਼ਨ ਨੂੰ, ਉਸ ਟਰਸਟ ਨੂੰ ਦਾਨ ਕਰ ਦਈਏ, ਤਾਂ ਜੇ ਕੋਈ ਚੰਗੀ ਐਜੂਕੇਸ਼ਨਲ ਜਿਹੜੀ ਕੋਈ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਦੀ ਸੰਸਥਾ ਇੱਥੇ ਬਣ ਸਕੇ। ਸੋ ਕੈਸੀ ਮਨੋਦਸ਼ਾ ਹੋਵੇਗੀ ਉਸ ਭਰਾ ਦੀ ਜਿਹਨੇ ਆਪਣੇ ਹੀ ਟਰੈਕਟਰ ਨਾਲ ਆਪਣੀ ਹੀ ਭੈਣ, ਚਾਹੇ ਉਹ ਚਾਚੇ ਦੀ ਕੁੜੀ ਆ, ਚਾਹੇ ਉਹ ਤਾਏ ਦੀ ਕੁੜੀ ਆ, ਅਸੀਂ ਤੇ ਉਸ ਸਮੇਂ 'ਚ ਪੈਦਾ ਹੋਏ ਲੋਕ ਆ, ਉਸ ਦੁਨੀਆ 'ਚ ਰਹਿੰਦੇ ਹਾਂ ਜਿੱਥੇ ਸਾਰਾ ਪਿੰਡ ਦੀਆਂ ਕੁੜੀਆਂ ਨੂੰ ਅਸੀਂ ਆਪਣੀ ਸਮਝਦੇ ਹਾਂ। ਕਿਤੇ ਦੂਜੇ ਤੀਜੇ ਪਿੰਡ ਗਏ ਹੋਈਏ, ਕਿਤੇ ਦੂਸਰੇ ਜ਼ਿਲ੍ਹੇ 'ਚ ਗਏ ਹੋਈਏ, ਕੋਈ ਐਸੀ ਬੱਚੀ ਮਿਲ ਜਾਏ ਜਿਹੜੀ ਸਾਡੇ ਪਿੰਡ ਦੀ, ਉੱਥੇ ਵਿਆਹੀ ਹੋਵੇ, ਤੇ ਅਸੀਂ ਉਹਨੂੰ ਵੀ ਸਿਰ ਤੇ ਹੱਥ ਵੀ ਦਿੰਦੇ ਹਾਂ ਤੇ ਉਹਨੂੰ ਸਮਰੱਥਾ ਅਨੁਸਾਰ ਕੁਛ ਸ਼ਗਨ ਵੀ ਦਿੰਦੇ ਹਾਂ। ਤੇ ਉਹ ਕੈਸੀ ਉਹਦੀ ਮਨੋਦਸ਼ਾ ਹੋਵੇਗੀ। ਮੈਂ ਹੁਣੇ ਗੱਲ ਕਰਦਾ ਸੀ ਕਿ ਜਿਸ ਨੇ ਉਹਨੂੰ ਪੈਸੇ ਕਰਕੇ ਉਸਨੇ ਆਪਣੀ ਭੈਣ ਨੂੰ ਹੀ ਟਰੈਕਟਰ ਥੱਲੇ ਦੇ ਕੇ ਮਾਰ ਦਿੱਤਾ। ਸਾਨੂੰ ਇੱਕ ਵਾਰ ਨਹੀਂ, 2 ਵਾਰ ਨਹੀਂ, 10 ਵਾਰ ਨਹੀਂ, 100 ਵਾਰ ਇਸ ਗੱਲ ਲਈ ਸੋਚਣਾ ਪਵੇਗਾ ਕਿ ਅਸੀਂ ਕਿੱਥੇ ਰਹਿ ਰਹੇ ਹਾਂ, ਕੀ ਕਰ ਰਹੇ ਹਾਂ, ਕੀ ਸਾਡੀਆਂ ਜੀਣ ਦੀਆਂ ਜ਼ਰੂਰਤਾਂ ਨੇ, ਕੀ ਉਹ ਪੂਰੀਆਂ ਹੋ ਰਹੀਆਂ ਨੇ ਕਿ ਨਹੀਂ ਹੋ ਰਹੀਆਂ ਨੇ। ਜਿਹੋ ਜਿਹੇ ਹਾਲਾਤ ਬਣੇ ਹੋਏ ਨੇ, 4000 ਬੰਦਾ ਅੱਜ ਦੀ ਡੇਟ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਬਿਮਾਰੀ ਦੀ ਭੇਟ ਚੜ੍ਹ ਗਿਆ। ਤੇ ਸਾਡੀ ਆਪਣੀ ਫਿਲਾਸਫੀ ਸਾਨੂੰ ਦੱਸਦੀ ਹੈ ਕਿ ਆਦਮੀ ਦਾ ਹੋਣਾ ਤਦ ਤੱਕ ਹੈ ਜਦ ਤੱਕ ਸਾਹ ਆ ਰਿਹਾ ਹੈ। ਅਸੀਂ ਦੇਖਿਆ ਸੀਗਾ ਕਿ ਪਤਾ ਨਹੀਂ ਹੈ ਕਦੋਂ ਕਿਸੇ ਚੀਜ਼ ਦਾ ਅੰਤ ਹੋ ਜਾਣਾ ਹੈ, ਕਦੋਂ ਉਹਦਾ ਸਾਹ ਜਿਹੜਾ ਹੈ ਚੱਲਦਾ ਹੈ, ਕਦੋਂ ਨਹੀਂ ਚੱਲਦਾ ਹੈ। ਉਹ ਚਾਚੀ ਨੇ ਕਦੋਂ ਕਿੰਨੀ ਖੁਸ਼ੀ ਮਨਾਈ ਹੋਣੀ ਆ ਜਦੋਂ ਇਹਦਾ ਭਤੀਜੇ ਦਾ ਜਨਮ ਹੋਇਆ ਹੋਣਾ। ਉਹ ਭੈਣ ਨਾਲ ਉਹਦੇ ਕੈਸੇ ਸੰਬੰਧ ਰਹੇ ਹੋਣੇ ਆ, ਇਕੱਠੇ ਖੇਲਦੇ ਰਹੇ ਹੋਣੇ ਆ, ਕਦੇ ਰੱਖੜੀ ਵੀ ਬੰਨੀ ਹੋਣੀ ਆ, ਕਦੇ ਲੜੇ ਵੀ ਹੋਣੇ ਆ, ਕਦੇ ਸਕੂਲ ਜਾਂਦੇ ਹੋਣੇ ਇਕੱਠੇ। ਜੇ ਇਸੇ ਭੈਣ ਨੂੰ ਕਿਸੇ ਆਂਢੀ ਗੁਆਂਢੀ ਨੇ ਜਾਂ ਕਿਸੇ ਦੂਜੇ ਨਿਆਣੇ ਨੇ ਗਲੀ ਦੇ ਵਿੱਚ ਕੁਝ ਕਿਹਾ ਹੋਵੇ ਤਾਂ ਇਹਨੇ ਉਹਨਾਂ ਨੂੰ ਵੀ ਕਦੇ ਕੁੱਟਿਆ ਹੋਣਾ। ਤੇ ਹੁਣ ਉਸ ਇੱਕ ਜ਼ਮੀਨ ਦੇ ਟੁਕੜੇ ਕਰਕੇ ਉਹਨੇ ਸਾਰਾ ਕੁਝ ਕੀਤਾ। ਇਹ ਬਿਲਕੁਲ ਨਾ ਸਮਝਣ ਯੋਗ ਗੱਲ ਆ। ਸਾਨੂੰ ਖੜੌਤ ਲਿਆ ਕੇ ਆਪਣੀ ਜ਼ਮੀਨ, ਆਪਣੇ ਜ਼ਿੰਦਗੀ ਦੇ ਵਿੱਚ ਇਸ ਗੱਲ ਨੂੰ ਸੋਚਣਾ ਪਊਗਾ, ਦੁਬਾਰਾ ਵਿਚਾਰਨਾ ਪਊਗਾ ਕਿ ਜੇ ਅਸੀਂ ਇਸ ਦੌੜ ਤੋਂ ਪਿੱਛਾ ਛੁਡਾ ਲਈਏ ਤੇ ਜ਼ਿਆਦਾ ਚੰਗੇ ਰਹਾਂਗੇ ਜੀ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਤੁਸੀਂ ਇੱਕ ਗੱਲ ਨੂੰ ਪੂਰੇ ਵਿਸਥਾਰ ਨਾਲ ਦੱਸਿਆ ਕਿ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਚੀਜ਼ਾਂ ਤਾਂ ਇੱਥੇ ਰਹਿ ਜਾਣੀਆਂ ਨੇ, ਬੰਦੇ ਨੇ ਚਲੇ ਜਾਣਾ ਹੈ, ਤੇ ਅਸੀਂ ਚੀਜ਼ਾਂ ਦੇ ਪਿੱਛੇ ਐਵੇਂ ਦੌੜੀ ਜਾਂਦੇ ਹਾਂ।
ਉਹ ਚੁਟਕਲਾ ਵੀ ਸੁਣਾਉਂਦੇ ਨਾ, ਕੋਈ ਬੰਦਾ ਆਇਆ ਮੇਰੇ ਵਰਗਾ, ਕਿਸੇ ਨੇ ਪੁੱਛਿਆ, ਕਹਿੰਦਾ ਇਹ ਸੜਕ ਕਿੱਥੇ ਜਾਂਦੀ ਹੈ? ਕਹਿੰਦਾ ਜਦ ਦਾ ਮੈਂ ਦੇਖਦਾ ਸੜਕ ਕਿਤੇ ਨਹੀਂ ਜਾਂਦੀ, ਇੱਥੇ ਚੱਲ ਕੇ ਲੋਕ ਹੀ ਜਾਂਦੇ ਨੇ। ਬਿਲਕੁਲ ਸੱਚ। ਸੋ ਸਾਨੂੰ ਸੋਚਣਾ ਪਏਗਾ ਕਿ ਇਹ ਜ਼ਮੀਨ ਕਿਤੇ ਨਹੀਂ ਜਾਣੀ, ਇਹ ਜਗ੍ਹਾ ਕਿਤੇ ਨਹੀਂ ਜਾਣੀ, ਇਹ ਚੀਜ਼ਾਂ ਵੀ ਕਿਤੇ ਨਹੀਂ ਜਾਣੀਆਂ, ਇਹ ਟੁੱਟ ਜਾਣਗੀਆਂ, ਨਵੀਆਂ ਮਿਲ ਜਾਣਗੀਆਂ। ਸਾਡੇ ਤੋਂ ਪਹਿਲਾਂ ਵੀ ਇੱਥੇ ਲੋਕ ਆਈ ਗਏ ਤੇ ਜਾਈ ਗਏ, ਸਾਡੇ ਤੋਂ ਬਾਅਦ ਵਿੱਚ ਵੀ ਲੋਕਾਂ ਨੇ ਆਈ ਜਾਣਾ ਹੈ ਤੇ ਜਾਈ ਜਾਣਾ ਹੈ। ਅਸੀਂ ਸਿਰਫ ਇੱਥੇ ਕੁਝ ਸਾਲ ਬਿਤਾਉਣ ਆਏ ਹਾਂ। ਇਹ ਗੱਲ ਅਨਿਸ਼ਚਿਤਤਾ ਹੈ ਕਿ ਉਹ ਕਿੰਨੇ ਹਨ। ਜੇ ਉਹ ਨਿਸ਼ਚਿਤ ਹੁੰਦੀ ਤਾਂ ਸ਼ਾਇਦ ਅਸੀਂ ਜੀਣਾ ਵੀ ਛੱਡ ਦਿੰਦੇ। ਬਿਲਕੁਲ। ਤੇ ਗੱਲ ਫਿਰ ਤੋਂ, ਕਰੋਨਾ ਤਾਂ ਸਾਨੂੰ ਤੰਗ ਕਰ ਰਿਹਾ ਹੈ, ਉਹਦੀਆਂ ਪਾਬੰਦੀਆਂ ਵੀ ਸਾਨੂੰ ਤੰਗ ਕਰ ਰਹੀਆਂ ਨੇ, ਰੁਜ਼ਗਾਰ ਤੋਂ ਕਈ ਲੋਕ ਔਖੇ ਹੋ ਰਹੇ ਨੇ। ਉੱਥੇ ਪੁਲਿਸ ਦਾ ਵਤੀਰਾ ਜਿਹੜਾ ਹੈ ਉਹ ਆਮ ਲੋਕਾਂ ਪ੍ਰਤੀ ਬੜਾ ਹਾਸੋਹੀਣਾ ਲੱਗਦਾ ਹੈ ਕਿ ਇੱਕ ਦਾਦਾਗਿਰੀ ਟਾਈਪ ਲੱਗਦਾ ਹੈ। ਕੱਲ੍ਹ ਤਾਂ ਇੱਕ ਸੀਨ ਹੈ ਜਿਹੜਾ ਮੀਡੀਆ 'ਚ, ਪੂਰੇ ਮੀਡੀਆ 'ਚ ਫੈਲਿਆ ਕਿ ਇੱਕ SHO ਨੇ ਇੱਕ ਗਰੀਬ ਰੇਹੜੀ ਵਾਲੇ ਦੇ ਮਤਲਬ ਸਮਾਨ ਲੱਗਾ ਸੀ ਸਬਜ਼ੀ, ਠੁੱਡਾ ਮਾਰ ਕੇ ਉਹਨੂੰ ਫਿਲਮੀ ਸਟਾਈਲ ਦੇ ਵਿੱਚ ਉਡਾ ਦਿੱਤਾ ਤੇ ਬਾਅਦ ਵਿੱਚ ਭਾਵੇਂ ਉਹਦੀ ਭਰਪਾਈ ਕਿਸੇ ਹੋਰ ਨੇ ਕਰ ਦਿੱਤੀ। ਪਰ ਇਹ ਸਾਰਾ ਮਾਮਲਾ ਕਿਉਂ ਹੋਇਆ? ਦੇਖੋ, ਜੇ ਤੇ ਸਿਰਫ ਇਸ ਘਟਨਾ ਦੀ ਗੱਲ ਕਰਨੀ ਹੈ ਤੇ ਉਹ ਜਿਹੜਾ ਅਫਸਰ ਹੈ ਉਹ ਇਸ ਕੰਮ ਲਈ ਦੋਸ਼ੀ ਹੈ ਜੀ, ਕਿ ਕਿਸੇ ਨੂੰ ਵੀ ਕਿਸੇ ਦੇ ਵੀ ਚੀਜ਼ ਦਾ ਨੁਕਸਾਨ ਕਰਨ ਦਾ ਕੋਈ ਹੱਕ ਨਹੀਂ ਹੈ, ਚਾਹੇ ਉਹ ਸਬਜ਼ੀ ਹੋਵੇ, ਚਾਹੇ ਉਹ ਕੋਈ ਵੱਡੀ ਕੀਮਤੀ ਚੀਜ਼ ਹੋਵੇ ਜੀ, ਤੇ ਚਾਹੇ ਉਹ ਕੋਈ ਨਿਗੁਣੀ ਚੀਜ਼ ਹੋਵੇ। ਕਿਸੇ ਦਾ ਕੋਈ ਕਾਗਜ਼ ਵੀ ਹੋਵੇ ਤੇ ਉਹਦੇ ਪਾੜ ਕੇ ਵੀ ਦੋ ਟੁਕੜੇ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ, ਚਾਹੇ ਅਸੀਂ ਕੁਝ ਵੀ ਹਾਂ। ਤੇ ਜੇ ਤੁਸੀਂ ਇਹਨੂੰ ਬ੍ਰੌਡਰ ਐਸਪੈਕਟ 'ਚ ਦੇਖਣਾ ਹੈ, ਇਹਦੇ ਵੱਡੇ ਪੱਖ ਦੇਖਣੇ ਹਨ, ਤੇ ਫਿਰ ਉਹਦੇ ਲਈ ਤੁਸੀਂ ਫਿਰ ਮੇਰੇ ਕੋਲੋਂ ਜਿੰਨੇ ਮਰਜ਼ੀ ਵਿਚਾਰ ਤੇ ਵਿਸਥਾਰ ਲੈ ਲਓ। ਅਸੀਂ ਕਿਸ ਮੁਲਕ 'ਚ ਰਹਿ ਰਹੇ ਹਾਂ, ਕਿਹੋ ਜਿਹੀਆਂ ਪ੍ਰਸਥਿਤੀਆਂ ਸਾਡੇ ਸਾਹਮਣੇ ਹਨ, ਕੀ ਸਾਡੇ ਆਲੇ ਦੁਆਲੇ ਹੋ ਰਿਹਾ ਹੈ, ਕੀ ਸਾਡਾ ਪ੍ਰਸ਼ਾਸਨ, ਕੀ ਸਾਡਾ ਤੰਤਰ ਜਿਹੜਾ ਆ ਉਹ ਸਾਨੂੰ ਕਿਤੇ ਵੀ ਰੇਹੜੀ ਲਾਉਣ ਦੀ ਜਿਹੜੀ ਉਹ ਆਗਿਆ ਦਿੰਦਾ ਹੈ? ਨਹੀਂ। ਜੇ ਉਹਦੇ ਕੋਲ ਉਹ ਆਪਣੀ ਰੇਹੜੀ ਲਾਉਣ ਦੀ ਜਗ੍ਹਾ ਵੀ ਜੇ ਮੰਨ ਲਈਏ ਉਹਦੇ ਕੋਲ ਹੈ, ਜੇ ਉਹਨੇ ਕਿਰਾਏ ਤੇ ਲਈ ਹੋਈ ਹੈ, ਕੀ ਉਹਨੂੰ ਉਹਦੀ ਘੜੀ ਟਾਈਮ ਨਹੀਂ ਦੱਸਦੀ ਕਿ ਉਹਨੇ ਕਿੰਨੇ ਵਜੇ ਉਹ ਬੰਦ ਕਰਨੀ ਹੈ ਤੇ ਕੀ ਨਹੀਂ ਹੈ ਜੀ? ਕੀ ਦੂਸਰੀ ਗੱਲ, ਅੱਜ ਸਾਨੂੰ ਲੱਗਦਾ ਹੈ ਕਿ ਉਹ ਪੁਲਿਸ ਮੁਲਾਜ਼ਮ ਜਿਹੜਾ ਹੈ ਉਹ ਖਲਨਾਇਕ ਬਣ ਗਿਆ ਜੀ, ਕਿਉਂਕਿ ਉਹਨੇ ਠੁੱਡਾ ਮਾਰ ਕੇ ਉਹਦੀ 10 ਕਿਲੋ 20 ਕਿਲੋ ਸਬਜ਼ੀ ਖਿਲਾਰਤੀ। ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਇਸ ਗੱਲ ਨੂੰ ਬਿਲਕੁਲ ਜਾਇਜ਼ ਨਹੀਂ ਠਹਿਰਾਉਂਦੇ, ਇਹ ਗੱਲ ਗਲਤ ਹੈ ਜੀ। ਪਰ ਉਸ ਬੰਦੇ ਦੀ ਮਾਨਸਿਕ ਸਥਿਤੀ ਕੀ ਹੈ? ਉਹ ਸਵੇਰੇ ਵਰਦੀ ਪਾ ਕੇ ਆਫਿਸ ਪਹੁੰਚ ਜਾਂਦਾ ਹੈ, 10-20 ਤਰ੍ਹਾਂ ਦੇ ਉਹਦੇ ਤੇ ਪ੍ਰੈਸ਼ਰ ਹੁੰਦੇ ਹਨ, ਤੇ ਕਿੰਨੀਆਂ ਸਾਰੀਆਂ ਘਟਨਾਵਾਂ ਨਾਲ ਉਹਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ 2-4 ਹੋਣਾ ਪੈਂਦਾ ਹੈ। ਜੇ ਉਹ ਕਿਤੇ ਠੀਕ ਨੂੰ ਠੀਕ ਕਹਿੰਦਾ ਹੈ ਤੇ 10-20 ਮੋਤਬਾਰ ਉਹਦੇ ਕੋਲ ਇਕੱਠੇ ਹੋ ਕੇ ਆ ਜਾਂਦੇ ਹਨ ਕਿ SHO ਸਾਹਿਬ ਇੱਦਾਂ ਨਾ ਕਰੋ, SHO ਸਾਹਿਬ ਇੱਦਾਂ ਨਾ ਕਰੋ। ਜੇ ਉਹ ਉਹਨਾਂ ਦੀ ਗੱਲ ਮੰਨ ਲਵੇ ਤੇ ਫਿਰ ਠੀਕ ਹੈ, ਜੇ ਉਹ ਨਾ ਮੰਨੇ ਤੇ ਫਿਰ ਕਿਸੇ ਨਾ ਕਿਸੇ ਵੱਡੇ ਆਕਾ ਦਾ ਫੋਨ ਆ ਜਾਂਦਾ ਹੈ, ਭਾਵੇਂ ਉਹ ਵਿਧਾਇਕ ਹੋਵੇ, ਭਾਵੇਂ ਉਹ ਮੰਤਰੀ ਹੋਵੇ, ਜਾਂ ਹੋ ਸਕਦਾ ਉਹਦਾ ਹੀ ਕੋਈ ਵੱਡਾ ਅਫਸਰ ਹੋਵੇ। ਪਰਮਿੰਦਰ ਜੀ, ਗੱਲ ਇਹ ਹੈ ਕਿ ਇੱਕ ਘਟਨਾ, ਜਿੱਦਾਂ ਮੈਂ ਪਹਿਲਾਂ ਇਸ ਗੱਲ ਦੇ ਸਵਾਲ ਦੇ ਸ਼ੁਰੂ ਵਿੱਚ ਦੱਸਿਆ ਕਿ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ, ਇਸ ਗੱਲ ਤੇ ਬਹੁਤ ਚੀਜ਼ਾਂ ਮੁਨਸਰ ਕਰਦੀਆਂ ਨੇ। ਦੂਸਰੀ ਗੱਲ ਜਿਹੜੀ ਤੁਸੀਂ ਚੰਗੀ ਗੱਲ ਦੱਸੀ, ਮਾਨਵਤਾ ਦਾ ਪਹਿਲੂ, ਕਿ ਉਸ ਆਫਿਸਰ ਨੇ ਉਹਦਾ ਸਮਾਨ ਖਿਲਾਰ ਦਿੱਤਾ ਸੀ ਤੇ ਜ਼ਿਲ੍ਹਾ ਮੁਖੀ ਜਦੋਂ ਉੱਥੇ ਆਏ ਤੇ ਉਹਨਾਂ ਨੇ ਉਸ ਰੇਹੜੀ ਵਾਲੇ ਦਾ ਮੁਆਵਜ਼ਾ ਵੀ ਦਿੱਤਾ ਤੇ ਉਹਨੂੰ ਹੌਸਲਾ ਵੀ ਦਿੱਤਾ, ਤੇ ਉਸ ਆਫਿਸਰ ਨੂੰ ਮੌਕੇ ਤੇ ਸਸਪੈਂਡ ਵੀ ਕਰ ਦਿੱਤਾ ਗਿਆ, ਉਹਨੂੰ ਆਪਣੇ ਉਹਦੇ ਜੋ ਉਹਨੇ ਗਲਤ ਕੀਤਾ ਸੀਗਾ। ਇਹਦੇ ਪੱਖ ਦੇ ਵਿੱਚ ਇੱਕ ਗੱਲ ਜਿਹੜੀ ਜਾਂਦੀ ਆ ਉਹ ਇਹ ਵੀ ਆ ਕਿ ਸੋਸ਼ਲ ਮੀਡੀਆ ਜਾਂ ਜਿਹੜੇ ਸਾਡੇ ਕੋਲ ਹੁਣ ਸਮਾਰਟਫੋਨ ਨੇ ਜਾਂ ਕੈਮਰੇ ਨੇ, ਇਹ ਸਾਰੀਆਂ ਚੀਜ਼ਾਂ ਨੂੰ ਸਾਡੇ ਸਾਹਮਣੇ ਲੈ ਆਉਂਦੇ ਨੇ। ਅਸੀਂ ਸ਼ਾਇਦ ਪਿਛਲੇ ਪ੍ਰੋਗਰਾਮ ਦੇ ਵਿੱਚ ਹੀ ਪੁਲਿਸ ਦੇ ਵਰਤਾਰੇ ਦੀ ਤੇ ਪੁਲਿਸ ਨਾਲ ਹੋ ਰਹੀਆਂ ਜ਼ਿਆਦਤੀਆਂ ਦੀ ਗੱਲ ਕੀਤੀ ਸੀ ਕਿ ਪੁਲਿਸ ਕਿਤੇ ਬੰਦ ਕਰਾਉਣ ਗਈ ਤੇ ਉਹਨਾਂ ਦਾ ਕਮਰਾ ਬੰਦ ਕਰ ਦਿੱਤਾ ਗਿਆ। ਸੋ ਮੈਂ ਅਗੇਨ, ਨਾ ਤੇ ਅਸੀਂ ਪੁਲਿਸ ਦੀ ਕਿਸੇ ਉਹਦੇ ਵਿੱਚ ਹੱਕ 'ਚ ਹਾਂ ਤੇ ਨਾ ਅਸੀਂ ਉਹਨਾਂ ਆਮ ਲੋਕਾਂ ਦੇ ਹੱਕ 'ਚ ਹਾਂ, ਪਰ ਦੋਨਾਂ ਧਿਰਾਂ ਨੂੰ ਹੀ ਇਸ ਮਹਾਮਾਰੀ ਦੇ ਦੌਰਾਨ ਵੀ ਤੇ ਮਹਾਮਾਰੀ ਤੋਂ ਬਿਨਾਂ ਵੀ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਪ੍ਰੈਸ਼ਰਸ ਦਾ, ਬਹੁਤ ਸਾਰੀਆਂ ਹੋਰ ਸਥਿਤੀਆਂ ਪ੍ਰਸਥਿਤੀਆਂ ਦਾ, ਜਿਹੜੀਆਂ ਕੁਝ ਤਾਂ ਸਾਡੇ ਸਾਹਮਣੇ ਦਿਖਦੀਆਂ ਹਨ, ਕੁਝ ਅਛੁਪਲੀਆਂ ਹਨ, ਕੁਝ ਲੁਕਵੀਆਂ ਹਨ, ਜਿਨ੍ਹਾਂ ਕਰਕੇ ਅਸੀਂ ਕਈ ਵਾਰ ਇਹੋ ਜਿਹੇ ਕੰਮ ਕਰਦੇ ਹਾਂ ਜਿਹੜੇ ਸਾਨੂੰ ਨਹੀਂ ਕਰਨੇ ਚਾਹੀਦੇ, ਪਰ ਉਹ ਕੰਮ ਕਰਨ ਲਈ ਵੀ ਸਾਨੂੰ ਉਹ ਜਿਹੜੀਆਂ ਸਥਿਤੀਆਂ ਉਧਰ ਨੂੰ ਧੱਕਦੀਆਂ ਹਨ। ਕੁੱਲ ਮਿਲਾ ਕੇ ਮੂਲ ਰੂਪ 'ਚ ਕੋਈ ਵੀ ਇਨਸਾਨ ਜਿਹੜਾ ਹੈ ਉਹ ਬੁਰਾ ਨਹੀਂ ਹੁੰਦਾ, ਹਾਲਾਤਾਂ ਦੇ ਉੱਤੇ ਬਹੁਤ ਸਾਰੀ ਚੀਜ਼ਾਂ ਮੁਨਸਰ ਕਰਦੀਆਂ। ਅੰਮ੍ਰਿਤ ਜੀ, ਵਿਚਾਰਾਂ ਤੇ ਚਰਚਾ ਜਾਰੀ ਰੱਖਾਂਗੇ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਅੰਮ੍ਰਿਤਪਾਲ ਸ਼ਰਮਾ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰ ਰਹੇ ਸੀ ਇਨਸਾਨੀਅਤ ਦੀ, ਪੁਲਿਸ ਦੀ, ਘਟਨਾਵਾਂ ਦੀ, ਹਿੰਸਾ ਦੀ, ਤੇ ਹਿੰਸਾ ਤਾਂ ਬੰਗਾਲ ਵਿੱਚ ਵੀ ਬੜੀ ਹੋ ਰਹੀ ਹੈ ਜੀ, ਤੇ ਉੱਥੇ ਠੱਲ ਪਾਉਣ ਲਈ ਕੌਣ-ਕੌਣ ਤਿਆਰੀ ਕਰ ਰਿਹਾ ਹੈ? ਜੀ, ਬੰਗਾਲ ਦੀ ਹਿੰਸਾ ਦੀ BJP ਨੂੰ ਬਹੁਤ ਫਿਕਰ ਹੈ, ਖਾਸ ਕਰਕੇ ਸਾਡੀ ਕੇਂਦਰ ਦੀ ਜਿਹੜੀ ਕੈਬਨਿਟ ਆ, ਸਾਰੀ ਲੀਡਰਸ਼ਿਪ ਆ BJP ਦੀ, ਉਹਨੂੰ ਬਹੁਤ ਜ਼ਿਆਦਾ ਫਿਕਰ ਲੱਗੀ ਹੋਈ ਆ ਜੀ। ਇਹ ਵੀ ਪਰਮਿੰਦਰ ਜੀ ਤੁਹਾਡੇ ਤੇ ਆ ਕੇ ਕਈ ਵਾਰੀ ਉਹ ਇੱਕ ਮੈਨੂੰ ਫਿਰ ਗੱਲ ਯਾਦ ਆਉਣੀ, ਤੁਸੀਂ ਕਹਿਣਾ ਅੱਜ ਫਿਰ ਪ੍ਰਵਚਨ ਦਾ ਹੀ ਐਪੀਸੋਡ ਹੈ। ਦਲੀਪ ਕੌਰ ਟਿਵਾਣਾ ਸਾਡੇ ਬਹੁਤ ਵੱਡੇ ਲੇਖਕਾ ਹੋਏ, ਉਹਨਾਂ ਨੇ ਇੱਕ ਗੱਲ ਕਹੀ ਆ ਕਿ ਬੰਦੇ ਦੇ ਕੋਲ ਮਜਬੂਰੀ ਨਾਂ ਦੀ ਕੋਈ ਸ਼ੈ ਨਹੀਂ ਆ, ਮਨਮਰਜ਼ੀ ਹੁੰਦੀ ਹੈ ਜੀ। ਹਰ ਵੇਲੇ ਤੁਸੀਂ ਆਪਣੇ ਮਸਤਕ ਨਾਲ, ਤੁਸੀਂ ਆਪਣੀ ਚੋਣ ਦੇ ਨਾਲ 2 ਚੋਂ 1 ਚੀਜ਼ ਚੁਣਨੀ ਹੁੰਦੀ ਹੈ ਕਿ ਤੁਸੀਂ ਕਿੱਧਰ ਜਾਣਾ ਹੈ। ਉਹਦੇ ਪਿੱਛੇ ਪ੍ਰਸਥਿਤੀਆਂ ਤੁਹਾਨੂੰ ਧਕੇਲਦੀਆਂ ਹਨ, ਤੁਹਾਡੇ ਨਾਲ
ਜੋ ਕਹਾਣੀਆਂ ਪਿੱਛੇ ਬਣਦੀਆਂ ਹਨ। ਹੁਣ ਦੇਖੋ ਹਿੰਸਾ ਜਿਹੜੀ ਆ ਬੰਗਾਲ ਦੇ ਵਿੱਚ ਇਲੈਕਸ਼ਨਸ ਦੇ ਟਾਈਮ ਤੇ ਹੋਈ ਜੀ, ਇਲੈਕਸ਼ਨ ਤੋਂ ਬਾਅਦ ਵੀ ਹੋਈ, ਇਲੈਕਸ਼ਨ ਤੋਂ ਪਹਿਲਾਂ ਵੀ ਹੋਈ, ਬਾਅਦ ਵਿੱਚ ਹੋਈ ਹੈ। ਤੇ ਕੁਝ ਸੂਤਰਾਂ ਦਾ ਇਹ ਕਹਿਣਾ ਹੈ ਕਿ ਉੱਥੇ ਜਿਹੜੀ ਹਿੰਸਾ ਆ ਉਹ ਬੀਜੇਪੀ ਦੇ ਦੋ ਧੜਿਆਂ 'ਚ ਹੋਈ ਹੈ। ਜੀ, ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕਰਦੇ ਸੀ ਅਸੀਂ ਕਿ ਬਾਹਰ ਤੋਂ ਆਏ ਸੀ ਬਹੁਤ ਸਾਰੇ ਲੋਕ, ਅਲੱਗ-ਅਲੱਗ ਪਾਰਟੀਆਂ ਤੋਂ, ਉਹਨਾਂ ਨੂੰ ਟਿਕਟ ਦਿੱਤੀਆਂ ਗਈਆਂ ਤੇ ਜਿਹੜੇ ਲੋਕਲ ਵਰਕਰ ਸੀ ਉਹ ਨਾਰਾਜ਼ ਸੀ। ਤੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ TMC ਦੇ ਵਰਕਰਸ ਨੇ ਬੀਜੇਪੀ ਦਾ ਨੁਕਸਾਨ ਕੀਤਾ। ਜੀ, ਅਸੀਂ ਉੱਥੇ ਨਹੀਂ ਸੀ, ਨਾ ਅਸੀਂ ਇਸ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਦੇ ਹਾਂ, ਅਸੀਂ ਦੋਨੋਂ ਹੀ ਗੱਲਾਂ ਦਰਸ਼ਕਾਂ ਦੇ ਸਾਹਮਣੇ ਰੱਖ ਦਿੰਦੇ ਹਾਂ। ਹੋ ਸਕਦਾ ਹੈ ਕਿ TMC ਦੇ ਵਰਕਰਸ ਨੇ ਵੀ ਕੀਤਾ ਹੋਵੇ, ਹੋ ਸਕਦਾ ਹੈ ਕੁਝ ਲੋਕਾਂ ਦੀ ਆਪਸ 'ਚ ਵੀ ਲੜਾਈ ਹੋਈ ਹੋਵੇ। ਜੀ, ਕੁਝ ਘਟਨਾਵਾਂ ਉੱਥੇ ਔਰਤਾਂ ਨਾਲ ਛੇੜਛਾੜ ਤੇ ਬਲਾਤਕਾਰ ਦੀਆਂ ਤੇ ਕਤਲ ਦੀਆਂ ਵੀ ਸਾਹਮਣੇ ਆਈਆਂ ਹਨ। ਜੀ, 8 9 10 ਲੋਕਾਂ ਦੇ ਮਰਨ ਦੀ ਗੱਲ ਹੋਈ ਹੈ। ਜੀ, ਜਦੋਂ ਮੁੱਖ ਮੰਤਰੀ ਸਾਹਿਬ ਨੂੰ ਮੈਡਮ ਨੂੰ ਤੀਸਰੀ ਵਾਰ ਸਹੁੰ ਚੁਕਾਈ ਤੇ ਉੱਥੇ ਦੇ ਜਿਹੜੇ ਗਵਰਨਰ ਸਾਹਿਬ ਧਨਖੜ ਨੇ ਉਹਨਾਂ ਨੂੰ ਇਹ ਸਲਾਹ ਦਿੱਤੀ ਕਿ ਜਿਹੜੀ ਹਿੰਸਾ ਆ ਇਹ ਬਹੁਤ ਹੈ ਤੇ ਇਹਦੇ ਤੇ ਕਾਬੂ ਕਰਨ ਦੀ ਕੋਸ਼ਿਸ਼ ਕਰੋ। ਜੀ, ਜਦ ਕਿ ਮਮਤਾ ਬੈਨਰਜੀ ਸਹੁੰ ਚੱਕਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ 'ਚ ਕਹਿ ਚੁੱਕੇ ਸੀਗੇ ਕਿ ਦੋ ਹੀ ਮੇਰੇ ਕੋਲ ਪ੍ਰਾਥਮਿਕਤਾਵਾਂ ਨੇ, ਸਟੇਟ ਮੇਰੇ ਕੋਲ ਆ ਗਈ ਹੈ। ਉਹਨਾਂ ਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਕਿ ਹਿੰਸਾ ਕਿਉਂ ਹੋਈ ਆ, ਉਹ ਕਹਿੰਦੇ ਜੀ ਹਿੰਸਾ ਮੇਰੇ ਟਾਈਮ ਤੇ ਨਹੀਂ ਹੋਈ, ਹਿੰਸਾ ਹੋਈ ਆ ਚੋਣ ਕਮਿਸ਼ਨ ਦੇ ਟਾਈਮ ਤੇ। ਜੀ, ਸੋ ਸਿੱਧਾ ਉਹਨਾਂ ਨੇ ਜ਼ਿੰਮੇਵਾਰ ਠਹਿਰਾਇਆ ਇਸ ਹਿੰਸਾ ਦਾ ਰਾਜਨੀਤੀਕਰਨ ਕੀਤਾ ਉਹਨਾਂ ਨੇ ਤੇ ਬੀਜੇਪੀ ਸਰਕਾਰ ਦੇ ਉੱਤੇ ਦੋਸ਼ ਮੜਦਾ ਕਿ ਕਿਉਂਕਿ ਸੈਂਟਰ ਦੀ ਸਰਕਾਰ ਇੱਥੇ ਚੋਣ ਕਮਿਸ਼ਨ ਦੇ ਨਾਲ ਸਾਰਾ ਕੁਝ ਮਿਲ ਕੇ ਕਰਾ ਰਹੀ ਸੀ ਤੇ ਹਿੰਸਾ ਹੋਈ ਹੈ ਇਹਨਾਂ ਦੇ ਟਾਈਮ 'ਚ। ਹੁਣ ਮੈਂ ਸਹੁੰ ਚੱਕ ਲਈ ਹੈ, ਮੈਂ ਮੁੱਖ ਮੰਤਰੀ ਬਣ ਗਈ ਹਾਂ ਤੇ ਮੇਰੀ ਪ੍ਰਾਥਮਿਕਤਾ ਰਹੇਗੀ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਹਿੰਸਾ ਆ ਉਹ ਨਾ ਹੋਵੇ। ਨਾਲ ਦੀ ਨਾਲ ਉਹਨਾਂ ਨੇ ਦੂਜੀ ਇੰਪੋਰਟੈਂਟ ਗੱਲ ਇਹ ਕੀਤੀ ਸੀ ਕਿ ਕਰੋਨਾ ਦਾ ਜਿਹੜਾ ਪ੍ਰਕੋਪ ਆ ਉਹ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ। ਇਸ ਤੋਂ ਪਹਿਲਾਂ ਕਿ ਮੈਂ ਕੋਈ ਹੋਰ ਕੰਮ ਕਰਾਂ, ਹਿੰਸਾ ਨੂੰ ਠੀਕ ਕਰਨਾ ਤੇ ਕਰੋਨਾ ਦੇ ਨਾਲ ਨਜਿੱਠਣਾ ਤੇ ਬੰਗਾਲ ਨੂੰ ਕਰੋਨਾ ਤੋਂ ਬਚਾਉਣਾ, ਮੁਕਤ ਕਰਨਾ, ਉਹਦੇ ਲਈ ਜੋ ਕੁਝ ਵੀ ਮੈਂ ਕਰ ਸਕਦੀ ਹਾਂ ਮੈਂ ਸਾਰਾ ਕੁਝ ਉਹ ਕਰਾਂਗੀ। ਉਹਨਾਂ ਨੇ ਦੋ ਫੈਸਲੇ ਦੱਸੇ, ਦੋ ਪੱਖ ਦੱਸੇ ਜੋ ਉਹਨਾਂ ਨੂੰ ਸਵਾਲ ਪੁੱਛੇ ਗਏ ਸਹੁੰ ਚੱਕਣ ਤੋਂ ਪਹਿਲਾਂ। ਤੇ ਸਹੁੰ ਚੁੱਕਦਿਆਂ ਜਾਂ ਉਸ ਤੋਂ ਪਹਿਲਾਂ ਜਾਂ ਉਹਦੇ ਨਾਲ ਦੀ ਨਾਲ ਧਨਖੜ ਸਾਹਿਬ ਜਿਹੜੇ ਗਵਰਨਰ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਇੱਥੇ ਜਿਹੜੀ ਹਿੰਸਾ ਆ ਉਹਦਾ ਖਿਆਲ ਕੀਤਾ ਜਾਵੇ। ਕਿਉਂ ਜੋ ਗਵਰਨਰ ਸਾਹਿਬ ਵੀ ਬੀਜੇਪੀ ਦੇ ਥਾਪੇ ਹੋਏ ਨੇ, ਉਹਨਾਂ ਨੂੰ ਉਸ ਹਿੰਸਾ ਦੀ ਤੇ ਨਜ਼ਰ ਆ ਗਈ ਤੇ ਉਹ ਜੋ ਉਹਨਾਂ ਨੇ ਚੋਣ ਕਮਿਸ਼ਨ ਨੇ ਉੱਥੇ ਜੋ ਕੁਝ ਕੀਤਾ, ਜੋ ਕੁਝ ਉੱਥੇ ਬਾਹਰਲੇ ਲੀਡਰ ਆ ਕੇ ਕਰਦੇ ਰਹੇ ਤੇ ਕੋਵਿਡ ਦੇ ਦੌਰਾਨ ਜੋ ਕੁਝ ਹੋ ਰਿਹਾ ਉਹ ਗਵਰਨਰ ਸਾਹਿਬ ਨੇ ਉਸ ਚੀਜ਼ ਨੂੰ ਜ਼ਰੂਰੀ ਨਹੀਂ ਸਮਝਿਆ। ਅਗੇਨ ਅਸੀਂ ਆਪਣੇ ਉਸ ਗੱਲ ਤੇ ਆ ਜਾਈਏ ਜਿਹੜੇ ਅਸੀਂ ਅੱਜ ਦੇ ਵਿਚਾਰ ਰੱਖਿਆ ਸੀਗਾ ਕਿ ਅਸੀਂ ਕਿਹੋ ਜੀ ਮਾਨਸਿਕਤਾ ਲੈ ਕੇ ਰਾਜਨੀਤੀ ਵਿੱਚ ਆਉਂਦੇ ਹਾਂ। ਜੇ ਤੁਸੀਂ ਸਟੇਟ ਦੇ ਗਵਰਨਰ ਹੋ ਤਾਂ ਸਟੇਟ ਦੀਆਂ ਸਾਰੀਆਂ ਸਮੱਸਿਆਵਾਂ ਦੀ ਗੱਲ ਕਰੋ। ਤੁਹਾਨੂੰ ਸਿਰਫ ਉੱਥੇ 8-10 ਬੰਦੇ ਮਰਨ ਦਾ ਹੀ ਦੁੱਖ ਹੈ, ਸਾਨੂੰ ਬਹੁਤ ਜ਼ਿਆਦਾ ਦੁੱਖ ਹੈ। ਮੈਂ ਆਪ ਕਹਿੰਦਾ ਹਾਂ ਕਿ ਹਿੰਸਾ ਦਾ ਸਾਡੇ ਸੱਭਿਅਕ ਸਮਾਜ ਵਿੱਚ ਕੋਈ ਥਾਂ ਨਹੀਂ ਹੈ, ਬਿਲਕੁਲ ਨਹੀਂ ਹੋਣੀ ਚਾਹੀਦੀ। ਪਰ ਫਿਰ ਵੀ ਮਨੁੱਖੀ ਮਨ ਕਿਤੇ ਨਾ ਕਿਤੇ ਤੁਲਨਾ ਤਾਂ ਕਰਦਾ ਹੈ। 8 ਬੰਦੇ ਜਾਂ 10 ਬੰਦੇ ਤੁਹਾਡੇ ਮਰੇ ਨੇ, ਅਸੀਂ ਮੰਨ ਲਿਆ ਕਿ ਬੀਜੇਪੀ ਦੇ ਵਰਕਰਾਂ ਨੂੰ TMC ਦੇ ਵਰਕਰਾਂ ਨੇ ਹੀ ਮਾਰਿਆ ਹੈ, ਬਹੁਤ ਮਾੜੀ ਗੱਲ ਹੈ, ਨਹੀਂ ਹੋਣਾ ਚਾਹੀਦਾ। ਇੱਦਾਂ ਫੜ ਕੇ ਸਜ਼ਾ ਦੇਣੀ ਚਾਹੀਦੀ ਹੈ, ਤੁਰੰਤ ਦੇ ਦੇਣੀ ਚਾਹੀਦੀ ਹੈ। ਤੇ ਜਿਹੜੇ ਬੀਜੇਪੀ ਦੇ ਵੱਡੇ ਲੀਡਰ ਸੀ ਅਸਾਮ ਤੋਂ, ਉਹਨਾਂ ਨੇ ਵੀ ਕੱਲ ਇੱਕ ਬਿਆਨ ਦਿੱਤਾ, ਹੇਮੰਤ ਬਿਸਵਾਸ ਸ਼ਰਮਾ ਜੀ ਨੇ ਵੀ, ਕਿ ਬਹੁਤ ਸਾਰੇ ਬੰਗਾਲੀ ਫੈਮਲੀਜ਼, ਬੰਗਾਲ ਦੇ ਲੋਕ ਪਰਿਵਾਰਾਂ ਸਮੇਤ ਬੰਗਾਲ ਛੱਡ ਕੇ ਅਸਾਮ ਆ ਗਏ। ਉਹ ਯਾਰ ਇੰਨੀ ਹਫੜਾ ਦਫੜੀ ਮਚ ਗਈ ਆ। ਤੁਸੀਂ ਉੱਥੇ ਕਿਸ ਆਧਾਰ ਨਾਲ ਇਹ ਗੱਲ ਕਹਿ ਰਹੇ ਹੋ? ਤੁਸੀਂ ਆਪਣੇ ਸਟੇਟ ਦੇ ਵਿੱਚ ਸਰਕਾਰ ਬਣਾਈ ਹੈ, ਤੁਸੀਂ ਚੋਣ ਜਿੱਤੀ ਹੈ, ਅਸਾਮ 'ਚ ਕੋਈ ਹਿੰਸਾ ਨਹੀਂ ਹੋਈ। ਅਸਾਮ ਦੇ ਵਿੱਚ ਤਾਂ ਤੁਹਾਡੀਆਂ ਜਿਹੜੀਆਂ ਮਸ਼ੀਨਾਂ ਹੀ ਦੂਜਿਆਂ ਦੀ, ਕੋਈ ਕਿਸੇ ਦੀ ਗੱਡੀ 'ਚ ਘੁੰਮਦੀ ਸੀ ਤੇ ਕੋਈ ਕਿਸੇ ਦੀ ਗੱਡੀ 'ਚ ਘੁੰਮਦੀ ਸੀ। ਸੋ ਰਾਜਨੀਤੀ ਜਿਹੜੀ ਆ, ਤੁਸੀਂ ਰਾਜਨੀਤੀ ਕਰੋ ਪਰ ਜਿਹੜੇ ਮੁੱਦੇ ਆ ਉਹਨਾਂ ਦਾ ਵੀ ਧਿਆਨ ਰੱਖੋ। ਤੇ ਸਰਕਾਰ ਬਣੀ ਹੈ, ਹਿੰਸਾ ਨਹੀਂ ਹੋਣੀ ਚਾਹੀਦੀ, ਇਹ ਗੱਲ ਬਿਲਕੁਲ ਠੀਕ ਹੈ। ਤੇ ਨੱਡਾ ਸਾਹਿਬ ਉੱਥੇ ਗਏ ਨੇ, ਉਹਨਾਂ ਨੇ ਵੀ ਉੱਥੇ ਬਿਆਨ ਦਿੱਤਾ ਹੈ ਕਿ ਮੈਂ ਇਹਨਾਂ ਆਪਣੇ ਲੋਕਾਂ ਨੂੰ ਬਹੁਤ ਤਰੀਕੇ ਨਾਲ ਬਚਾਵਾਂਗਾ, ਅਸੀਂ ਆਪਣੇ ਵਰਕਰਾਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ। ਤੁਸੀਂ ਪਾਰਟੀ ਦੇ ਪ੍ਰਧਾਨ ਹੋ, ਤੁਸੀਂ ਆਪਣੇ ਪਾਰਟੀ ਲਈ ਸੁਰੱਖਿਆ ਛਤਰੀ ਦੇਣੀ ਹੈ, ਪਰ ਤੁਸੀਂ ਜੇ ਪਹਿਲਾਂ ਤੁਹਾਨੂੰ ਲੱਗਦਾ ਸੀ ਬਚਾਉਣਾ ਸੀ ਤੇ ਪਹਿਲਾਂ ਬਚਾ ਲੈਂਦੇ, ਹਿੰਸਾ ਹੋਣ ਹੀ ਨਾ ਦਿੰਦੇ। ਚੁਣਾਵ ਕਮਿਸ਼ਨ ਤੁਹਾਡੇ ਕੋਲ ਸੀ, ਪੁਲਿਸ ਪ੍ਰਬੰਧ ਸੀ, ਸਾਰਾ ਕੁਝ ਤੁਹਾਡੇ ਕੋਲ ਹੈ। ਸੋ ਇਹ ਜਿਹੜੀ ਰਾਜਨੀਤੀ ਆ, ਇਹਦੇ ਤੋਂ ਜਿੰਨਾ ਬਚਿਆ ਜਾਵੇ ਉਨਾ ਚੰਗਾ ਹੈ। ਸਰਕਾਰਾਂ ਲੋਕਾਂ ਲਈ ਹੁੰਦੀਆਂ ਹਨ, ਲੋਕਾਂ ਦੇ ਭਲੇ ਕਰਨ ਲਈ ਹੁੰਦੀਆਂ ਹਨ, ਪਰ ਇਹਨਾਂ ਨੇ ਇੱਕ ਗੱਲ ਪੱਕੀ ਬਣਾ ਲਈ ਹੈ। ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ, ਚਾਹੇ ਬੀਜੇਪੀ ਹੋਵੇ, ਚਾਹੇ TMC ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਕੋਈ ਹੋਰ ਹੋਵੇ, ਚਾਹੇ DMK ਜਿੱਤੀ ਆ, ਚਾਹੇ AIMADMK ਜਿੱਤੀ ਆ। ਪੰਜਾਬ 'ਚ ਕਾਂਗਰਸ ਆਪਣਾ ਜ਼ੋਰ ਲਾ ਰਹੀ ਆ, ਕਸ਼ਮੀਰ 'ਚ ਹੋਰ ਨੇ, ਤਾਮਿਲ 'ਚ ਹੋਰ ਨੇ, ਆਂਧਰਾ 'ਚ ਹੋਰ ਨੇ। ਸਾਰਿਆਂ ਦਾ ਹੀ ਜਿਹੜਾ ਨੁਕਤਾ ਨਜ਼ਰ ਆ ਉਹ ਸਿਰਫ ਇਸ ਗੱਲ ਤੇ ਟਿਕਿਆ ਹੋਇਆ ਹੈ ਕਿ ਅਸੀਂ ਸਰਕਾਰ ਵਿੱਚ ਕਿਵੇਂ ਬਣੇ ਰਹਿਣਾ ਹੈ। ਬਿਲਕੁਲ ਠੀਕ। ਤੇ ਗੱਲ ਬੰਗਾਲ ਤੋਂ ਆਪਾਂ ਵਾਪਸ ਪੰਜਾਬ ਵੱਲ ਆਈਏ ਤਾਂ ਪੰਜਾਬ ਸਰਕਾਰ ਜਿਹੜੀ ਹੈ ਕਰੋਨਾ ਕਾਲ ਦੇ ਦੌਰਾਨ ਹਦਾਇਤਾਂ ਵੀ ਕਰ ਰਹੀ ਹੈ, ਕਹਿੰਦੀ ਪਈ ਹੈ ਕਿ ਭਵਿੱਖ 'ਚ ਲੋਕਡਾਊਨ ਲਈ ਤਿਆਰ ਰਹਿਣਾ, ਪਰ ਇਸ ਦਰਮਿਆਨ ਪੇ ਕਮਿਸ਼ਨ ਦੀ ਕੋਈ ਗੱਲ ਕਰ ਰਹੀ ਹੈ? ਪਰਮਿੰਦਰ ਜੀ, ਜਿਹੜੇ ਮੁਲਾਜ਼ਮ ਸਰਕਾਰ ਦੇ ਅਧੀਨ ਕੰਮ ਕਰਦੇ ਨੇ ਉਹਨਾਂ ਲਈ ਪੇ ਕਮਿਸ਼ਨ ਬਣਾਏ ਜਾਂਦੇ ਨੇ ਸਮੇਂ-ਸਮੇਂ ਤੇ। ਮਹਿੰਗਾਈ ਦੀ ਦਰ ਦਾ ਮੁਲਾਂਕਣ ਕਰਕੇ ਸਟੇਟ ਦੇ ਵਿੱਚ ਉਹਨਾਂ ਨੂੰ ਕਿੰਨੀ ਤਨਖਾਹ ਮਿਲ ਰਹੀ ਹੈ ਤੇ ਮਹਿੰਗਾਈ ਦੀ ਜਿਹੜੀ ਦਰ ਆ, ਕਿੰਨੇ ਕੁ ਚੀਜ਼ਾਂ ਮਹਿੰਗੀਆਂ ਹੋਈਆਂ ਨੇ, ਕਿੰਨੇ ਕੁ ਦੇ ਨਾਲ ਉਹਦਾ ਜਿਹੜਾ
ਫੈਮਿਲੀ ਦਾ ਗੁਜ਼ਾਰਾ ਚੱਲਦਾ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਭਾਲ ਕੇ ਜਿਹੜੇ ਪੇ ਕਮਿਸ਼ਨ ਆਪਣੀਆਂ ਸਿਫਾਰਿਸ਼ਾਂ ਲਾਗੂ ਕਰਦਾ ਹੈ, ਉਹਦੇ ਮੁਤਾਬਕ ਫਿਰ ਸਰਕਾਰ ਜਿਹੜੀ ਉਹ ਤਨਖਾਹ ਵਧਾਉਂਦੀ ਹੈ ਜੀ। ਤੇ ਇਹ ਪੇ ਕਮਿਸ਼ਨ ਜਿਹੜਾ ਆ ਫਰਵਰੀ 2016 ਚ ਤਦ ਦੀ ਸਰਕਾਰ ਨੇ ਬਣਾਇਆ ਸੀ ਜੀ 6ਵਾਂ ਪੇ ਕਮਿਸ਼ਨ, ਜਿਹਨੇ ਆਪਣੀਆਂ ਸਿਫਾਰਿਸ਼ਾਂ ਜਿਹੜੀਆਂ ਆ ਉਹ ਬੀਤੇ ਦਿਨੀ ਸਬਮਿਟ ਕੀਤੀਆਂ ਨੇ ਪੰਜਾਬ ਸਰਕਾਰ ਕੋਲ। 30 ਅਪ੍ਰੈਲ ਨੂੰ ਦੇਣੀਆਂ ਸੀ, 2-4 ਦਿਨ ਬਾਅਦ ਚ ਦਿੱਤੀਆਂ ਨੇ। ਉਹਦੇ ਮੁਤਾਬਕ ਉਹਨਾਂ ਨੇ ਜਿਹੜੀ ਗੱਲ ਕਹੀ ਆ, ਪਹਿਲਾਂ ਜਿਹੜੀ ਘੱਟ ਤੋਂ ਘੱਟ ਤਨਖਾਹ ਸੀ ਉਹ 6900 ਦੇ ਨੇੜੇ ਤੇੜੇ, ਕੋਈ 7000 ਰੁਪਇਆ ਸੀ, ਤੇ ਉਹਨੂੰ ਘੱਟ ਤੋਂ ਘੱਟ ਤਨਖਾਹ ਨੂੰ ਵਧਾ ਕੇ 18000 ਰੁਪਇਆ ਕਰਨ ਦੀ ਕੋਸ਼ਿਸ਼ ਜਿਹੜੀ ਸਿਫਾਰਿਸ਼ ਆ ਉਹ ਕੀਤੀ ਆ। ਮੁੱਖ ਮੰਤਰੀ ਸਾਹਿਬ ਨੇ ਉਹ ਸਾਰੀ ਰਿਪੋਰਟ ਲੈ ਲਈ ਆ, ਲੈ ਕੇ ਤੇ ਫਾਈਨਾਂਸ ਕਮਿਸ਼ਨ ਨੂੰ ਜਿਹੜਾ ਵਿੱਤ ਵਿਭਾਗ ਆ ਮਨਪ੍ਰੀਤ ਸਿੰਘ ਬਾਦਲ ਜੀ ਦੇ ਡਿਪਾਰਟਮੈਂਟ ਨੂੰ ਭੇਜ ਦਿੱਤੀ ਹੈ ਤੇ ਉਹਦੇ ਤੇ ਉਹਨੂੰ ਦੇਖਣ ਲਈ ਕਿਹਾ ਹੈ। ਤੇ ਬਹੁਤ ਸਾਰੇ ਕੁਝ ਮੁਲਾਜ਼ਮਾਂ ਨਾਲ ਸਾਡੀ ਗੱਲ ਹੋਈ, ਉਹਨਾਂ ਨੂੰ ਆਸ ਆ ਕਿ ਇਹ ਲਾਗੂ ਹੋ ਜਾਣਗੀਆਂ ਕਿਉਂਕਿ ਚੋਣ ਵਰ੍ਹਾ ਹੈ ਜੀ, ਮਹੀਨੇ ਥੋੜੇ ਰਹਿੰਦੇ ਨੇ ਤੇ ਮੁਲਾਜ਼ਮ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਮੌਜੂਦਾ ਸਰਕਾਰ ਤੋਂ ਨਾਰਾਜ਼ ਹੀ ਰਹਿੰਦੇ ਨੇ ਜੀ। ਕਿਸੇ ਵੀ ਸਰਕਾਰ ਲਈ ਇਹ ਬੜਾ ਔਖਾ ਟੀਡੀਐਸ ਜੌਬ ਹੁੰਦੀ ਆ ਕਿ ਉਹ ਸਾਰੇ ਵਰਗਾਂ ਨੂੰ ਖੁਸ਼ ਕਰੇ ਜੀ। ਹਾਲਾਂਕਿ ਅਸੀਂ ਦੇਖਿਆ ਸੀਗਾ ਕਿ ਬੀਤੇ ਦਿਨੀ ਮੁੱਖ ਮੰਤਰੀ ਸਾਹਿਬ ਨੇ ਟੀਚਰਾਂ ਦੀਆਂ ਥੋਕ 'ਚ ਬਦਲੀਆਂ ਕੀਤੀਆਂ ਸੀ ਤੇ ਹੋਰ ਵੀ ਕੁਝ ਇਹੋ ਜਿਹੇ ਲੁਭਾਵਣੇ ਵਾਅਦੇ ਦੱਸੇ ਸੀ, ਕੁਝ ਗੱਲਾਂ ਕੀਤੀਆਂ ਵੀ ਜਿਹਦੇ ਨਾਲ ਲੱਗਦਾ ਸੀਗਾ ਕਿ ਉਹ ਮੁਲਾਜ਼ਮਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਜੇ ਇਸ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਹੁੰਦੀਆਂ ਨੇ ਤੇ 2.5 ਗੁਣਾ ਜਿਹੜੀਆਂ ਤਨਖਾਹਾਂ ਉਹ ਵਧਣ ਦੇ ਅਸਾਰ ਨਜ਼ਰ ਆਉਂਦੇ ਨੇ। ਬਹੁਤ ਸਾਰੇ ਭੱਤਿਆਂ ਨੂੰ ਖਤਮ ਕਰਕੇ ਉਹਨਾਂ ਨੂੰ ਤਨਖਾਹ ਦਾ ਹਿੱਸਾ ਬਣਾਉਣ ਦੀ ਜਿਹੜੀ ਸਿਫਾਰਿਸ਼ ਕੀਤੀ ਆ। ਤੁਸੀਂ ਥੋੜਾ ਬਹੁਤ ਜਾਣਦੇ ਆ, ਅਸੀਂ ਵੀ ਇਕਨੋਮਿਕਸ ਬਾਰੇ ਬਹੁਤ ਤਾਂ ਨਹੀਂ ਜਾਣਦੇ, ਪਰ ਘਰ 'ਚ 1-2 ਬੰਦਿਆਂ ਨੂੰ ਤਨਖਾਹ ਮਿਲਦੀ ਆ। ਇੱਕ ਬੇਸਿਕ ਪੇ ਹੁੰਦੀ ਆ ਤੇ ਫਿਰ ਕੁਝ ਮਹਿੰਗਾਈ ਭੱਤਾ ਹੈ, ਟੀਏ ਹੈ, ਡੀਏ ਹੈ, ਕੁਝ ਹੋਰ ਅਲਾਊਂਸ ਨੇ ਜੁੜਦੇ ਨੇ, ਮੈਡੀਕਲ ਭੱਤਾ ਹੈ, ਰੈਂਟ, ਹਾਊਸ ਰੈਂਟ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਉਹਦੇ 'ਚ ਜੁੜਦੀਆਂ ਨੇ ਜਿਹੜੀਆਂ ਕਿ ਤਨਖਾਹ ਦਾ ਫਿਰ ਗ੍ਰੋਸ ਸੈਲਰੀ ਦਾ ਰੂਪ ਲੈਂਦੀਆਂ ਨੇ। ਉਹਦੇ ਵਿੱਚੋਂ ਕਾਫੀ ਚੀਜ਼ਾਂ ਨੂੰ ਉਹਨਾਂ ਨੇ ਤਨਖਾਹ ਦਾ ਹੀ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਜੋ ਅੱਗੇ ਤੋਂ ਜਿਹੜਾ ਵਾਧਾ ਆ ਉਹ ਥੋੜਾ ਜਿਹਾ ਘਟ ਸਕੇ। ਤੇ ਜਦੋਂ ਫਿਰ ਉਹਦੀ ਸਾਰੀ ਕੈਲਕੂਲੇਸ਼ਨ ਕਰਦੇ ਆ ਤੇ ਇਸ ਤਰ੍ਹਾਂ ਦੇ ਸਾਹਮਣੇ ਆਉਂਦੇ ਆ ਅਸਾਰ ਕਿ 20% ਤੱਕ ਜਿਹੜੀ ਤਨਖਾਹ ਆ ਉਹ ਵੱਧ ਜਾਏਗੀ, ਯਾਨੀ ਕਿ 40000 ਤੱਕ ਤਨਖਾਹ ਲੈਣ ਵਾਲਾ ਬੰਦਾ 48000 ਤੱਕ ਪਹੁੰਚ ਜਾਏਗਾ। ਤੇ ਜੇ ਇਹ ਸਾਰੀਆਂ ਸਿਫਾਰਿਸ਼ਾਂ ਲਾਗੂ ਹੁੰਦੀਆਂ ਨੇ ਤੇ ਇਹ ਅਪ੍ਰੈਲ 16 ਤੋਂ ਲਾਗੂ ਹੋਣੀਆਂ ਨੇ ਜੀ, ਮਤਲਬ ਮੌਜਾਂ ਲੱਗ ਜਾਣਗੀਆਂ ਫਿਰ ਅਪ੍ਰੈਲ 16 ਤੋਂ ਲਾਗੂ ਹੋਣਗੀਆਂ। ਪਰਮਿੰਦਰ ਜੀ ਦਾ ਮਤਲਬ ਇਹ ਆ ਕਿ ਸਰਕਾਰ 5 ਸਾਲ ਦਾ ਬਕਾਇਆ ਮੁਲਾਜ਼ਮਾਂ ਨੂੰ ਦੇਵੇਗੀ। ਤੁਸੀਂ ਕਿ 5 ਸਾਲ ਦਾ ਬਕਾਇਆ ਜੀ, ਤੇ ਸਰਕਾਰ ਕੋਲ ਇੰਨਾ ਪੈਸਾ ਹੈਗਾ ਕਿਉਂਕਿ ਖਜ਼ਾਨਾ ਤੋਂ ਪਹਿਲਾਂ ਹੀ ਕਹਿੰਦੇ ਖਾਲੀ। ਦੇਖੋ ਜੇ ਤਾਂ ਕਿਤੇ ਲੈਣਾ ਹੋਵੇ ਇਹਨਾਂ ਨੇ ਆਪਣੇ ਲਈ ਹੈਲੀਕਾਪਟਰ, ਕੋਈ ਜਹਾਜ਼ ਲੈਣਾ ਹੋਵੇ ਫੇਰ ਤੇ ਇਹਨਾਂ ਕੋਲ ਹੈਗੇ ਪੈਸੇ ਵਾਧੂ ਜੀ, ਤੇ ਜਦੋਂ ਕਿਸੇ ਲਈ ਕੁਝ ਕਰਨਾ ਹੋਵੇ ਫੇਰ ਤੇ ਥੋੜਾ ਜਿਹਾ ਮੁਸ਼ਕਲ ਹੁੰਦਾ ਹੈ। ਅਸੀਂ ਦੇਖਿਆ ਹੈ ਬੀਤੇ ਦਿਨਾਂ 'ਚ ਤੇ ਉਹਦਾ ਅੰਕੜੇ ਦੱਸਦੇ ਨੇ, ਮਾਹਰਾਂ ਨੇ ਦੱਸੇ ਨੇ ਉਹਦੇ ਕੱਢ ਕੇ ਕੈਲਕੂਲੇਸ਼ਨ ਕਿ ਜੇ ਇਹਨਾਂ ਨੂੰ ਲਾਗੂ ਕਰਦੇ ਨੇ ਤੇ 3500 ਕਰੋੜ ਦਾ ਸਾਲਾਨਾ ਜਿਹੜਾ ਬੋਝ ਆ ਉਹ ਸਰਕਾਰ ਤੇ ਪਏਗਾ ਆਪਣੇ ਮੁਲਾਜ਼ਮਾਂ ਨੂੰ ਖੁਸ਼ ਕਰਨ ਲਈ। ਜਿਹੜੀ ਤੁਸੀਂ ਗੱਲ ਦੱਸੀ ਆ ਕਿ ਉਹ ਫਿਰ ਥੋੜੇ ਬਹੁਤੇ ਵੱਟੇ ਖਾਤੇ ਪਾਉਣਗੇ, ਕੋਈ ਲਾਰਾ ਲਾਉਣਗੇ ਕਿ ਜਿਹੜਾ ਪਿਛਲਾ ਆ ਉਹ ਬਾਅਦ 'ਚ ਦੇ ਦਿਆਂਗੇ, ਹੁਣ ਤੋਂ ਲਾਗੂ ਕਰ ਦਿੰਦੇ ਆ, ਜਾਂ ਉਹਨੂੰ ਥੋੜਾ ਬਹੁਤ ਅੱਗੇ ਵੀ ਕਈ ਵਾਰ ਇਦਾਂ ਦੇ ਬੌਂਡ ਦੇ ਦਿੰਦੇ ਨੇ ਜਾਂ ਫਿਰ ਕੁਝ ਐਫਡੀ ਸਕੀਮਸ ਦੇ ਦਿੰਦੇ ਤੇ ਉਹਨਾਂ ਚੀਜ਼ਾਂ ਨੂੰ ਰੈਗੂਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਤੇ ਇੱਕ ਗੱਲ ਹੋਰ ਹੈ ਜੀ, ਚਾਹੇ ਉਹ ਕਿਸੇ ਵੀ ਵਿਭਾਗ ਦੇ ਮੁਲਾਜ਼ਮ ਨੇ ਜੀ, ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ। ਕਈ ਵਾਰ ਸਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਬਹੁਤ ਪੈਸੇ ਮਿਲਦੇ ਨੇ ਤੇ ਉਹ ਕੰਮ ਨਹੀਂ ਕਰਦੇ, ਬਟ ਵਨ ਸ਼ੁੱਡ ਬੀ ਹੈਂਡਸਮਲੀ ਪੇਡ ਸੋ ਦੈਟ ਹੀ ਕੈਨ ਡਿਲੀਵਰ ਹਿਜ਼ ਡਿਊਟੀ ਐਂਡ ਡਿਲੀਵਰ ਹਿਜ਼ ਬੈਸਟ। ਉਸ ਬੰਦੇ ਨੂੰ ਉਨੇ ਕੁ ਪੈਸੇ ਜ਼ਰੂਰ ਚੰਗੇ ਤਰੀਕੇ ਨਾਲ ਮਿਲਣੇ ਚਾਹੀਦੇ ਤਾਂ ਜੋ ਉਹਦਾ ਧਿਆਨ ਹੋਰ ਪੈਸੇ ਕਮਾਉਣ ਵੱਲ ਨਾ ਜਾਵੇ। ਉਹਨੂੰ ਇਹ ਨਾ ਲੱਗੇ ਕਿ ਯਾਰ ਮੈਨੂੰ ਮੇਰੀ ਫੈਮਿਲੀ ਦਾ ਖਰਚਾ 30000 ਹੈ ਤੇ ਤਨਖਾਹ ਮਿਲਦੀ ਆ 20000, 8 ਘੰਟੇ ਮੈਂ ਇੱਥੇ ਕੰਮ ਕਰਕੇ ਮੈਂ 4-5 ਘੰਟੇ ਕੋਈ ਹੋਰ ਕੰਮ ਕਰਾਂ, ਚਾਹੇ ਜੇ ਮੈਂ ਟੀਚਰ ਹਾਂ ਤਾਂ ਮੈਂ ਟਿਊਸ਼ਨ ਪੜ੍ਹਾਵਾਂ, ਜੇ ਮੈਂ ਕੋਈ ਸਕਿਲਡ ਵਰਕਰ ਹਾਂ ਤਾਂ ਮੈਂ ਕੋਈ ਹੋਰ ਕੰਮ ਕਰਾਂ, ਜਾਂ ਮੈਂ ਖੇਤੀ ਲੈ ਕੇ ਵਾਹੀ ਕਰਾਂ, ਜਾਂ ਮੈਂ ਕੋਈ ਟੈਕਸੀਆਂ ਪਾ ਕੇ ਡਰਾਈਵਰ ਰੱਖਾਂ। ਤੇ ਉਹਨੂੰ ਇੰਨੇ ਕੁ ਪੈਸੇ ਸਰਕਾਰ ਨੂੰ ਉਹਨੂੰ ਦੇਣੇ ਚਾਹੀਦੇ ਆ ਤਾਂ ਜੋ ਉਹਦੀ ਜਿਹੜੀ ਦਿਨਚਰਿਆ ਹੈ, ਜਿਹੜੀ ਉਹਦੀ ਰੋਜ਼ਮਰਾ ਦੀ ਜ਼ਿੰਦਗੀ ਆ ਉਹ ਸੌਖੀ ਚੱਲਦੀ ਰਹੇ। ਤੇ ਨਾਲ ਦੀ ਨਾਲ ਦੂਜੀ ਗੱਲ ਜਿਹੜੀ ਆ ਉਹ ਹੋਰ ਵੀ ਜ਼ਰੂਰੀ ਆ ਕਿ ਮੁਲਾਜ਼ਮਾਂ ਦੀ ਅਕਾਊਂਟੇਬਿਲਟੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਤੇ ਇਸ ਵੇਲੇ ਸ਼ਰਮਾ ਜੀ ਸਾਡੇ ਲਈ ਜ਼ਰੂਰੀ ਹੈ ਇਸ ਪ੍ਰੋਗਰਾਮ 'ਚ ਬ੍ਰੇਕ ਲੈਣਾ। ਬ੍ਰੇਕ ਤੋਂ ਬਾਅਦ ਵਿਚਾਰਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਸ਼ਰਮਾ ਜੀ, ਤੁਹਾਨੂੰ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਟੋਕ ਦਿੱਤਾ ਸੀ, ਤੁਸੀਂ ਅਕਾਊਂਟੇਬਿਲਟੀ ਸ਼ੁਰੂ ਕਰਨ ਲੱਗੇ ਸੀ ਤੇ ਮੈਂ ਆਪਣੀ ਅਕਾਊਂਟੇਬਿਲਟੀ ਵੱਲ ਤੁਸੀਂ ਨਹੀਂ ਟੋਕਿਆ ਜੀ, ਸਮੇਂ ਨੇ ਸਾਨੂੰ ਰੋਕ ਦਿੱਤਾ ਸੀਗਾ। ਸਮੇਂ ਦਾ ਫਿਕਰ ਕਰਨਾ ਚਾਹੀਦਾ, ਜੇ ਰਿਕਾਰਡਿੰਗ ਦੇ ਟਾਈਮਿੰਗਸ ਆ ਉਹਦਾ ਸਾਰਾ ਦੇਖਣਾ ਪੈਣਾ ਸਾਨੂੰ ਜੀ। ਅਕਾਊਂਟੇਬਿਲਟੀ ਮੈਨੂੰ ਇੱਕ ਫਿਰ ਚੁਟਕਲਾ ਯਾਦ ਆਉਂਦਾ। ਹੁਣ ਉਹ ਬਹੁਤ ਵੱਡੇ ਲੀਡਰ ਬਣੇ ਹੋਏ ਨੇ ਪੰਜਾਬ ਦੇ, ਦੂਜੀ ਵਾਰ ਦੇ MP ਨੇ ਭਗਵੰਤ ਮਾਨ ਸਾਹਿਬ। ਉਹ ਇੱਕ ਚੁਟਕਲਾ ਸੁਣਾਉਂਦੇ ਹੁੰਦੇ ਸੀ ਜਦੋਂ ਉਹ ਕਮੇਡੀਅਨ ਹੁੰਦੇ ਸੀ। ਉਹ ਕਹਿੰਦੇ ਕਿ ਇੱਕ ਸਟਾਇਰ ਆ ਸਾਡੇ ਸਿਸਟਮ 'ਚ, ਜੇ ਕਿਸੇ ਨੂੰ ਨੌਕਰੀ ਮਿਲਦੀ ਆ ਤੇ ਉਹਨੂੰ ਤੁਸੀਂ ਵਧਾਈਆਂ ਦੇਣ ਜਾਂਦੇ ਹੋ ਤੇ ਅਸੀਂ ਇਹ ਕਹਿੰਦੇ ਆ ਲੈ ਹੁਣ ਤੂੰ ਸਰਕਾਰੀ ਮੁਲਾਜ਼ਮ ਬਣ ਗਿਆ, ਹੁਣ ਤੂੰ ਸਾਰੀ ਉਮਰ ਮੌਜ ਕਰ, ਤੂੰ ਵਿਹਲਾ।
ਉਹਦੀ ਅਕਾਊਂਟੇਬਿਲਟੀ ਹੈ, ਉਹ ਵਿਹਲਾ ਨਹੀਂ ਹੈ, ਉਹਨੇ ਮौज ਨਹੀਂ ਕਰਨੀ, ਉਹਨੂੰ ਇੱਕ ਜ਼ਿੰਮੇਵਾਰੀ ਮਿਲੀ ਹੈ। ਸਰਕਾਰੀ ਤੰਤਰ ਦਾ ਉਹ ਹਿੱਸਾ ਬਣਿਆ ਹੈ। ਜੇ ਉਹ ਟੀਚਰ ਹੈ ਤੇ ਉਹਦੇ ਤੇ ਕੁਝ 25 30 40 ਬੱਚਿਆਂ ਦਾ ਭਵਿੱਖ ਹੈ, ਉਹਨੇ ਸਾਰਾ ਸਾਲ ਪੜ੍ਹਾਉਣਾ ਹੈ। ਜੇ ਉਹ ਬਿਜਲੀ ਬੋਰਡ ਦਾ ਮੁਲਾਜ਼ਮ ਹੈ ਤੇ ਉਹਨੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣੀ ਹੈ, ਉਹਦਾ ਉਹ ਹਿੱਸਾ ਹੈ। ਜੇ ਉਹ ਟਰਾਂਸਪੋਰਟ ਡਿਪਾਰਟਮੈਂਟ ਵਿੱਚ ਹੈ ਤਾਂ ਉਹਦੀ ਤੇ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈਣ ਵਾਲੇ ਸਿਸਟਮ ਦਾ, ਲੈ ਕੇ ਜਾਣ ਵਾਲੇ ਸਿਸਟਮ ਦਾ ਹਿੱਸਾ ਹੈ। ਇਸੇ ਤਰ੍ਹਾਂ ਹੀ ਜੇ ਉਹ ਮਹਿਕਮੇ ਮਾਲ ਦੇ ਵਿੱਚ ਪਟਵਾਰੀ ਵੀ ਹੈ ਜਾਂ ਕਿਸੇ ਵੀ ਪੋਸਟ ਤੇ ਕਿਸੇ ਵੀ ਸਰਕਾਰੀ ਡਿਊਟੀ ਤੇ ਜੇ ਉਹ ਆਪਣੇ ਡਿਊਟੀ ਦੇ ਮੈਨੂਅਲ ਨੂੰ ਪੜ੍ਹਦਾ ਹੈ ਤੇ ਕੋਈ ਵਿਹਲਾ ਨਹੀਂ ਹੈ, ਨਾ ਉਹ ਮौज ਕਰਨ ਦਾ ਅਧਿਕਾਰੀ ਹੈ। ਨਹੀਂ ਸ਼ਰਮਾ ਜੀ, ਇਹ ਗੱਲ ਤਾਂ ਠੀਕ ਹੈ ਟੈਕਨੀਕਲ ਤੌਰ ਤੇ, ਪਰ ਆਮ ਤੌਰ ਤੇ ਇਹ ਹੁੰਦਾ ਨਾ, ਅਧਿਆਪਕ ਕਹਿ ਲਓ ਤੇ ਉਹ ਫਰਲੋ ਮਾਰ ਜਾਂਦੇ ਆ, ਕਿਉਂਕਿ ਜਿੱਥੇ ਬੱਚੇ ਹੀ ਨਹੀਂ ਆ ਰਹੇ ਉੱਥੇ ਟੀਚਰ ਨੇ ਕੀ ਕਰਨਾ ਹੈ। ਬਿਜਲੀ ਮਹਿਕਮੇ 'ਚ ਕੋਈ ਵੱਡਾ ਅਫਸਰ ਚੈੱਕ ਕਰਨ ਨਹੀਂ ਆਉਂਦਾ ਤੇ ਉਹ ਕਹਿੰਦੇ ਚਲੋ ਕੋਈ ਨਹੀਂ, ਜਦੋਂ ਆਣਗੇ ਫੋਨ ਕਰ ਦਿਓ, ਮੈਂ ਆ ਜਾਵਾਂਗਾ। ਬਾਕੀ ਹੋਰ ਵਿਭਾਗਾਂ ਦੀ ਗੱਲ ਕਰ ਲਈਏ ਤੇ ਇੰਨਾ ਕਹਿ ਦੇਣਾ ਕੋਈ ਆਫਿਸਰ ਹੈ ਫੀਲਡ 'ਚ ਗਏ ਆ ਜੀ, ਇਹ ਸਾਰਾ ਸਿਸਟਮ ਵੀ ਤਾਂ ਹੈ ਨਾ ਨਾਲੋਂ ਨਾਲ। ਬਿਲਕੁਲ। ਮੈਂ ਤੁਹਾਨੂੰ ਫਿਰ ਹੁਣ ਅੱਜ ਫਿਰ ਵਿਚਾਰ ਚਰਚਾ ਜਿਹੜੀ ਉਹ ਪ੍ਰਵਚਨਾਂ ਵਾਲੀ ਉਹ ਰੱਖ ਲੈਂਦੇ ਹਾਂ। 2 ਘਟਨਾਵਾਂ ਤੁਹਾਨੂੰ ਸੁਣਾਉਣਾ। ਮੇਰਾ ਇੱਕ ਦੋਸਤ, ਬਹੁਤ ਪੁਰਾਣੀ ਗੱਲ ਹੈ, ਉਹ ਜਾਪਾਨ ਚਲਾ ਗਿਆ ਜੀ। ਉਹ ਜਾਪਾਨ ਦੇ ਵਿੱਚ ਉਹ ਇੱਕ ਸਟੇਸ਼ਨ ਤੋਂ, ਮੰਨ ਲਈਏ ਅਸੀਂ ਜਲੰਧਰ ਤੋਂ ਜਾਂਦੇ ਸੀ ਤੇ ਲੁਧਿਆਣੇ ਤੱਕ ਉਹਨਾਂ ਨੇ ਜਾਣਾ ਹੁੰਦਾ ਸੀ। ਉਹ ਤੇ ਉਹਦੀ ਦੋਸਤ 2 ਜਣੇ ਸੀ। ਉਹ ਜਲੰਧਰ ਤੋਂ ਬੱਸ ਚੜ੍ਹਦੇ ਸੀ, ਜਾਪਾਨ ਦੀ ਗੱਲ ਫੋਰ ਐਗਜ਼ਾਮਪਲ ਸਟੇਸ਼ਨ ਨੂੰ ਸਮਝਣਾ, ਤੇ ਉਹ ਫਗਵਾੜੇ ਜਾ ਕੇ ਉਤਰਦਾ ਸੀ ਤੇ ਫਗਵਾੜਿਓਂ ਫਿਰ ਚੜ੍ਹ ਜਾਂਦਾ ਸੀ ਤੇ ਲੁਧਿਆਣੇ ਜਾ ਕੇ ਉਤਰ ਜਾਂਦਾ ਸੀ। ਇਹ ਕਿਉਂ ਭਲਾ? ਉਹਨੇ ਉਹਨੂੰ ਦੂਸਰੇ ਤੀਸਰੇ ਦਿਨ ਪੁੱਛਿਆ ਵੀ ਵਿੱਕੀ ਤੂੰ ਰੋਜ਼ ਇੱਥੇ ਫਗਵਾੜੇ ਕਿਉਂ ਉਤਰਦਾ? ਉਹ ਕਹਿੰਦਾ ਤੂੰ ਮੇਰੀ ਦੋਸਤ ਆ, ਕਿਸੇ ਨੂੰ ਦੱਸੀ ਨਾ, ਮੇਰੇ ਕੋਲ ਪੈਸੇ ਘੱਟ ਹੁੰਦੇ ਆ, ਮੈਂ ਜਲੰਧਰੋਂ ਟਿਕਟ ਨਹੀਂ ਲੈਂਦਾ ਤੇ ਫਗਵਾੜਿਓਂ ਟਿਕਟ ਲੈਣਾ। ਉਹ ਕੁੜੀ ਉਹਨੂੰ ਫੜ ਕੇ ਪੁਲਿਸ ਸਟੇਸ਼ਨ ਲੈ ਗਈ ਜਾਂ ਉਸ ਟਰਾਂਸਪੋਰਟ ਦਾ ਆਫਿਸ ਲੈ ਗਈ ਤੇ ਉਹ ਕਹਿੰਦੀ ਵੀ 4 ਦਿਨ ਇਸ ਬੰਦੇ ਨੇ, ਮੇਰਾ ਦੋਸਤ ਆ ਇੰਡੀਆ ਤੋਂ ਆਇਆ, ਇਹਨੇ 4 ਦਿਨ ਆ ਗਲਤੀ ਕੀਤੀ ਆ ਤੇ ਇਹਦਾ ਜੋ ਜੁਰਮਾਨਾ ਬਣਦਾ ਮੈਨੂੰ ਦੱਸੋ, ਮੈਂ ਇਹਨੂੰ ਪੇ ਕਰਨਾ। ਸੋ ਕਿੰਨੀ ਉਹਨਾਂ ਬੰਦਿਆਂ ਦੀ ਆਪਣੇ ਮੁਲਕ ਪ੍ਰਤੀ ਆਪਣੇ ਇਮਾਨ ਹੈ, ਕਿੰਨੇ ਉਹ ਲੋਕ ਸੰਜੀਦਾ ਨੇ ਇਸ ਗੱਲ ਲਈ ਕਿ ਮੁਲਕ ਦੇ ਸਾਧਨ ਨੇ, ਇਹਨਾਂ ਨੂੰ ਅਸੀਂ ਲੁੱਟਣਾ ਨਹੀਂ ਹੈ, ਇਹਨਾਂ ਦੇ ਨਾਲ ਅਸੀਂ ਇਮਾਨਦਾਰੀ ਨਾਲ ਪੇਸ਼ ਆਉਣਾ ਹੈ। ਜੋ ਸਾਨੂੰ ਸਰਕਾਰ ਦਿੰਦੀ ਹੈ ਉਹਦੀ ਵਰਤੋਂ ਕਰਨੀ ਹੈ ਤੇ ਉਹਦੀ ਸੰਭਾਲ ਵੀ ਕਰਨੀ ਹੈ। ਇੱਕ ਮੇਰਾ ਸਟੂਡੈਂਟ ਅਕਸਰ ਇਹ ਗੱਲ ਕਹਿੰਦਾ ਹੁੰਦਾ ਸੀ ਪਰਮਿੰਦਰ ਜੀ, ਕਿ ਮੁਲਕ ਦਾ ਬਚਾਅ ਉਦੋਂ ਹੋਣਾ ਜਦੋਂ ਅਸੀਂ ਸਰਕਾਰੀ ਚੀਜ਼ਾਂ ਨੂੰ, ਸਰਕਾਰੀ ਵਸਤੂਆਂ ਨੂੰ, ਸਰਕਾਰੀ ਦਫ਼ਤਰਾਂ ਨੂੰ ਆਪਣੇ ਸਮਝਣਾ ਸ਼ੁਰੂ ਕਰ ਦੇਣਾ। ਤੁਸੀਂ ਉਹ ਜਿਹੜੀ ਗੱਲ ਕੀਤੀ ਆ ਕਿ ਡਿਪਾਰਟਮੈਂਟ ਦੇ ਵਿੱਚ ਲੋਕ ਆਪਣੀ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਨਹੀਂ ਸਮਝਦੇ, ਇਸੇ ਕਰਕੇ ਹੀ ਤਾਂ ਸਾਰਾ ਸਿਸਟਮ ਜਿਹੜਾ ਉਹ ਖਰਾਬ ਹੋਇਆ ਜੀ। ਸੋ ਅਸੀਂ ਹੁਣ ਜ਼ਿਆਦਾ ਉਹ ਗੱਲ ਨਹੀਂ ਕਰਦੇ, ਅਸੀਂ ਵਾਪਸ ਉਸ ਗੱਲ ਤੇ ਆਉਂਦੇ ਹਾਂ ਕਿ ਪੇ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਿਸ਼ਾਂ ਲਾਗੂ ਹੋਣੀਆਂ ਚਾਹੀਦੀਆਂ, ਮੁਲਾਜ਼ਮਾਂ ਨੂੰ ਬਹੁਤ ਸੋਹਣੀਆਂ ਵਧੀਆ ਤਨਖਾਹਾਂ ਮਿਲਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਗੁਜ਼ਰ ਬਸਰ ਆ ਉਹ ਵਧੀਆ ਹੋਵੇ। ਇਸ ਦੇ ਨਾਲ ਨਾਲ ਸਰਕਾਰ ਦਾ ਧਿਆਨ ਇਸ ਗੱਲ ਤੇ ਵੀ ਹੋਣਾ ਚਾਹੀਦਾ ਕਿ ਮਹਿੰਗਾਈ ਜਿਹੜੀ ਆ ਉਹਦੇ ਵਾਧੇ ਨੂੰ ਰੋਕਿਆ ਜਾਵੇ। ਜਿਹੜਾ ਇੰਬੈਲੈਂਸ ਹੈ ਸਿਸਟਮ ਦੇ ਵਿੱਚ ਕਿ ਅਮੀਰ ਹੋ ਰਿਹਾ, ਗਰੀਬ ਹੋ ਰਿਹਾ, ਉਹਦੇ ਉੱਤੇ ਵੀ ਜਿਹੜਾ ਆ ਚੈੱਕ ਜਾਂ ਇੱਕ ਸਿਸਟਮ ਜਿਹੜਾ ਉਹ ਕੋਈ ਡਿਵੈਲਪ ਕਰਨਾ ਚਾਹੀਦਾ। ਬਹੁਤ ਸਾਰੇ ਮੁਲਕਾਂ ਨੇ ਕਰ ਲਿਆ। ਤੇ ਨਾਲ ਦੀ ਨਾਲ ਇਸ ਗੱਲ ਦਾ ਵੀ ਧਿਆਨ ਰੱਖਣਾ ਪਵੇਗਾ ਕਿ ਜਿਹੜਾ ਵੱਧਦੀ ਹੋਈ ਸਾਡੀ ਆਬਾਦੀ ਆ ਉਹਦਾ ਵੀ ਖਿਆਲ ਰੱਖੇ ਤੇ ਮੁਲਾਜ਼ਮ, ਜਿਸ ਵੀ ਬੰਦੇ ਨੂੰ ਸਰਕਾਰੀ ਤਨਖਾਹ ਮਿਲਦੀ ਆ, ਉਹਦਾ ਇਹ ਫਰਜ਼ ਹੈ ਕਿ ਉਹ ਆਪਣੀ ਡਿਊਟੀ ਦੇ ਉੱਤੇ ਪੂਰੀ ਤਰੀਕੇ ਨਾਲ, ਪੂਰੀ ਤਰੱਦਦ ਦੇ ਨਾਲ ਜੇ ਆਪਣਾ ਕੰਮ ਕਰੇ ਤੇ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸੁਧਰ ਜਾਣਗੀਆਂ। ਤੇ ਕ੍ਰਾਂਤੀ ਦੀ ਸ਼ੁਰੂਆਤ ਨਿੱਜ ਤੋਂ ਹੁੰਦੀ ਹੈ। ਜੇ ਹਰ ਬੰਦਾ ਆਪਣੇ ਆਪ 'ਚ ਇਹ ਗੱਲ ਸੋਚ ਲਿਆ ਕਿ ਅਸੀਂ ਇੰਨਾ ਕੁ ਕੰਮ ਠੀਕ ਰੱਖਣਾ ਹੈ ਤੇ ਫਿਰ ਸੌਖਾ ਹੋ ਜਾਏਗਾ, ਜ਼ਿਆਦਾ ਕਾਫੀ ਚੀਜ਼ਾਂ ਸੌਖੀਆਂ ਹੋ ਜਾਣਗੀਆਂ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਗੱਲ ਹੈ ਜੇ ਸਾਡੇ ਆਗੂ ਸਹੀ ਹੋਣ ਤਾਂ ਮੈਨੂੰ ਲੱਗਦਾ ਸਿਸਟਮ ਆਪੇ ਹੀ ਸਾਰਾ ਸਹੀ ਹੋ ਜਾਏਗਾ। ਬਿਲਕੁਲ ਜੀ, ਬਿਲਕੁਲ। ਇਸ ਵੇਲੇ ਆਗੂ ਜਿਹੜੇ ਚੋਣ ਰਣਨੀਤੀ ਵਿੱਚ ਰੁੱਝੇ ਹੋਏ ਨੇ, ਆਉਣ ਵਾਲੀਆਂ ਚੋਣਾਂ ਨੇ ਪੰਜਾਬ ਦੇ ਵਿੱਚ, ਉਹਦੀ ਤਿਆਰੀ ਹੁਣੇ ਤੋਂ ਕਰ ਰਹੇ ਨੇ। ਪਿੱਛੇ ਜੇ 2 ਅਕਾਲੀ ਦਲ ਦੇ ਹੀ ਪੁਰਾਣੇ ਆਗੂ ਆਪਸ ਵਿੱਚ ਪਹਿਲਾਂ ਵੱਖਰੇ ਹੋ ਗਏ ਸੀ, ਹੁਣ ਜੁੜ ਗਏ ਨੇ ਤੇ ਕਿਹਾ ਸੀ ਵੀ ਅਸੀਂ ਇਕੱਠੀ ਪਾਰਟੀ ਬਣਾਵਾਂਗੇ, ਤੇ ਹਾਲੇ ਤਾਂ ਨਾਮ ਨੂੰ ਲੈ ਕੇ ਕੋਈ ਫੈਸਲਾ ਨਹੀਂ ਕਰ ਪਾ ਰਹੇ। ਤੇ ਉਹ ਭਲਾ ਆਪਸ ਖਿੱਚੋ ਤਾਣ ਦੇ ਵਿੱਚ ਕਿਹਦੀ ਗੱਲ ਮੰਨੀ ਜਾਏਗੀ? ਢੀਂਡਸਾ ਸਾਹਿਬ ਤੇ ਬ੍ਰਹਮਪੁਰਾ ਸਾਹਿਬ, ਇੱਕ ਇਹਨਾਂ ਨੇ ਅਕਾਲੀ ਦਲ ਟਕਸਾਲੀ ਬਣਾ ਲਿਆ ਸੀ ਤੇ ਦੂਜਿਆਂ ਨੇ ਕਿਹਾ ਸੀਗਾ ਅਕਾਲੀ ਦਲ ਡੈਮੋਕ੍ਰੈਟਿਕ। ਫਿਰ ਇਹਨਾਂ ਨੇ ਦੇਖਿਆ ਕਿ ਸਾਡੀ ਜਿਹੜੀ ਤਾਕਤ ਆ ਉਹ ਇਕੱਠੇ ਹੋਣ ਦੇ ਵਿੱਚ ਹੀ ਹੈ। ਜੇ ਅਸੀਂ ਰਲ ਕੇ ਚੋਣਾਂ ਲੜਾਂਗੇ ਤੇ ਲੋਕਾਂ ਦੇ ਵਿੱਚ ਜਾਵਾਂਗੇ, ਆਪਣੀਆਂ ਸਮੱਸਿਆਵਾਂ ਲੈ ਕੇ ਆਪਣੀ ਗੱਲ ਲੋਕਾਂ ਨੂੰ ਦੱਸਾਂਗੇ, ਲੋਕਾਂ ਦੀਆਂ ਸਮੱਸਿਆਵਾਂ ਲਈ ਕੋਈ ਆਪਾਂ ਸਟੀਕ ਹੱਲ ਦੱਸਾਂਗੇ, ਕੋਈ ਪਲਾਨ ਦੱਸਾਂਗੇ। ਦੋਨੋਂ ਹੀ ਅਕਾਲੀ ਦਲ ਤੋਂ, ਜਿੱਦਾਂ ਤੁਸੀਂ ਦੱਸਿਆ ਕਿ ਆਏ ਨੇ ਤੇ ਉਹ ਪਿਛਲੀ ਸਰਕਾਰ ਦੀਆਂ ਜਿਹੜੀਆਂ ਕਮੀਆਂ ਨੇ ਉਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ। ਤੇ ਸਰਕਾਰ ਜਿਹੜੀ ਆ, ਜਦੋਂ ਪਿਛਲੀ ਸਰਕਾਰ ਦੀ ਗੱਲ ਕਰੀਏ, ਅਕਾਲੀ ਦਲ ਉਹਨਾਂ ਦੇ ਦੋਸ਼ ਲਾਉਂਦਾ ਹੈ ਕਿ ਪਹਿਲਾਂ ਜਦੋਂ ਸਰਕਾਰ ਸੀ ਉਦੋਂ ਤਾਂ ਇਹ ਮੌਜਾਂ ਮਾਣਦੇ ਰਹੇ, ਅਹੁਦੇ ਵੀ ਇਹਨਾਂ ਨੇ ਮਾਣੇ ਆ, ਤੇ ਬਾਅਦ ਵਿੱਚ ਇਹ ਹੁਣ ਜਦੋਂ ਬਾਹਰ ਚਲੇ ਗਏ ਨੇ ਤੇ ਹੁਣ ਉਹਦੀਆਂ ਇਹ ਕਮੀਆਂ ਦੱਸਦੇ ਨੇ। ਜਦੋਂ ਅਕਾਲੀ ਦਲ ਢੀਂਡਸਾ ਸਾਹਿਬ ਨੇ ਪਾਰਟੀ ਬਣਾਈ ਸੀ ਤੇ ਸਾਰੇ ਪੰਜਾਬ 'ਚ ਦੌਰਾ ਕੀਤਾ, ਬਹੁਤ ਸਾਰੇ ਲੋਕਾਂ ਨੂੰ ਨਾਲ ਰਲਾਇਆ ਵੀ ਇਹਨਾਂ ਨੇ। ਉਦੋਂ ਲੱਗਦਾ ਸੀਗਾ ਕਿ ਇਹ ਬਹੁਤ ਐਕਟਿਵ ਨੇ, ਤਾਕਤਵਰ ਵੀ ਨੇ, ਤੇ ਕੁਝ ਸੁਗਬੁਗਾਹਟ ਇਹੋ ਜਿਹੀ ਵੀ ਸੀ ਕਿ ਇਹਨਾਂ ਨੂੰ ਬੀਜੇਪੀ ਤੋਂ ਥਾਪੜਾ ਮਿਲਿਆ ਹੋਇਆ ਤੇ ਜਦੋਂ ਸਮਾਂ ਆਏਗਾ ਤੇ ਇਹਨਾਂ ਦਾ ਜਿਹੜਾ ਗੱਠ ਜੋੜਿਆ ਉਹ ਕਿਸੇ ਹੋਰ ਕਰਵਟ 'ਚ ਬੈਠੇਗਾ।
ਪਰ ਕਿਸਾਨ ਅੰਦੋਲਨ ਨੇ ਜਿਹੜੀ ਪੰਜਾਬ ਦੀ ਰਾਜਨੀਤੀ ਨੂੰ, ਜੋ ਰਣਨੀਤੀਆਂ ਨੂੰ, ਸਾਰਿਆਂ ਦੀਆਂ ਨੂੰ ਜੋ ਧੱਕਾ ਲਾਇਆ ਹੈ, ਉਹਦੇ ਮੁਤਾਬਕ ਹੁਣ ਇਹਨਾਂ ਨੇ ਜੋ ਫੈਸਲਾ ਕੀਤਾ ਸੀਗਾ ਬ੍ਰਹਮਪੁਰਾ ਸਾਹਿਬ ਨਾਲ ਮਿਲ ਕੇ ਪਾਰਟੀ ਬਣਾਉਣ ਦਾ, ਜੀ ਪਾਰਟੀ ਦਾ ਨਾਮ ਨਹੀਂ ਲੱਭ ਰਿਹਾ, ਇੱਕ ਲੱਭ ਜਾਏਗਾ। ਦੋਨਾਂ ਨੇ ਕਿਹਾ ਸੀਗਾ ਕਿ ਨਾ ਅਸੀਂ ਡੈਮੋਕ੍ਰੈਟਿਕ ਰੱਖਾਂਗੇ ਤੇ ਨਾ ਟਕਸਾਲੀ ਰੱਖਾਂਗੇ, ਕੋਈ ਨਵਾਂ ਨਾਮ ਸੁਜੈਸਟ ਹੋ ਜਾਏਗਾ, ਨਵਾਂ ਨਾਮ। ਜੇ ਨਹੀਂ ਲੱਭਦਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਪੁੱਛ ਲੈਣਾ, ਉਹ ਦੇ ਦੇਣਗੇ ਇਹਨਾਂ ਨੂੰ ਨਵਾਂ ਨਾਮ ਕੋਈ। ਨਹੀਂ ਵੈਸੇ ਜੇ ਚਾਹਣ ਤਾਂ ਇਹ ਵਾਪਸ ਇੱਕ ਪਰਿਵਾਰ ਹੋ ਸਕਦਾ। ਮੈਨੂੰ ਲੱਗਦਾ ਹੈ ਕਿ ਏਕੇ ਦੇ ਵਿੱਚ ਬੜੀ ਤਾਕਤ ਹੁੰਦੀ ਹੈ। ਨਹੀਂ, ਇਕਜੁੱਟ ਤਾਂ ਹੋ ਗਏ ਨੇ, ਉਹ ਤਾਂ ਨਾਮ ਰੱਖਣ ਦੀ ਗੱਲ ਆ ਕਿ ਨਵਾਂ ਨਾਮ ਕੀ ਰੱਖਣਾ ਪਾਰਟੀ ਦਾ। ਚਲੋ ਦੇਖਦੇ ਆ ਕੀ ਕਰਦੇ ਆ। ਨਾਮਕਰਨ ਦੀ ਖਬਰ ਵੀ ਆ ਜਾਏਗੀ। ਤੇ ਇਸ ਵੇਲੇ ਨਵਜੋਤ ਸਿੱਧੂ ਫਿਰ ਤੋਂ ਕਿਸੇ ਨੂੰ ਨਿਸ਼ਾਨੇ ਤੇ ਲੈ ਰਹੇ ਨੇ, ਸਿੱਖਿਆ ਤੰਤਰ ਨੂੰ ਜਾਂ ਸਰਕਾਰ ਨੂੰ, ਇਹ ਤੁਸੀਂ ਦੱਸ ਦਿਓ। ਮੈਨੂੰ ਇਦਾਂ ਲੱਗਦਾ ਕਿ ਉਹ ਕਈ ਵਾਰੀ ਤੁਹਾਡਾ ਜਿਹੜਾ ਸਮਾਂ ਲੰਘ ਗਿਆ, ਜਦੋਂ ਇੱਕ ਟਾਈਮ ਸੀ ਉਦੋਂ ਤੁਸੀਂ ਗੱਲ ਨਹੀਂ ਕੀਤੀ ਜੀ, ਜਿਸ ਗੱਲ ਦੇ ਖਿਲਾਫ ਤੁਸੀਂ ਬੋਲਣਾ ਸੀ ਉਹ ਤੁਸੀਂ ਬੋਲੇ ਨਹੀਂ ਜੀ, ਜਦੋਂ ਤੁਹਾਡੇ ਕੋਲ ਬਹੁਤ ਸਾਰੀ ਤਾਕਤ ਸੀ, ਜੀ, ਚਾਹੇ ਜੇ ਤੁਹਾਡਾ ਮਹਿਕਮਾ ਹੀ ਬਦਲ ਦਿੱਤਾ ਗਿਆ ਸੀ ਤੇ ਕੋਈ ਆਖਰ ਨਹੀਂ ਸੀ ਆ ਗਈ, ਤੁਸੀਂ ਉਸ ਮਹਿਕਮੇ 'ਚ ਵੀ ਕੰਮ ਕਰ ਸਕਦੇ ਸੀ। ਤੇ ਜੇ ਤੁਸੀਂ ਇੰਨੇ ਔਖੇ ਸੀ ਕਿ ਸਾਰਾ ਕੁਝ ਗਲਤ ਆ, ਫਿਰ ਤੁਸੀਂ ਉਸ ਸਾਰੇ ਸਿਸਟਮ 'ਚੋਂ ਛੱਡ ਕੇ ਬਾਹਰ ਹੋ ਜਾਂਦੇ ਤੇ ਢੀਂਡਸਾ ਸਾਹਿਬ ਹੋਣਾ ਵਾਂਗ ਕੋਈ ਆਪਣਾ ਵੱਖਰਾ ਫਰੰਟ ਇੱਕ ਰੱਖ ਲੈਂਦੇ। ਹੁਣ ਜਿੰਨੇ ਸੋਹਣੇ ਤਰੀਕੇ ਨਾਲ, ਜਿੰਨੇ ਸਾਫ਼ ਸ਼ਬਦਾਂ 'ਚ ਕੈਪਟਨ ਸਾਹਿਬ ਨੇ ਇਹਨਾਂ ਨੂੰ ਲਲਕਾਰਿਆ ਜੀ, ਤੇ ਫਿਰ ਅਗਲੇ ਦਿਨ ਇਹਨਾਂ ਦਾ ਮੇਰਾ ਖਿਆਲ ਕੋਈ ਬਿਆਨ ਨਹੀਂ ਆਇਆ, ਹਾਲਾਂਕਿ ਪ੍ਰਗਟ ਸਿੰਘ ਨੇ ਕਿਹਾ ਸੀਗਾ ਕਿ ਸਿੱਧੂ ਨੇ ਜਿਹੜੀ ਪਾਰਟੀ ਆ ਉਹ ਨਹੀਂ ਛੱਡਣੀ ਤੇ ਉਹ ਕਾਂਗਰਸ ਵਿੱਚ ਹੀ ਰਹਿਣਗੇ। ਜੀ, ਤੁਹਾਡਾ ਜਿਹੜਾ ਸਿਪਾ ਸਲਾਰ ਆ, ਸਿਪਾ ਸਲਾਰ ਹੋ ਤੁਸੀਂ, ਤੁਹਾਡਾ ਜਿਹੜਾ ਮਾਲਕ ਹੈ, ਜਿਹੜਾ ਤੁਹਾਡੀ ਪਾਰਟੀ ਦਾ ਮੁਖੀਆ ਹੈ, ਸਟੇਟ ਦਾ ਹੈੱਡ ਹੈ, ਜੀ, ਤੁਹਾਡਾ ਕਪਤਾਨ ਹੈ, ਉਹਨੇ ਤੁਹਾਨੂੰ ਕਹਿਤਾ ਕਿ ਆਜਾ ਮੇਰੇ ਸਾਹਮਣੇ, ਜਿੰਨੀਆਂ ਤੂੰ ਮੇਰੇ ਖਿਲਾਫ ਗੱਲਾਂ ਕਰਦਾ ਤੂੰ ਖੜਾ ਹੋ ਕੇ ਮੇਰੇ ਨਾਲ ਇਲੈਕਸ਼ਨ ਲੜ ਕੇ ਦੇਖ ਲੈ। ਜੀ, ਤੇ ਹੋਣਾ ਤੇ ਇਹ ਜਿਹੜੀ ਗੱਲਬਾਤ ਅਸੀਂ ਪਹਿਲਾਂ ਵੀ ਕਈ ਵਾਰ ਕਰਦੇ ਹਾਂ, ਇੱਕ ਵਾਦ ਹੈ, ਇੱਕ ਸੰਵਾਦ ਹੈ ਤੇ ਇੱਕ ਵਿਵਾਦ ਹੈ। ਜੀ, ਗੱਲਬਾਤ ਹੈ, ਉਹਦੇ ਚ ਇੱਕ ਵਖਰੇਵਾਂ ਵਿਚਾਰਾਂ ਦੀ ਗੱਲਬਾਤ ਹੈ, ਮੇਰੀ ਗੱਲ ਕੁਝ ਹੋ ਰਿਹਾ, ਤੁਹਾਡੀ ਗੱਲ ਕੁਝ ਹੋ ਰਿਹਾ ਤੇ ਬੈਠ ਕੇ ਕਰਦੇ ਹਾਂ। ਇੱਕ ਫਿਰ ਬਹਿਸ ਹੈ। ਜੀ, ਤੇ ਜੇ ਤੁਸੀਂ ਵਾਦ ਨਹੀਂ ਕਰਨਾ ਤੇ ਫਿਰ ਸੰਵਾਦ ਤੇ ਕਰ ਲਓ, ਤੁਸੀਂ ਇੱਕ ਦੂਸਰੇ ਤੋਂ ਟਾਈਮ ਲੈ ਕੇ ਬੈਠ ਕੇ ਗੱਲ ਕਰ ਲਓ ਤੇ ਬਾਅਦ ਵਿੱਚ ਮੀਡੀਆ ਚ ਆਓ। ਕਦੇ ਤੁਸੀਂ ਚਾਹ ਪੀਣ ਲਈ ਇਕੱਠੇ ਹੋ ਜਾਂਦੇ ਆ, ਕਦੇ ਲੰਚ ਲਈ ਇਕੱਠੇ ਹੋ ਜਾਂਦੇ ਆ, ਫਿਰ ਤੁਸੀਂ ਬਾਹਰ ਆ ਕੇ ਤੁਸੀਂ ਸ਼ੇਰੋ ਸ਼ਾਇਰੀ ਕਰਨ ਲੱਗ ਜਾਂਦੇ ਆ, ਪ੍ਰੈਸ ਕਾਨਫਰੰਸ ਕਰਦੇ ਆ, ਕਦੇ ਤੁਸੀਂ ਟਵੀਟ ਕਰਦੇ ਆ। ਬਰਗਾੜੀ ਮਾਮਲੇ ਦੇ ਅਦਾਲਤ ਦਾ ਫੈਸਲਾ ਆਇਆ, ਤੁਸੀਂ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਤੀ। ਹੁਣ ਤੁਸੀਂ ਸਿੱਖਿਆ ਤੰਤਰ ਦੀਆਂ ਗੱਲਾਂ ਕਰਦੇ ਆ ਤੇ ਸਿੱਖਿਆ ਤੰਤਰ ਪੰਜਾਬ ਦਾ ਇਹਨਾਂ 4 ਸਾਲਾਂ 'ਚ ਤਾਂ ਨਹੀਂ ਵਿਗੜਿਆ। ਜੇ ਅਸੀਂ ਇਮਾਨਦਾਰੀ ਦੀ ਗੱਲ ਦੇਖੀਏ ਤੇ ਪੰਜਾਬ ਦਾ ਇਹਨਾਂ 4 ਸਾਲਾਂ 'ਚ ਸਿੱਖਿਆ ਤੰਤਰ ਕਾਫੀ ਹੱਦ ਤੱਕ ਸੁਧਰਿਆ ਹੈ। ਉਹਦੇ ਵਿੱਚ DGSE ਜਿਹੜੇ ਆਫੀਸਰ ਨੇ ਉਹਨਾਂ ਦਾ ਵੀ ਯੋਗਦਾਨ ਹੈ, ਸਾਡੇ ਸਿੱਖਿਆ ਕਰਮੀ ਨੇ, ਅਧਿਆਪਕ ਨੇ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਕਾਫੀ ਸਾਲਾਂ ਤੋਂ ਸਿਸਟਮ ਥੱਲੇ ਵੱਲ ਜਾ ਰਿਹਾ ਸੀ ਤੇ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਚੜ੍ਹਤ ਸੀ। ਪਰ ਹੁਣ ਟੀਚਰਾਂ ਨੇ ਇਹ ਦੇਖਿਆ ਕਿ ਅਸੀਂ ਇਹਨੂੰ ਸਿਸਟਮ ਨੂੰ ਕੁਝ ਆਪਣੇ ਲੈਵਲ ਤੇ ਠੀਕ ਕਰੀਏ। DGSE ਸਾਹਿਬ ਨੇ ਕੁਝ ਸਖਤੀਆਂ ਵੀ ਕੀਤੀਆਂ, ਸੀਨੀਅਰ IAS ਨੇ ਕ੍ਰਿਸ਼ਨ ਕੁਮਾਰ ਜੀ, ਹਾਲਾਂਕਿ ਬਹੁਤਾ ਅਧਿਆਪਕ ਵਰਗ ਉਹਨਾਂ ਤੋਂ ਖਫਾ ਵੀ ਰਹਿੰਦਾ ਕਿ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬੇਲੋੜੀਆਂ ਕਰਦੇ ਨੇ, ਪਰ ਹਰ ਇੱਕ ਅਫਸਰ ਦਾ ਸਿਸਟਮ ਨੂੰ, ਆਪਣੇ ਇੱਕ ਡਿਪਾਰਟਮੈਂਟ ਨੂੰ ਚਲਾਉਣ ਦਾ ਇੱਕ ਤਰੀਕਾ ਹੈ। ਸਿੰਗਲਾ ਸਾਹਿਬ ਦੇ ਕੋਲ ਇਸ ਡਿਪਾਰਟਮੈਂਟ ਦੀ ਕਮਾਂਡ ਆਈ ਹੈ ਤੇ 1-2 ਵਾਰ ਇਹਨਾਂ ਨਾਲ ਗੱਲਬਾਤ ਹੋਈ ਹੈ ਤੇ ਦੇਖਣ 'ਚ ਆਇਆ ਕਿ ਇਹਨਾਂ ਨੇ ਸਿਸਟਮ ਨੂੰ ਕਾਫੀ ਸੁਧਾਰਿਆ ਹੈ। ਅਸੀਂ ਬੀਤੇ ਦਿਨਾਂ 'ਚ ਗੱਲ ਕੀਤੀ ਸੀ ਕਿ ਟੀਚਰਾਂ ਦੀਆਂ ਬਦਲੀਆਂ ਨੂੰ ਹੀ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਹੋਈਆਂ। ਤਾਂ ਸਿੱਧੂ ਸਾਹਿਬ ਦਾ ਜਿਹੜਾ ਇਹ ਕਮੈਂਟ ਆ ਜਾਂ ਜਿਹੜੀ ਇਹਨਾਂ ਨੇ ਟਵੀਟ ਕੀਤੀ ਆ ਸਿੱਖਿਆ ਤੰਤਰ ਨੂੰ ਲੈ ਕੇ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਿੱਖਿਆ ਤੰਤਰ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ, ਪਰ ਤੁਸੀਂ ਉਹ ਕਮੀਆਂ ਕਿਹਨੂੰ ਦੱਸ ਰਹੇ ਆ? ਤੁਸੀਂ ਇਸ ਸਰਕਾਰ ਦਾ ਹਿੱਸਾ ਹੋ। 117 ਪੰਜਾਬ 'ਚ MLA ਨੇ, ਤੁਸੀਂ MLA ਹੋ, ਤੁਸੀਂ ਇੱਥੇ ਪਹਿਲਾਂ MP ਰਹੇ ਹੋ, ਤੁਸੀਂ ਸਰਕਾਰ ਦੇ ਵਿੱਚ ਬੈਠੋ, ਕੈਬਨਿਟ 'ਚ ਗੱਲ ਕਰੋ, ਉੱਥੇ ਜਾ ਕੇ ਕੋਈ ਆਪਣਾ ਪ੍ਰਪੋਜ਼ਲ ਬਣਾ ਕੇ ਦਿਓ। ਤੇ ਹੁਣ ਤੁਸੀਂ ਇਹ ਗੱਲਾਂ ਕਰਕੇ ਕਹਿਣਾ ਕੀ ਚਾਹੁੰਦੇ ਆ, ਕੀ ਸਿੱਧ ਕਰਨਾ ਚਾਹੁੰਦੇ ਆ? ਇਹਨਾਂ ਦਾ ਕੋਈ ਸ਼ਰਮਾ ਜੀ ਟੋਕ ਰਹੀਆਂ ਤੁਹਾਨੂੰ। ਪ੍ਰਪੋਜ਼ਲ ਤਾਂ ਉਹਨਾਂ ਨੇ ਜਦੋਂ ਗਏ ਸੀ ਨਾ ਦੂਸਰੇ ਸਟੇਟ ਦੇ ਵਿੱਚ ਪਤਾ ਕਰਨ ਕਿ ਮਾਈਨਿੰਗ ਦੇ ਮਾਮਲੇ 'ਚ ਕਿਵੇਂ ਕਮਾਈ ਦਾ ਜ਼ਰੀਆ ਬਣ ਸਕਦਾ ਤੇ ਰਿਸ਼ਵਤਖੋਰੀ ਨੂੰ ਰੋਕਿਆ ਜਾ ਸਕਦਾ ਹੈ, ਹੇਰਾ ਫੇਰੀ ਨੂੰ ਰੋਕਿਆ ਜਾ ਸਕਦਾ, ਉਦੋਂ ਸਰਕਾਰ ਨੇ ਉਹ ਮੰਨਿਆ ਨਹੀਂ ਸਾਰਾ ਕੁਝ। ਇਸ ਕਰਕੇ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਮੇਰੇ ਕੰਮ ਦੀ ਕਦਰ ਨਹੀਂ ਤੇ ਹੁਣ ਮੈਂ ਰਹਿ ਨਹੀਂ ਦਿੰਦਾ। ਫਿਰ ਕਹਾਵਤ ਹੈ ਜੀ, ਆਪਣੀ ਅਕਲ ਤੇ ਦੂਜੇ ਦਾ ਧਨ ਸਾਰਿਆਂ ਨੂੰ ਵੱਡਾ ਲੱਗਦਾ। ਸਾਨੂੰ ਵੀ ਕਿਤੇ ਨਾ ਕਿਤੇ ਲੱਗਦਾ ਕਿ ਸਰਕਾਰ ਤਾਂ ਕੁਝ ਵੀ ਨਹੀਂ ਕਰਦੀ, ਜੇ ਮੈਂ CM ਹੋਵਾਂ ਤੇ ਮੈਂ ਸਾਰਾ ਕੁਝ ਠੀਕ ਕਰ ਦਵਾਂ। ਪਰ ਜਦੋਂ ਕੁਰਸੀ ਤੇ ਬਹਿਣਾ ਪੈਣਾ ਉਦੋਂ ਪਤਾ ਲੱਗਦਾ। ਬਹੁਤ ਸਾਰੀਆਂ ਸਮੱਸਿਆਵਾਂ ਨੇ ਸਰਕਾਰ ਦੇ ਕੋਲ, ਸਾਧਨਾਂ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨੇ। ਅਸੀਂ ਗੱਲਾਂ ਜ਼ਰੂਰ ਕਰਦੇ ਹਾਂ ਕਿ ਸਿੱਖਿਆ ਸਿਸਟਮ ਜਿਹੜਾ ਠੀਕ ਹੋ ਵੀ ਸਕਦਾ ਜੇ ਸਰਕਾਰਾਂ ਚਾਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ, ਪਰ ਸਿਰਫ ਅਖਬਾਰਾਂ ਦੇ ਵਿੱਚ ਬਿਆਨ ਦੇ ਕੇ ਸਿੱਧੂ ਸਾਹਿਬ ਗੱਲ ਨਹੀਂ ਬਣਨੀ। ਜਦੋਂ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਆ ਤੇ ਲੋਕ ਤੁਹਾਨੂੰ ਕਹਿੰਦੇ ਨੇ ਤੁਸੀਂ ਆਪਣਾ ਪਲਾਨ ਦੱਸੋ, ਤੁਸੀਂ ਕੀ ਕਰ ਸਕਦੇ ਆ, ਫਿਰ ਤੁਸੀਂ ਉਸ ਸਵਾਲ ਤੋਂ ਟਾਲਾ ਵੱਟ ਜਾਂਦੇ ਆ।
ਤੁਹਾਨੂੰ ਬਿਜਲੀ ਮੰਤਰੀ ਬਣਾਇਆ ਸੀ, ਤੁਸੀਂ ਬੈਠਦੇ ਬਿਜਲੀ ਬੋਰਡ ਦੇ ਵਿੱਚ ਜਾ ਕੇ ਕੋਈ ਚੰਗਾ ਕੰਮ ਕਰਕੇ ਦਿਖਾਉਂਦੇ ਤੇ ਫਿਰ ਤੇ ਗੱਲ ਹੁੰਦੀ। ਕਦੇ ਤੁਸੀਂ ਬਾਦਲ ਸਾਹਿਬ ਦੇ ਖਿਲਾਫ ਸੀ, ਫਿਰ ਤੁਸੀਂ ਹੁਣ ਕਾਂਗਰਸ ਦੇ ਵਿੱਚ ਆਪਣੀ ਲੀਡਰਸ਼ਿਪ ਦੇ ਖਿਲਾਫ ਆ, ਤੇ ਬਹੁਤ ਸਾਰੇ ਮਿਨਿਸਟਰਸ ਤੇ ਬਹੁਤ ਸਾਰੇ ਐਮਐਲਏਜ਼ ਕਹਿੰਦੇ ਨੇ ਕਿ ਸਿੱਧੂ ਸਾਹਿਬ ਪਾਰਟੀ ਦੇ ਵਿੱਚ ਬੈਠ ਕੇ ਤੁਸੀਂ ਪਾਰਟੀ ਦੇ ਖਿਲਾਫ ਬੋਲੋਗੇ ਤੇ ਕਿੱਦਾਂ ਗੱਲ ਚੱਲੂਗਾ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਪਾਰਟੀ ਦੇ ਵਿੱਚ ਬੈਠ ਕੇ ਤੁਸੀਂ ਪਾਰਟੀ ਦੀ ਜਿਹੜੀ ਗਲਤ ਰਾਜਨੀਤੀ ਆ, ਜਿਹੜੀ ਕੋਈ ਗਲਤ ਗੱਲ ਆ, ਉਹਨੂੰ ਗਲਤ ਕਹਿ ਸਕਦੇ ਆ, ਪਰ ਤੁਸੀਂ ਦੂਜੀ ਗੱਲ ਵੀ ਤਾਂ ਦੱਸੋ ਨਾ ਵੀ ਇਹਨੂੰ ਠੀਕ ਕਿੱਦਾਂ ਕੀਤਾ ਜਾਵੇ। ਹੁਣ ਸਮਾਂ ਇਹਨਾਂ ਗੱਲਾਂ ਦਾ ਨਹੀਂ ਹੈ। ਹੁਣ ਤਾਂ ਫਿਰ ਇਹਨਾਂ ਨੂੰ ਇਕਜੁੱਟ ਹੋ ਕੇ ਜੇ ਵਾਕਿਆ ਹੀ ਇਹ ਸਾਰੇ ਲੋਕ ਪੰਜਾਬ ਲਈ ਸੁਹਿਰਦ ਨੇ ਤਾਂ ਫਿਰ ਰਾਜਨੀਤੀ ਕਿਉਂ ਕਰਨੀ ਹੈ। ਫਿਰ ਇਕੱਠੇ ਹੋ ਕੇ ਚੋਣਾਂ ਲੜੋ, ਚੋਣਾਂ ਲੜਨ ਤੋਂ ਬਾਅਦ ਇੱਕ ਪਲੇਟਫਾਰਮ ਤੇ ਆਓ, ਇੱਕ ਕੰਮ ਕਰੋ ਤੇ ਉਹਦੇ ਲਈ ਜਦੋਜਹਿਦ ਕਰੋ ਤੇ ਸੂਬੇ ਦਾ ਕੁਝ ਸੁਧਾਰ ਕਰੋ। ਦਿੱਲੀ ਵਾਲਿਆਂ ਨੇ ਕਰਕੇ ਦਿਖਾਇਆ ਹੈ, ਬੇਸ਼ੱਕ ਉਹਨਾਂ ਦੇ ਵਿੱਚ ਬਹੁਤ ਕਮੀਆਂ ਹੋਣਗੀਆਂ, ਪਰ ਕੁਝ ਚੀਜ਼ਾਂ ਉਹਨਾਂ ਨੇ ਕਰਕੇ ਦਿਖਾਈਆਂ ਨੇ। ਦਿੱਲੀ ਦੀ ਰਾਜਨੀਤੀ ਦੀ ਗੱਲ ਤੁਹਾਨੂੰ ਨਹੀਂ ਪਸੰਦ ਆਉਂਦੀ, ਪੰਜਾਬ ਤੋਂ ਬਾਹਰ ਨਿਕਲੋ, ਹਿੰਦੁਸਤਾਨ ਤੋਂ ਬਾਹਰ ਨਿਕਲੋ, ਛੋਟੇ ਛੋਟੇ ਸੂਬਿਆਂ ਨੂੰ ਦੇਖੋ, ਛੋਟੇ ਛੋਟੇ ਰਾਜ ਨੇ, ਚਾਹੇ ਉਹ ਥਾਈਲੈਂਡ ਹੈ, ਚਾਹੇ ਉਹ ਦੁਬਈ ਆ, ਚਾਹੇ ਉਹ ਯੂਰਪ ਦੇ ਛੋਟੇ ਛੋਟੇ ਦੇਸ਼ ਨੇ, ਉਹਨਾਂ ਨੇ ਕਿੰਨੀ ਤਰੱਕੀ ਕੀਤੀ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ, ਇਹ ਤਾਂ ਸਿਰਫ ਰਾਜਨੀਤੀ ਹੀ ਕਰਦੇ ਨੇ। ਫਿਰ ਉਹੀ ਗੱਲ ਪਰਮਿੰਦਰ ਜੀ ਕਿ ਸਾਡੇ ਲੀਡਰ ਜਿਹੜੇ ਨੇ ਉਹ ਇਹਨਾਂ ਦਾ ਧਿਆਨ 100% ਇਸ ਗੱਲ ਤੇ ਹੈ ਕਿ ਅਸੀਂ ਸੱਤਾ 'ਚ ਬਣੇ ਕਿਵੇਂ ਰਹਿਣਾ ਜੀ। ਤੇ ਇਸ ਵੇਲੇ ਵਿਚਾਰਾਂ ਦੇ ਸਿਲਸਿਲੇ ਨੂੰ ਬ੍ਰੇਕ ਲਾਉਂਦੇ ਆ, ਕਿਉਂਕਿ ਬ੍ਰੇਕ ਦਾ ਵੇਲਾ ਹੈ। ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ ਦਰਸ਼ਕਾਂ ਦਾ। ਅੰਮ੍ਰਿਤਪਾਲ ਸ਼ਰਮਾ ਜੀ, ਬਾਕੀ ਗੱਲਾਂ ਕਰ ਲਈਆਂ ਤੇ ਹੁਣ ਕਰੋਨਾ ਦੀ ਗੱਲ ਵੀ ਕਰ ਲਈਏ, ਕਿਉਂਕਿ ਕਰੋਨਾ ਬੇਕਾਬੂ ਤਾਂ ਪਹਿਲਾਂ ਹੀ ਸੀ, ਹੁਣ ਹਾਲਾਤ ਪਹਿਲਾਂ ਨਾਲੋਂ ਵੀ ਜ਼ਿਆਦਾ ਬੱਤਰ ਹੋ ਰਹੇ ਨੇ ਜੀ। ਕੇਸ ਵੱਧ ਰਹੇ ਨੇ, ਆਕਸੀਜਨ ਘਟ ਰਹੀ ਹੈ, ਅਦਾਲਤਾਂ 'ਚ ਰੌਲਾ ਪਿਆ ਹੈ, ਸਰਕਾਰ ਜਵਾਬ ਦੇ ਰਹੀ ਹੈ, ਉਹਦੇ ਕੋਲ ਜਵਾਬ ਹੈ ਕਿ ਨਹੀਂ ਹੈ, ਇਹ ਆਪਾਂ ਤੁਹਾਡੇ ਕੋਲੋਂ ਜਾਣਾਂਗੇ। ਜਦੋਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਗੱਲਾਂ ਅਸੀਂ ਕਰ ਲਈਆਂ, ਤੁਹਾਡੀ ਗੱਲ ਠੀਕ ਆ। ਕਰੋਨਾ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਅਹਿਮ ਵਿਸ਼ਾ ਬਣਿਆ ਹੋਇਆ ਹੈ। ਹਰ ਬੰਦਾ ਹਰ ਘੰਟੇ 'ਚ 2 ਵਾਰ 3 ਵਾਰੀ ਸੋਚਦਾ ਹੈ ਕਿ ਯਾਰ ਬਿਮਾਰੀ ਬਹੁਤ ਵੱਧ ਗਈ। ਜਦੋਂ ਕਿਸੇ ਨੂੰ ਫੋਨ ਕਰੋ ਉਹ ਵੀ ਇਹੀ ਗੱਲ ਕਹਿੰਦਾ ਹੈ, ਬਿਮਾਰੀ ਬਹੁਤ ਵੱਧ ਗਈ। ਚਾਹੇ ਉਹ ਤੁਹਾਨੂੰ ਸਲਾਹ ਦਿੰਦਾ ਹੈ, ਚਾਹੇ ਉਹ ਤੁਹਾਡੇ ਤੋਂ ਪੁੱਛਦਾ ਹੈ, ਪਰ ਹਰ ਬੰਦੇ ਦੀ ਜਿਹੜੀ ਸੂਈ ਆ, ਦਿਮਾਗ ਦੀ ਜਿਹੜੀ ਟਿਕ ਟਿਕੀ ਆ, ਉਹ ਇਸੇ ਗੱਲ ਤੇ ਲੱਗੀ ਹੋਈ ਆ ਕਿ ਬਿਮਾਰੀ ਬਹੁਤ ਵੱਧ ਗਈ। ਪਰ ਜਦੋਂ ਤੁਸੀਂ ਗੱਲ ਕੀਤੀ ਸੀ ਕਿ ਕਰੋਨਾ ਦੀ ਗੱਲ ਵੀ ਕਰ ਲਈਏ, ਕਰੋਨਾ ਦੀ ਗੱਲ ਕੀ ਕਰੀਏ, ਗੱਲ ਤੇ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ, ਪਰ ਅਸੀਂ ਤਾਂ ਸਿਰਫ ਗੱਲ ਹੀ ਕਰ ਸਕਦੇ ਹਾਂ। ਅਸੀਂ ਤਾਂ ਸਰਕਾਰਾਂ ਨੂੰ ਕੁਝ ਸਮਝਾ ਸਕਦੇ ਹਾਂ, ਦੱਸ ਸਕਦੇ ਹਾਂ, ਹਾਲਾਤ ਗਰਾਊਂਡ ਦੇ ਦਿਖਾ ਸਕਦੇ ਹਾਂ ਕਿ ਕੀ ਹੋ ਰਿਹਾ ਹੈ ਤੇ ਕੀ ਨਹੀਂ ਹੋ ਰਿਹਾ। ਛੋਟੇ ਛੋਟੇ ਸ਼ਹਿਰਾਂ ਦੇ ਵਿੱਚ, ਸ਼ਮਸ਼ਾਨ ਘਾਟਾਂ ਦੇ ਵਿੱਚ ਜਿਹੜੀ ਆ ਉਹ ਜਗ੍ਹਾ ਨਹੀਂ ਮਿਲ ਰਹੀ, ਇੰਨੇ ਭਿਆਨਕ ਹਾਲਾਤ ਨੇ। ਲੋਕਾਂ ਨੂੰ, ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇਹ ਗੱਲ ਬਾਰ-ਬਾਰ ਕਹਿ ਹਟੇ ਹਾਂ ਕਿ ਸਰਕਾਰਾਂ ਦੇ ਹੱਥ ਖੜੇ ਨੇ। ਤੁਸੀਂ ਆਪ ਦਾ ਆਪਣੇ ਲੈਵਲ ਤੇ ਜਿੰਨਾ ਬਚਾਅ ਕਰ ਸਕਦੇ ਆ ਓਨਾ ਹੀ ਕਰ ਲਓ ਤੇ ਚੰਗਾ ਹੈ। ਲੇਟ ਹੋ ਜਾਓ ਕੋਈ ਚੀਜ਼ ਬਾਜ਼ਾਰ 'ਚ ਨਹੀਂ ਵੀ ਲੈਣੀ, ਤੇ ਜੇ ਕਿਸੇ ਚੀਜ਼ ਤੋਂ ਬਿਨਾਂ ਸਰ ਸਕਦਾ ਤੇ ਉਹ ਤੋਂ ਬਿਨਾਂ ਸਾਰ ਲਓ। ਕਿਉਂਕਿ ਪਿਛਲੇ ਸਾਲ 'ਚ ਅਸੀਂ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਿੱਖੀ ਸੀ ਪਰਮਿੰਦਰ ਜੀ ਕਿ ਰੋਟੀ ਵਰਗੀ ਜ਼ਰੂਰੀ ਚੀਜ਼ ਹੋਰ ਕੋਈ ਨਹੀਂ। ਜੇ ਅਸੀਂ 2-4-10 ਦਿਨ, ਮਹੀਨਾ 2 ਮਹੀਨੇ ਨਵੇਂ ਕੱਪੜੇ ਨਹੀਂ ਖਰੀਦਾਂਗੇ ਤੇ ਚੱਲ ਜਾਊਗਾ। ਜੇ ਅਸੀਂ ਬਿਊਟੀ ਪਾਰਲਰ ਜਾਂ ਕਿਸੇ ਹੋਰ ਇਹੋ ਜਿਹੀਆਂ ਚੀਜ਼ਾਂ ਦੇ ਤੋਂ 2 ਮਹੀਨੇ ਲਈ ਕਿਨਾਰਾ ਕਰ ਲਾਂਗੇ ਤੇ ਚੱਲ ਜਾਊਗਾ। ਨਵੀਆਂ ਜੁੱਤੀਆਂ ਨਹੀਂ ਖਰੀਦਾਂਗੇ ਤਾਂ ਵੀ ਗੱਲ ਬਣ ਜੂ। ਕਿਸੇ ਯਾਰ ਦੋਸਤ ਦੇ ਵਿਆਹ 'ਚ ਜਾਂ ਚੰਗੇ ਮਾੜੇ ਟਾਈਮ 'ਚ ਵੀ ਨਹੀਂ ਜਾਵਾਂਗੇ ਤੇ ਫੋਨ ਤੇ ਵੀ ਅਸੀਂ ਗੱਲ ਸਮਝ ਸਕਦੇ ਹਾਂ। ਪਰ ਜੇ ਤੁਸੀਂ ਇਸ ਬਿਮਾਰੀ ਦੀ ਗ੍ਰਿਫਤ 'ਚ ਆ ਗਏ ਤੇ ਪ੍ਰੋਬਲਮ ਇਹ ਵੀ ਆ ਕਿ ਤੁਸੀਂ ਇਕੱਲੇ ਨਹੀਂ ਆਓਗੇ। ਲਾਗ ਦੀ ਬਿਮਾਰੀ ਹੈ, ਛੂਤ ਦੀ ਬਿਮਾਰੀ ਹੈ, ਤੁਹਾਡੀ ਸਾਰੀ ਫੈਮਿਲੀ ਨੂੰ ਆਉਣੀ ਹੈ, ਤੁਹਾਡੇ ਤੋਂ ਅੱਗੇ ਪਤਾ ਨਹੀਂ ਕਿੱਥੇ ਕਿੱਥੇ ਜਾਣੀ ਹੈ। ਪਰ ਲੋਕ ਕਿਤੇ ਨਾ ਕਿਤੇ ਸਮਝਦੇ ਵੀ ਨਹੀਂ ਇਸ ਗੱਲ ਨੂੰ। ਬਹੁਤ ਸਾਰੇ ਲੋਕਾਂ ਨੇ ਗੱਲ ਨੂੰ ਸਮਝਿਆ ਵੀ ਹੈ, ਪਰ ਮਜਬੂਰੀ ਵੀ ਬਹੁਤ ਵੱਡੀ ਤਰੀਕੇ ਨਾਲ ਫੈਲੀ ਹੋਈ ਆ। ਅਸੀਂ ਕਹਿ ਤਾਂ ਸਕਦੇ ਹਾਂ, ਟੀਵੀ ਤੇ ਬੈਠ ਕੇ ਇਹ ਗੱਲ ਕਹਿ ਦਿੰਦੇ ਹਾਂ ਕਿ ਬਚ ਲਓ, ਪਰ ਕਮਾਉਣ ਦੇ ਤਰੀਕੇ ਤੇ ਕਮਾਉਣ ਦੇ ਵਸੀਲੇ ਤੇ ਪਿੱਛੇ ਫੈਮਿਲੀ ਦਾ ਸਾਰੀ ਦਾ ਨਾਲ ਜੁੜਿਆ ਹੋਣਾ ਤੇ ਉਹਨਾਂ ਦਾ ਭੁੱਖਾ ਜਿਹੜਾ ਭੁੱਖਾ ਢਿੱਡ ਆ ਉਹ ਰੋਟੀ ਵੀ ਮੰਗਦਾ। ਤੇ ਫਿਰ ਕਰੋਨਾ ਜਿਹੜਾ ਉਹ ਵੱਧ ਰਿਹਾ। ਜੇ ਅਸੀਂ ਕਰੋਨਾ ਵੱਲ ਆਈਏ ਪਰਮਿੰਦਰ ਜੀ, ਤਾਂ ਅਸੀਂ ਬੀਤੇ ਦਿਨੀ ਗੱਲ ਕੀਤੀ ਸੀ ਕਿ ਕੇਸ ਜਿਹੜੇ ਆ 3-4 ਦਿਨਾਂ 'ਚ ਘਟੇ ਆ। ਤੇ ਮੈਂ ਤੁਹਾਨੂੰ ਯਾਦ ਹੋਣਾ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਕੇਸ ਘਟੇ ਰਹਿਣਗੇ ਜੇਕਰ ਸਰਕਾਰ ਇਹਨਾਂ ਅੰਕੜਿਆਂ ਨਾਲ ਛੇੜਖਾਨੀ ਨਾ ਕਰਦੀ ਹੋਵੇ। ਤੁਸੀਂ ਬਿਲਕੁਲ ਸੱਚ ਹੀ ਕਿਹਾ ਇਹਦਾ ਮਤਲਬ। ਤੇ ਅੱਜ ਦੀ ਅਖਬਾਰ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ 3-4 ਦਿਨ ਜਿਹੜੇ ਕੇਸ ਘਟੇ ਸੀ, ਉਹ ਇਸ ਕਰਕੇ ਘਟੇ ਸੀ ਕਿ ਉਦੋਂ ਟੈਸਟ ਘਟ ਗਏ ਸੀ। ਤੇ ਅੱਜ ਜਿਹੜੇ ਅੰਕੜੇ ਆ ਉਹਨਾਂ ਨੇ ਇੱਕ ਨਵੀਂ ਉਚਾਈ ਛੂ ਲਈ ਹੈ। 4.25 ਲੱਖ ਨੂੰ ਪਹੁੰਚਣ ਲੱਗੀ ਹੈ। 4,10-12 ਹਜ਼ਾਰ ਦੇ ਕਰੀਬ ਕੇਸ ਹੈ ਤੇ ਮੌਤ ਜਿਹੜੀ ਆ 24 ਘੰਟਿਆਂ ਦੇ ਵਿੱਚ ਗਿਣਤੀ ਦੇ ਵਿੱਚ 4000 ਤੋਂ ਜਿਹੜੀ ਆ ਉਹ ਟੱਪ ਗਈ ਹੈ। ਤੇ ਇਸ ਵੇਲੇ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਹਦਾਇਤਾਂ ਤੇ ਰਿਆਇਤਾਂ ਪੰਜਾਬ ਸਰਕਾਰ ਨੇ ਵੀ ਐਲਾਨੀਆਂ ਨੇ। ਕਿਹੜੇ ਤਬਕੇ ਲਈ ਕੀ ਕਿਹਾ ਪੰਜਾਬ ਸਰਕਾਰ ਨੇ? ਬੀਤੇ ਦਿਨਾਂ 'ਚ ਜਦੋਂ ਇਹਨਾਂ ਨੇ ਲੋਕਡਾਊਨ ਦੀ ਘੋਸ਼ਣਾ ਕੀਤੀ ਸੀ, ਕੰਪਲੀਟ ਲੋਕਡਾਊਨ ਨਹੀਂ ਨੇ, ਇਹਨੂੰ ਮਿੰਨੀ ਲੋਕਡਾਊਨ ਕਿਹਾ ਸੀ, ਤੇ ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਬਾਜ਼ਾਰ ਆ ਉਹ ਬੰਦ ਰਹਿਣਗੇ। ਫਿਰ ਉਹਨਾਂ ਨੇ ਉਹਦੇ 'ਚ ਘੋਸ਼ਣਾ ਕੀਤੀ ਕਿ ਟਰਾਂਸਪੋਰਟ ਜਿਹੜੀ ਉਹ ਚੱਲਦੀ ਰਹੇਗੀ। ਬੰਦੇ ਨੇ ਇੱਕ ਦੂਜੀ ਜਗ੍ਹਾ ਤੋਂ ਜਾਣਾ ਹੈ ਤੇ ਉਹ ਜਾ ਸਕਦਾ ਹੈ, ਕਿਉਂਕਿ ਦਫ਼ਤਰ ਬਹੁਤ ਸਾਰੇ ਖੁੱਲ੍ਹੇ ਨੇ, 50% ਦੇ ਨਾਲ ਖੁੱਲ੍ਹੇ ਨੇ, ਕੁਝ ਜ਼ਿਆਦਾ ਦੇ ਨਾਲ ਖੁੱਲ੍ਹੇ ਨੇ, ਤੇ ਬੱਸ ਜਾਂ ਟੈਕਸੀ ਸਰਵਿਸ ਜਾਂ ਬਾਕੀ ਸਾਰੀਆਂ ਚੀਜ਼ਾਂ ਜਾਰੀ ਰਹਿਣਗੀਆਂ। ਪਰ ਬਾਜ਼ਾਰ ਜਿਹੜੇ ਨੇ ਬੰਦ ਨੇ ਤੇ ਸਿਰਫ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹੀ ਖੁੱਲ੍ਹਣਗੀਆਂ।
ਤੇ ਜ਼ਰੂਰੀ ਚੀਜ਼ਾਂ ਦੇ ਵਿੱਚ ਫਿਰ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਕੀਤੀਆਂ ਹੌਲੀ ਹੌਲੀ ਕਰਕੇ। ਪਹਿਲਾਂ ਸਿਰਫ ਮੈਡੀਸਨ ਸੀਗੀਆਂ, ਫਿਰ ਗਰੋਸਰੀ ਸਟੋਰ ਸੀ, ਖਾਣ ਪੀਣ ਦੀਆਂ ਦੁਕਾਨਾਂ ਸੀ। ਖਾਣ ਪੀਣ ਦੀਆਂ ਦੁਕਾਨਾਂ ਨੂੰ ਵੀ ਵੱਖਰੇ ਵੱਖਰੇ ਟਾਈਮਿੰਗਸ ਅਲੋਟ ਕੀਤੇ ਗਏ ਕਿ ਤੁਸੀਂ ਕੁਛ ਟਾਈਮ ਤੱਕ ਟੇਕ ਅਵੇ ਦੇ ਸਕਦੇ ਆ, ਬਾਅਦ ਵਿੱਚ ਤੁਸੀਂ ਜਿਹੜੀ ਆ ਹੋਮ ਡਿਲੀਵਰੀ ਕਰਨੀ ਹੈ ਜੀ। ਤੇ ਹੁਣ ਫਿਰ ਉਹੀ ਗੱਲ ਆਈ ਆ ਕਿ ਕੁਝ ਹੋਰ ਦੁਕਾਨਾਂ ਨੂੰ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਲੈਵਲ ਦੇ ਉੱਤੇ ਆਪਣੇ ਤਰੀਕੇ ਨਾਲ ਇੱਕ ਸਿਸਟਮ ਬਣਾਓ ਕਿ ਔਡ ਈਵਨ ਜਾਂ ਕਰ ਲਓ ਜਾਂ ਆਲਟਰਨੇਟ ਕਰਕੇ ਇੱਕ ਦੁਕਾਨ ਇੱਕ ਦਿਨ ਖੋਲ੍ਹ ਲਓ, ਦੂਜੀ ਦੁਕਾਨ ਦੂਜੇ ਦਿਨ ਖੋਲ੍ਹ ਲਓ। ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ ਕੈਪਟਨ ਸਰਕਾਰ ਨੇ। ਇੱਕ ਉਹਨਾਂ ਦੀ ਇਹ ਵੀ ਆ ਕਿ ਬਹੁਤ ਵੱਡੀਆਂ ਸਟੇਟਾਂ ਜਿਹੜੀਆਂ ਹੈ ਜਿੱਥੇ ਬਹੁਤ ਸਾਰਾ ਫੈਲਿਆ ਹੋਇਆ ਹੈ, ਉਹਨਾਂ ਪੰਜਾਬ ਵਿੱਚ ਪ੍ਰਕੋਪ ਜਿਹੜਾ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ, ਪਰ ਫਿਰ ਵੀ ਘੱਟ ਨਹੀਂ ਕਰਕੇ ਨਹੀਂ ਦੇਖਿਆ ਜਾ ਸਕਦਾ ਉਹਨੂੰ। 200 ਦੇ ਨੇੜੇ ਤੇੜੇ ਜਿਹੜੀ ਮੌਤ ਰੋਜ਼ ਦੀ ਪਹੁੰਚ ਗਈ ਆ। 8000 ਤੋਂ ਜ਼ਿਆਦਾ ਕੇਸ ਪਿਛਲੇ ਇੱਕ ਦਿਨ 'ਚ ਪੰਜਾਬ 'ਚ ਵੀ ਆਏ ਨੇ, ਪਰ ਫਿਰ ਵੀ ਉਹਨਾਂ ਨੇ ਸਾਰਾ ਲੋਕਡਾਊਨ ਲਾਉਣ ਤੋਂ ਜਿਹੜੀ ਆ ਉਹ ਹਾਲੇ ਤੱਕ ਇਨਕਾਰ ਹੀ ਕੀਤਾ ਹੈ। ਆਕਸੀਜਨ ਦੀ ਕਮੀ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਹੈ ਤੇ ਉਹਦੇ ਲਈ ਇੰਡਸਟਰੀਅਲ ਆਕਸੀਜਨ ਦੀ ਬੰਦ ਕਰਕੇ ਦੂਜੀਆਂ ਤਰੀਕਿਆਂ ਦੇ ਨਾਲ ਜਿਹੜੀ ਆਕਸੀਜਨ ਜਿੰਨੀ ਵੀ ਹੈ ਉਹਨੂੰ ਸਾਰਿਆਂ ਨੂੰ ਮੈਡੀਕਲ ਲਈ ਵਰਤਣ ਦੀ ਗੱਲ ਕੀਤੀ ਹੈ। ਇੱਕ ਅੰਗਰੇਜ਼ੀ ਦੀ ਅਖਬਾਰ ਨੇ ਅੱਜ ਲਿਖਿਆ ਸੀਗਾ ਕਿ ਸਟੇਟ ਦੇ ਸਾਰੇ ਸਰਕਾਰੀ ਹਸਪੀਟਲ ਦੇ ਵਿੱਚ 90% ਤੱਕ ਜਿਹੜੇ ਕੋਵਿਡ ਬੈੱਡ ਨੇ ਜਾਂ ਜਿਹੜੇ ਵੈਂਟੀਲੇਟਰਸ ਵਾਲੇ ਬੈੱਡ ਨੇ ਆਕੂਪਾਈਡ ਨੇ। 10% ਅਖਬਾਰ ਨੇ ਕਿਹਾ ਖਾਲੀ ਆ, ਪਰ ਜੋ ਹਾਲਾਤ ਨੇ ਉਹ ਇਦਾਂ ਲੱਗਦਾ ਨਹੀਂ ਕਿ ਖਾਲੀ ਨੇ। ਤੇ ਪੰਜਾਬ 'ਚ ਮੈਨੂੰ ਲੱਗਦਾ ਹੈ ਕਿ ਜਲੰਧਰ ਦੀ ਗੱਲ ਕਰੀਏ ਤੇ ਜਲੰਧਰ ਦੇ ਜ਼ਿਆਦਾਤਰ ਹਸਪੀਟਲ ਨੇ ਨਾ ਉਹ ਬਾਕੀ ਸਟੇਟ ਤੋਂ ਆਏ ਹੋਏ ਲੋਕਾਂ ਨਾਲ ਭਰੇ ਹੋਏ ਨੇ। ਬੀਤੇ ਦਿਨਾਂ 'ਚ ਬਿਲਕੁਲ ਤੁਹਾਡੀ ਗੱਲ ਠੀਕ ਆ ਜੀ। ਦਿੱਲੀ ਤੋਂ ਇੱਕ ਦੋ ਵਾਕਫ ਲੋਕਾਂ ਦੇ ਫੋਨ ਆਏ ਕਿ ਇੱਥੇ ਪਤਾ ਕਰੋ, ਜੇ ਇੱਥੇ ਕੋਈ ਹਸਪੀਟਲ ਹੈ ਤਾਂ ਅਸੀਂ ਇੱਥੇ ਐਡਮਿਟ ਕਰਾਈਏ। ਪਤਾ ਕੀਤਾ ਤੇ ਇੱਥੇ ਵੀ ਜਿੱਥੇ ਤੱਕ ਸਾਡੇ ਇੱਕ ਦੋ ਬੰਦਿਆਂ ਨਾਲ ਗੱਲਬਾਤ ਹੋਈ ਤੇ ਇੱਥੇ ਵੀ ਕੋਈ ਬੈੱਡ ਨਹੀਂ ਮਿਲਿਆ। ਅਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਸੀ, ਉਹਨਾਂ ਨੇ 2-3 ਚੀਜ਼ਾਂ ਪਰਮਿੰਦਰ ਜੀ ਇਹਦੇ 'ਚ ਹੋਰ ਐਡ ਕੀਤੀਆਂ। ਇੱਕ ਤਾਂ ਜਿਹੜੇ ਸਮਾਰਟ ਕਾਰਡ ਨੇ, ਜਿਨ੍ਹਾਂ ਕੋਲ ਸਮਾਰਟ ਕਾਰਡ ਨੇ, ਉਹਨਾਂ ਨੂੰ 10 ਕਿਲੋ ਆਟਾ ਵੱਧ ਦੇਣ ਦੀ ਗੱਲ ਕੀਤੀ ਹੈ ਸਰਕਾਰ ਨੇ। ਤੇ ਫਿਰ ਉਸ ਦੇ ਨਾਲ ਦੀ ਨਾਲ ਉਹਨਾਂ ਨੇ ਪੰਚਾਇਤਾਂ ਨੂੰ ਕਿਹਾ ਕਿ ਤੁਸੀਂ 5000 ਤੱਕ ਰੋਜ਼ਾਨਾ ਆਪਣੇ ਫੰਡ ਦੇ ਵਿੱਚੋਂ ਮਤਾ ਪਾ ਕੇ ਤੁਸੀਂ ਪੈਸੇ ਖਰਚ ਸਕਦੇ ਆ ਤੇ ਕੋਵਿਡ ਦੇ ਨਾਲ ਸੰਬੰਧਿਤ ਜਿੱਥੇ ਵੀ ਕਿਤੇ ਜ਼ਰੂਰਤ ਆ। ਵੈਸੇ ਪੰਚਾਇਤਾਂ ਕੋਲ 5000 ਰੁਪਈਆ ਹੁੰਦਾ? ਦੇਖੋ ਬਹੁਤ ਘੱਟ ਪੰਚਾਇਤਾਂ ਨੇ ਜਿਨ੍ਹਾਂ ਕੋਲ ਆਪਣੇ ਜਿਹੜੇ ਪਿੰਡ ਦੀ ਕਮਾਈ ਵਾਲੇ ਫੰਡ ਹੁੰਦੇ ਨੇ, ਨਹੀਂ ਤਾਂ ਬਹੁਤੇ ਸਾਰੇ ਫੰਡ ਤੇ ਵੱਖੋ ਵੱਖਰੀਆਂ ਸਕੀਮਾਂ ਦੇ ਹੀ ਹੁੰਦੇ ਨੇ ਤੇ ਉਹਨਾਂ ਸਕੀਮਾਂ ਦੇ ਅਧੀਨ ਹੀ BDO ਸਾਹਿਬ ਦੀ ਜਾਂ ਸੈਕਟਰੀ ਸਾਹਿਬ ਦੀ ਮਰਜ਼ੀ ਨਾਲ ਹੀ ਖਰਚਣੇ ਹੁੰਦੇ ਨੇ ਤੇ ਉਹ ਖਰਚ ਤੋਂ ਬਾਅਦ ਮੁੜ ਕੇ ਉਹਦਾ ਸਾਲਾਨਾ ਆਡਿਟ ਹੁੰਦਾ ਹੈ ਤੇ ਉਹਦੇ ਲਈ ਬਹੁਤ ਸਾਰੀ ਜੱਦੋਜਹਿਦ ਕਰਨੀ ਪੈਂਦੀ ਹੈ ਸੈਕਟਰੀ ਨੂੰ ਵੀ ਤੇ ਸਰਪੰਚ ਨੂੰ ਵੀ। ਕਹਿ ਦਿੱਤਾ ਹੈ, ਬਿਆਨ ਤੇ ਦੇ ਦਿੱਤਾ ਹੈ ਕਿ 5000 ਪੰਚਾਇਤ ਆਪਣੇ ਕੋਲੋਂ ਮਹੀਨੇ ਦਾ ਖਰਚ ਲਵੇ। ਕੁਝ ਵੱਡੇ ਪਿੰਡ, ਕੁਝ ਚੰਗੀਆਂ ਪੰਚਾਇਤਾਂ ਹੋਣਗੀਆਂ ਜਿਨ੍ਹਾਂ ਕੋਲ ਆਮਦਨੀ ਦੇ ਕੁਝ ਸਰੋਤ ਹੋਣਗੇ ਤੇ ਜਿੱਥੋਂ ਖਰਚ ਸਕਦੇ ਨੇ। ਪਰ ਜੇ ਪਿੰਡ ਨੂੰ ਅਸੀਂ ਇੱਕ ਇਕਾਈ ਮੰਨ ਲਈਏ ਪਰਮਿੰਦਰ ਜੀ, ਜੇ ਪਿੰਡ ਦੇ ਵਿੱਚ ਕੁਝ ਖਾਣ ਪੀਣ ਦੀਆਂ ਚੀਜ਼ਾਂ ਦੀ ਤੰਗੀ ਹੋਵੇ ਜਾਂ ਕਿਸੇ ਇੱਕ ਦੋ ਬੰਦਿਆਂ ਨੂੰ ਕਿਸੇ ਇਲਾਜ ਦੀ ਵੀ ਤੰਗੀ ਹੋਵੇ ਤੇ ਪਿੰਡ ਲੈਵਲ ਤੇ ਇਹੋ ਜਿਹੀਆਂ ਜਿਹੜੀਆਂ ਤੰਗੀਆਂ ਉਹ ਨਹੀਂ ਆਉਂਦੀਆਂ। ਇੱਕ ਹੋਰ ਇਹਨਾਂ ਨੇ ਗੱਲ ਕੀਤੀ ਆ ਕਿ ਮਰੀਜ਼ਾਂ ਲਈ 5 ਲੱਖ ਤੋਂ ਜ਼ਿਆਦਾ ਫੂਡ ਕਿੱਟਾਂ ਬਣਾ ਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦੀ ਗੱਲ ਕੀਤੀ ਹੈ। ਕੁਝ ਚੰਗੇ ਕਦਮ ਨੇ, ਪਰ ਬਹੁਤ ਜ਼ਿਆਦਾ ਜ਼ਰੂਰੀ ਜਿਹੜੀ ਗੱਲ ਆ ਉਹ ਲੋਕ ਜੇ ਬਚੇ ਰਹਿਣਗੇ ਤੇ ਉਹੀ ਚੰਗੀ ਗੱਲ ਆ, ਆਪਣਾ ਹੀ ਬਚਾਅ ਕੀਤਾ ਜਾਵੇ। ਪਰ ਜਿਹੜੀ ਗੱਲ ਜ਼ਰੂਰੀ ਆ ਉਹ ਇਹ ਆ ਕਿ ਟੀਕਾਕਰਨ ਮੁਹਿੰਮ ਜਿਹੜੀ ਆ ਬਹੁਤ ਹੌਲੀ ਹੋ ਗਈ ਆ, ਕਿਉਂਕਿ ਟੀਕੇ ਹੀ ਨਹੀਂ ਆ ਰਹੇ। 18 ਤੋਂ 45 ਸਾਲ ਤੱਕ ਟੀਕੇ ਲਾਉਣ ਦੀ ਇਹਨਾਂ ਨੇ ਗੱਲ ਕੀਤੀ ਸੀ, ਉਹ ਹਾਲੇ ਤੱਕ ਹੋਲਡ ਤੇ ਆ। ਕੱਲ ਵੀ ਇੱਕ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋਈ, ਮੈਂ ਕਿਹਾ ਯਾਰ ਲਾ ਦਿਓ ਟੀਕਾ ਸਾਡੇ ਵੀ, ਤੇ ਉਹ ਅੱਗਿਓਂ ਕਹਿੰਦੇ ਜੀ ਹਫ਼ਤਾ ਕੁ ਰੁਕੋ, ਜਿਸ ਦਿਨ ਆ ਗਿਆ ਉਸ ਦਿਨ ਹੀ ਲਾ ਦਿਆਂਗੇ। ਪਰ ਹਾਲੇ ਸਰਕਾਰ ਦਾ ਕੁਝ ਉਹ ਜਿਹੜਾ ਟਾਲ ਮਟੋਲ ਵਾਲਾ ਨਤੀਜਾ ਹੀ ਜਿਵੇਂ ਡਾਕਟਰ ਵਾਕਫ ਨੇ ਤੇ ਉਹਨਾਂ ਨੇ ਕਹਿਤਾ ਕਿ ਹਫ਼ਤਾ ਕੁ ਰੁਕੋ। ਅਸਲ 'ਚ ਟੀਕੇ ਉਹਨਾਂ ਕੋਲ 2 ਦਿਨ ਬਾਅਦ ਆਉਂਦੇ ਆ ਜਾਂ 5 ਦਿਨ ਬਾਅਦ ਆਉਂਦੇ ਆ, ਕਿਸੇ ਨੂੰ ਨਹੀਂ ਪਤਾ। ਸਰਕਾਰ ਨੇ ਕਿਹਾ ਹੈ ਕਿ ਸੀਰਮ ਨੂੰ ਅਸੀਂ ਪੈਸੇ ਜਮ੍ਹਾਂ ਕਰਾਤੇ ਨੇ ਤੇ ਅਸੀਂ 30 ਲੱਖ ਡੋਜ਼ ਮੰਗੀ ਹੈ ਤੇ ਸੀਰਮ ਦੀ ਅੱਜ ਦੀ ਰਿਪੋਰਟ ਹੈ, ਪ੍ਰੈਸ ਰਿਪੋਰਟ ਉਹਨਾਂ ਨੇ ਦਿੱਤੀ ਆ ਕਿ ਅਸੀਂ ਇਹਨਾਂ ਨੂੰ ਜਦੋਂ ਮਈ ਦੇ ਤੀਸਰੇ ਹਫ਼ਤੇ 3 ਲੱਖ ਕੁਛ ਜਿਹੜੇ 3,29,000 ਕੁਛ ਉਹਨਾਂ ਨੇ ਟੀਕੇ ਦੱਸਿਆ ਕਿ ਅਸੀਂ ਦੇਵਾਂਗੇ। ਹਾਲਾਤ ਵਾਕਿਆ ਹੀ ਗੰਭੀਰ ਨੇ, ਖਤਰਨਾਕ ਨੇ, ਡਰਾਵਣੇ ਨੇ। ਜੇ ਅਸੀਂ ਆਪਣਾ ਬਚਾਅ ਆਪ ਕਰੀਏ, ਜੇ ਬਹੁਤ ਹੀ ਜ਼ਰੂਰੀ ਹੈ ਤਦ ਹੀ ਕਿਤੇ ਜਾਈਏ। ਤੇ ਮਾਰਾ ਨੇ ਇੱਕ ਗੱਲ ਹੋਰ ਦੱਸੀ ਹੈ ਪਰਮਿੰਦਰ ਜੀ ਕਿ ਤੀਸਰੇ ਹਫ਼ਤੇ ਤੱਕ ਹਾਲੇ ਪੀਕ ਜਿਹੜੀ ਵਧਣ ਦੇ ਅਸਾਰ ਨੇ, ਜੇ ਚੇਨ ਟੁੱਟੇਗੀ ਤਾਂ ਫੇਰ ਹੀ ਗੱਲ ਹੈ। ਤੇ ਇੱਕ ਗੱਲ ਹੋਰ ਜਿਹੜੀ ਸਾਹਮਣੇ ਆਈ ਆ ਉਹ ਇਹ ਆ ਕਿ ਕੱਲ ਪ੍ਰਧਾਨ ਮੰਤਰੀ ਸਾਹਿਬ ਕਿਸੇ ਮੀਟਿੰਗ 'ਚ ਸੀਗੇ, RBI ਨੇ ਕੁਝ ਐਲਾਨ ਕੀਤੇ ਨੇ, ਉਹਦੇ ਨਾਲ ਦੀ ਨਾਲ ਇਹਨਾਂ ਦੇ ਸਿਹਤ ਸਲਾਹਕਾਰ ਨੇ ਇੱਕ ਜਾਣਕਾਰੀ ਦਿੱਤੀ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਤੀਸਰੀ ਜਿਹੜੀ ਲਹਿਰ ਆ ਉਹ ਜ਼ਰੂਰ ਆਵੇਗੀ। ਕਦੋਂ ਆਵੇਗੀ ਇਹ ਨਹੀਂ ਕਹਿ ਸਕਦੇ, ਪਰ ਇਹ ਉਹਨਾਂ ਨੇ ਜ਼ਰੂਰ ਜਿਹੜੀ ਆਪਣੇ ਸ਼ੰਕੇ ਜ਼ਾਹਰ ਕੀਤੇ ਆਪਣੀ ਰਿਸਰਚ ਦੇ ਜਾਂ ਆਪਣੀ ਖੋਜ ਦੇ ਆਧਾਰ ਤੇ ਜਾਂ ਜੋ ਵੀ ਉਹਨਾਂ ਕੋਲ ਦੁਨੀਆ ਦੀ ਜਾਣਕਾਰੀ ਹੋਵੇਗੀ, ਉਹਨਾਂ ਨੇ ਇਹ ਕਿਹਾ ਕਿ ਜਿਹੜੀ ਤੀਸਰੀ ਲਹਿਰ ਆ ਉਹ ਇਸ ਤੋਂ ਵੀ ਵਧੇਰੇ ਖਤਰਨਾਕ ਹੋਵੇਗੀ। ਤੁਹਾਨੂੰ ਯਾਦ ਹੋਣਾ ਕਿ ਜਦੋਂ ਪਹਿਲੀ ਲਹਿਰ ਚੱਲਦੀ ਸੀ ਉਦੋਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀਗੀਆਂ ਕਿ ਦੂਸਰੀ ਲਹਿਰ ਜਦੋਂ ਆਵੇਗੀ ਤੇ ਭਾਰਤ ਦਾ ਨੁਕਸਾਨ ਵੱਧ ਹੋਵੇਗਾ, ਪਰ ਉਦੋਂ ਇਹ ਸਰਕਾਰਾਂ ਜਿਹੜੀਆਂ ਅਵੇਸਲੀਆਂ ਹੋ ਗਈਆਂ। ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਬਹੁਤ ਗੁੱਸੇ 'ਚ ਹੋ ਕੇ ਵੀ ਇਹ ਗੱਲ ਕਹਿ ਚੁੱਕੇ ਹਾਂ ਕਿ ਸਰਕਾਰਾਂ ਨੂੰ ਲੋਕਾਂ ਦੀ ਜਾਨ ਨਾਲੋਂ ਜ਼ਿਆਦਾ ਲੋਕਾਂ ਦੀਆਂ ਵੋਟਾਂ ਦੀ ਫਿਕਰ ਸੀ। ਤੇ ਹੁਣ ਜੇ ਭਾਰਤ ਦੇ ਵੱਡੇ ਆਫੀਸਰ ਜਾਂ ਸੈਕਟਰੀ ਲੈਵਲ ਦੇ ਲੋਕ ਜਾਂ ਹੈਲਥ ਨਾਲ ਜੁੜੇ ਹੋਏ ਲੋਕ ਇਹਨਾਂ ਨੂੰ ਇਹ ਸਲਾਹ ਦੇ ਰਹੇ ਨੇ ਕਿ ਤੀਸਰੀ ਲਹਿਰ ਦਾ ਆਉਣਾ ਲਾਜ਼ਮੀ ਆ ਤੇ ਉਹਦਾ ਖਤਰਨਾਕ ਹੋਣਾ ਵੀ ਲਾਜ਼ਮੀ ਆ, ਤੇ ਫਿਰ ਸਰਕਾਰਾਂ ਨੂੰ ਚਾਹੀਦਾ ਕਿ ਜਿੰਨੇ ਕੁ ਪ੍ਰਬੰਧ ਹੋ ਸਕਣ ਉਹ ਕਰ ਲੈਣ ਤੇ ਚੰਗੀ ਗੱਲ।
ਤੇ ਇਸ ਵੇਲੇ ਚੰਗੀ ਗੱਲ ਤਾਂ ਨਹੀਂ ਹੈ ਵੀ ਸਰਕਾਰ ਤੇ ਅਦਾਲਤਾਂ ਆਪਸ ਵਿੱਚ ਉਲਝੀਆਂ ਪਈਆਂ ਨੇ ਆਕਸੀਜਨ ਨੂੰ ਲੈ ਕੇ। ਉਸ ਮੁੱਦੇ ਤੇ ਗੱਲ ਕਰਨੀ, ਪਰ ਉਸ ਤੋਂ ਪਹਿਲਾਂ ਮੇਰੇ ਮਨ 'ਚ ਇੱਕ ਸਵਾਲ ਸੀ ਜਿਹੜਾ ਤੁਸੀਂ ਕੈਪਟਨ ਸਰਕਾਰ ਨੇ ਦੱਸਿਆ ਕਿ ਗਰੀਬ ਤਬਕੇ ਲਈ ਇੰਨਾ ਅਨਾਜ ਮੁਫਤ ਮਿਲੇਗਾ, ਉੱਪਰ ਵਾਲਿਆਂ ਨੂੰ ਤਾਂ ਚਲੋ ਕੋਈ ਫਿਕਰ ਨਹੀਂ, ਪਰ ਮੱਧ ਵਰਗ ਹਮੇਸ਼ਾ ਹੀ ਮਾਰਿਆ ਜਾਂਦਾ ਹੈ, ਨਾ ਤਾਂ ਉਹ ਕਿਸੇ ਰਿਆਇਤ ਵਾਲੇ ਪਾਸੇ ਆਉਂਦਾ ਤੇ ਨਾ ਉੱਪਰ ਵਾਲੇ ਪਾਸੇ। ਉਹਨਾਂ ਬਾਰੇ ਸਰਕਾਰ ਨਹੀਂ ਸੋਚਦੀ ਕੁਝ? ਉਹਨਾਂ ਬਾਰੇ ਇੱਕ ਖਬਰ ਸੀਗੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਪਾਰਟਮੈਂਟ ਕਿਸੇ ਮੁਲਾਜ਼ਮਾਂ ਦੀ ਖਬਰ ਲੱਗੀ ਹੋਈ ਅੱਜ ਦੀ ਅਖਬਾਰ 'ਚ। ਉਹਨਾਂ ਨੇ ਕਿਹਾ ਕਿ ਮੈਨੂੰ ਕੋਵਿਡ ਹੈ ਤੇ ਮੈਨੂੰ ਮੇਰੀ ਮਦਦ ਕਰੋ। ਜਦੋਂ ਅਸੀਂ ਖਬਰ ਪੜ੍ਹੀ ਤਾਂ ਉਹਦੇ 'ਚ ਲਿਖਿਆ ਹੋਇਆ ਸੀ ਕਿ ਉਹ ਯੂਨੀਵਰਸਿਟੀ ਦੇ ਮੁਲਾਜ਼ਮ ਨੇ ਤੇ ਪਿਛਲੇ 2-3 ਮਹੀਨੇ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ। ਮੱਧ ਵਰਗ ਉਹ ਵਰਗ ਹੈ ਜਿਹੜਾ ਦੋਨਾਂ ਵਰਗਾਂ ਦੇ ਵਿਚਕਾਰ ਪਰਮਿੰਦਰ ਜੀ ਲਟਕਿਆ ਹੋਇਆ ਹੈ। ਉਹ ਗਰੀਬੀ ਤੋਂ ਥੋੜਾ ਜਿਹਾ ਉੱਪਰ ਆ ਤੇ ਅਮੀਰੀ ਦੇ ਵਿੱਚ ਉਹ ਪੈਰ ਨਹੀਂ ਰੱਖ ਸਕਦਾ। ਚਾਹੇ ਉਹ ਤਨਖਾਹ ਵਾਲਾ ਹੈ, ਚਾਹੇ ਉਹ ਛੋਟਾ ਦੁਕਾਨਦਾਰ ਹੈ, ਚਾਹੇ ਉਹ ਕੋਈ ਛੋਟਾ ਮੋਟਾ ਹੋਰ ਕੰਮ ਕਰਦਾ ਹੈ, ਉਹਦੇ ਲਈ ਬਹੁਤ ਵੱਡੀ ਮੁਸੀਬਤ ਹੈ। ਇੱਕ ਤੇ ਉਹ ਸਹਿਜੇ ਕਿਤੇ ਕਿਸੇ ਤੋਂ ਮੰਗ ਵੀ ਨਹੀਂ ਸਕਦਾ। ਸਰਕਾਰੀ ਕਿਸੇ ਸਕੀਮ ਦੇ ਵਿੱਚ ਉਹ ਆਉਂਦਾ ਨਹੀਂ ਕਿਉਂਕਿ ਉਹ BPL ਨਹੀਂ ਹੈ। ਤੇ ਜਿਹੜੀ ਸਭ ਤੋਂ ਜ਼ਿਆਦਾ ਇਨਕਮ ਰੁਕਦੀ ਆ ਉਹ ਉਸੇ ਦੀ ਰੁਕਦੀ। ਜਦੋਂ ਤੁਸੀਂ ਲੋਕਡਾਊਨ ਲਾਇਆ, ਦੁਕਾਨ ਛੋਟੀ ਬੰਦ, ਦਫ਼ਤਰ ਬੰਦ, ਚਾਹੇ ਉਹ ਪ੍ਰਾਈਵੇਟ ਜੌਬ ਕਰਨ ਵਾਲਾ ਹੈ, ਚਾਹੇ ਉਹ ਸਰਕਾਰੀ ਵਾਲਾ ਹੈ, ਤੇ ਸਰਕਾਰੀ ਨੂੰ ਤਨਖਾਹ ਸਰਕਾਰ ਨਹੀਂ ਦੇ ਰਹੀ। ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਇਹ ਜਿਹੜਾ ਮੱਧ ਵਰਗ ਹੈ, ਜਿਹੜਾ ਵਿਚਕਾਰ ਹੈ, ਉਹ ਜਿਹੜਾ ਵਿਚਕਾਰ ਆ ਦੋਨਾਂ ਪੜਾਂ ਦੇ, ਉਹਦਾ ਹੁਣ ਪਿਸਣਾ ਉਹਦਾ ਲਾਜ਼ਮੀ ਆ ਤੇ ਉਹਨੂੰ ਪਿਸਣ ਦਿਓ ਜੀ। ਕੀ ਹੋ ਸਕਦਾ? ਆਪਣੇ ਕੋਲ ਸਮਾਂ ਬੜਾ ਥੋੜਾ ਹੈ, ਥੋੜੇ ਜਿਹੇ ਸ਼ਬਦਾਂ ਦੇ ਵਿੱਚ ਅਦਾਲਤਾਂ ਤਾਂ ਮੇਣੋ ਮੇਣੀ ਹੋ ਰਹੀਆਂ, ਉਹ ਸਭ ਨੂੰ ਪਤਾ ਹੈ, ਤੇ ਹੁਣ ਕੀ ਫੈਸਲਾ ਆਉਂਦਾ ਉਹਦੇ ਬਾਰੇ ਇੰਤਜ਼ਾਰ ਕਰਾਂਗੇ। ਪਰ ਇਸ ਵੇਲੇ ਬੱਚਿਆਂ ਲਈ ਟੀਕੇ ਦਾ ਪ੍ਰੋਗਰਾਮ ਜਿਹੜਾ ਹੈ ਉਹ ਕਿਸੇ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਬਿਲਕੁਲ ਜੀ, ਬਹੁਤ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਕਿ 18 ਸਾਲ ਤੋਂ ਲਾਗੂ ਕੀਤਾ ਜਾਵੇ ਜਾਂ 10 ਸਾਲ ਤੋਂ ਲਾਗੂ ਕੀਤਾ ਜਾਵੇ ਇਸ ਟੀਕੇ ਨੂੰ ਲਾਉਣਾ। ਤੇ ਕੈਨੇਡਾ ਇੱਕ ਪਹਿਲਾ ਮੁਲਕ ਬਣਿਆ ਹੈ ਜਿਨ੍ਹਾਂ ਨੇ ਫਾਈਜ਼ਰ ਵਾਲੇ ਟੀਕੇ ਨੂੰ 12 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। 12 ਮਈ ਤੋਂ ਸ਼ਾਇਦ ਉਹਨਾਂ ਨੇ 10 ਜਾਂ 12 ਮਈ ਦੀ ਗੱਲ ਕੀਤੀ ਹੈ, ਮੈਨੂੰ ਹੁਣ ਤਰੀਕ ਦੇ ਵਿੱਚ ਭੁਲੇਖਾ ਥੋੜਾ ਜਿਹਾ, ਕਿ ਉਹਨਾਂ ਨੇ ਕਿਹਾ ਕਿ 12 ਸਾਲ ਤੋਂ ਵੱਡੇ ਬੱਚਿਆਂ ਨੂੰ ਜਿਹੜਾ ਫਾਈਜ਼ਰ ਦਾ ਟੀਕਾ ਹੈ ਉਹ ਲਾਇਆ ਜਾ ਸਕੇਗਾ ਤਾਂ ਜੋ ਸੰਕਰਮਣ ਜਿਹੜਾ ਆ, ਜਿਹੜੀ ਲਾਗ ਆ, ਉਹਨੂੰ ਰੋਕਿਆ ਜਾ ਸਕੇ। ਤੇ ਇਸ ਵੇਲੇ ਅਮਰਤ ਜੀ ਸਾਨੂੰ ਪ੍ਰੋਗਰਾਮ ਨੂੰ ਰੋਕਣਾ ਪੈਣਾ, ਸਮਾਂ ਖਤਮ ਹੋ ਗਿਆ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਸਿਲਸਿਲੇ ਨਾਲ ਜੁੜਨ ਲਈ। ਅਗਲੀ ਵਾਰ ਨਵੇਂ ਮੁੱਦਿਆਂ ਦੇ ਨਾਲ ਮਾਹਿਰ ਮਹਿਮਾਨ ਨੂੰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਇਜਾਜ਼ਤ ਚਾਹੁੰਦੇ ਹਾਂ।